ਬਰੋਡ ਹੀ ਇਹੋ ਜਿਹੀ ਚਾਹੀਦੀ ਹੈ ਕਿ ਜਿੱਥੇ ਉਹ ਖੁੱਲ੍ਹ ਕੇ ਸ਼ਾਤਮੀਅਤ ਕਰ ਸਕਣ, ਉਹਨਾਂ ਦਾ ਮੂੰਹ ਕੋਈ ਨਾ ਢੱਕਿਆ ਜਾਏ, ਤੇ ਉਸ ਬਰੋਡ ਨੂੰ ਉਹ ਕਹਿਣਗੇ ਬਈ ਇਹ ਨਿਊਟਰਲ ਬਰੋਡ ਹੈ। ਠੀਕ ਹੈ ਨਾ। ਇਸ ਤੋਂ ਬਿਹਤਰ ਬਰੋਡ ਅਵੈਸ ਖਾਨ ਦੀ ਸੀ, ਨਾ ਉਹਨਾਂ ਨੇ ਤੋਹੀਨ ਕੀਤੀ ਨਾ ਅਸੀਂ ਉਹਨਾਂ ਦੀ ਤੋਹੀਨ ਕੀਤੀ, ਅੱਛੇ ਅੰਦਾਜ਼ ਨਾਲ ਗੁਫ਼ਤਗੂ ਹੋ ਗਈ। ਲੇਕਿਨ ਤੇ ਇਹ ਜਿਹੜੇ ਟੈਕਸੀ ਗਰੁੱਪ ਹੋ ਗਿਆ, ਤੇ ਮਾਵਾਂ ਨੇ ਜੰਮ ਕੇ ਸੁੱਟੇ ਨੇ ਰੋਡਾਂ ਤੇ ਜਾ ਕੇ, ਪਹਿਲੇ ਆਪਣੇ ਅੱਬੇ ਢੂੰਡੋ ਤੇ ਫਿਰ ਮੁਸਲਮਾਨਾਂ ਦੇ ਅਕਾਬਰੀ ਨੂੰ ਗਾਲਾਂ ਕੱਢੋ। और तो जो उन्होंने सहूलतकारी करेगा तो फिर साढ़े से वो कोई काबिल एहतराम बंदा नहीं, वो तोहफा ही है साढ़े से। उस्ताद जी तुम मौजूद हो? आमिर भाई अस्सलाम वालेकुम। वालेकुम अस्सलाम। कहना तो है कि क्योंकि तुम साढ़े उस्ताद हो, बेहतर समझते हो कितने जाना चाहिए कितने नहीं जाना चाहिए, लेकिन ये जी लीली पापड़ियां ने ना कि जेड़ा सहूलतकारी का काम कर रहे ने, तो फिर उत्थे की कहीदा मुनासिब नहीं जाना, की कहंदे हो? ਇਹ ਮੈਂ ਪਿਆ ਸੋਚਣਾ ਕਿ ਤੁਹਾਡੇ ਸਾਰਿਆਂ ਦੇ ਇਸ਼ਕਾਲਾਤ ਨੂੰ ਮੈਂ ਦੂਰ ਕਰ ਦੇਣਾ। ਜ਼ਾਹਿਦ ਭਾਈ ਆ ਜਾਣ ਨਾ ਇੱਕ ਵਾਰੀ, ਤੇ ਉਹਨਾਂ ਨੂੰ ਪੁੱਛਨੇ ਆ ਵੀ ਕਿੰਨੇ ਮੈਨੂੰ ਆਖਿਆ ਸੀ ਉਹਦੀ ਬਰਾੜ ਤੇ ਆ ਜਾ, ਕਿੰਨੇ ਮੈਨੂੰ ਬੁਲਾਇਆ ਉੱਥੇ? ਮੈਂ ਆਪ ਤੇ ਨਹੀਂ ਗਿਆ ਨਾ। ਇੱਕ ਮੁਸਲਮਾਨ ਮੈਨੂੰ ਉਧਰ ਸ਼ੇਅਰ ਕਰਦਾ ਆਂਦਾ ਇੱਥੇ ਆ ਜਾ, ਉਹ ਤੁਹਾਡੀ ਗੱਲ ਹੀ ਨਹੀਂ ਹੈ। ਹਾਂ ਉਹਦੀ ਬਰਾੜ ਤੋਂ ਉਤਰਿਆ ਨਾ ਜਦੋਂ ਥੱਲੇ, ਉਹਦਾ ਕੀ ਨਾਂ ਹੈ ਉਹ, ਹਾਂ ਅਵੈਸ ਖਾਨ ਦੀ ਬਰਾੜ ਜਿਸੇ ਬੰਦ ਹੋਈ ਹੈ, ਤੇ ਮੈਨੂੰ ਜ਼ਾਹਿਦ ਭਾਈ ਨੇ ਬਰਾੜ ਸ਼ੇਅਰ ਕੀਤੀ ਹੈ ਕਿ ਇੱਥੇ ਆ ਜਾ। ਮੈਂ ਕਿਹਾ ਚਲੋ ਅਗਰ ਤੁਸੀਂ ਇਹ ਆਪਣੀ ਬਰਾੜ ਲਾਉਣ ਦੀ ਬਜਾਏ ਤੁਸੀਂ ਬਿਜ਼ੀ ਹੋ ਸਾਰੇ, ਤੇ ਚਲੋ ਸਮੀਰ ਦੀ ਬਰਾੜ ਲੱਗੀ ਤਾਂ ਠੀਕ ਹੈ ਚਲ ਜਾ। ਮੈਂ ਆਪ ਤੇ ਨਹੀਂ ਗਿਆ। ਦਫ਼ਤਰ ਦਾ ਵਕਤ ਮੌਜੂਦ ਹੁੰਦਾ ਹੈ, ਠੀਕ ਹੈ, ਜਿਸ ਟਾਈਮ ਤੁਸੀਂ ਕੋਲ ਲਾ ਲੈਣੇ, ਲੇਕਿਨ ਜਦੋਂ ਮੈਂ ਵੇਖਿਆ ਕਿ ਤੁਸੀਂ ਉੱਥੇ ਬੈਠੇ ਹੋ ਜ਼ੋਹਰਾਂ ਦੇ ਬਾਅਦ, ਮੈਂ ਕਿਹਾ ਚਲੋ ਠੀਕ ਹੈ ਉਸਤਾਦ ਬਿਹਤਰ ਸਮਝਦੇ ਨੇ। ਉਹ ਮੈਂ ਅਸਲ ਚ ਪਹਿਲੇ ਕੰਮ ਕੀਤਾ ਹੁਣ ਹਾਂਜੀ ਆਦੀ ਮੁਜਰਿਮ ਹੈ, ਹਮੇਸ਼ਾ ਇਸ ਤਰ੍ਹਾਂ ਕਰ ਰਿਹਾ, ਤੇ ਉਹਨੂੰ ਕਹੋ ਠੀਕ ਹੈ ਜਨਾਬ ਤੁਸੀਂ ਕੱਲ ਬੈਠੇ ਰਹੋ, ਤੁਸੀਂ ਉੱਥੇ ਨਹੀਂ ਜਾਓਗੇ, ਤੁਸੀਂ ਕਿਉਂ ਵੇਖੋ ਅਸੀਂ ਬੰਦੇ ਹੋ ਗਏ ਨਾ, ਨਹੀਂ ਤਾਂ ਕੱਲਾ ਬੈਠਾ ਕਦੀ ਉਹ ਤਾਂ ਬਸ ਇਹ ਤਾਂ ਹੀ ਰੱਖ ਜਾਣ ਉੱਥੇ ਖਲੀਫਾ ਵਕਤ ਉੱਥੇ। ਇਹ ਮੁਸਲਮਾਨ ਜਿਹੜੇ ਨੇ ਨਾ, ਇਹ ਜਾਂ ਤੇ ਹੋਵੇ ਨਾ ਸਾਰੇ ਇੱਕ ਮੂੰਹ ਹੋਵੇ ਸਾਰੇ ਮੁਸਲਮਾਨਾਂ ਦਾ। ਨਹੀਂ ਉਹ ਮੈਂ ਮੰਨਣਾ ਭਾਈ ਮਾਦਰਤ ਦੇ ਨਾਲ ਇੱਕ ਗੱਲ ਕਰਾਂ, ਐਸੀ ਨਹੀਂ ਗੱਲ ਦੱਸਾਂ, ਸੀਰੀਅਸ ਜਿਹੜੀ ਗੱਲ ਦੱਸਾਂ ਸਾਡੀ ਤੁਹਾਨੂੰ ਫਾਈਂਡ ਕਰਕੇ ਗਏ। ਬਾਕੀ ਅਸੀਂ ਇਸ 'ਚ ਦੇਖੋ ਜਿੱਥੇ ਸਾਡੇ ਵੱਡੇ ਨੇ ਗੱਲ ਕਰਦੇ ਨੇ ਨਾ, ਜ਼ਰੀ ਗੱਲ ਅਸੀਂ ਸੁਣਨ ਲਈ ਚਾਹੀਦਾ ਵਾ, ਮਗਰ ਇਹ ਕੋਈ ਇਹਦਾ ਨਾ ਬੰਦੋਬਸਤ ਕਰੋ ਬਹੁਤ ਜ਼ਿਆਦਾ। ਅੱਗੇ ਵੀ ਇੱਕ ਵਾਰੀ ਇਹਨੇ ਇਹੀ ਕੰਮ ਕਰਵਾਇਆ ਸੀ, ਯਾਦ ਹੈ ਲਾਸਟ ਟਾਈਮ, ਤਾਂ ਹੁਣ ਫਿਰ ਉਹੀ ਹਰਕਤਾਂ ਸ਼ੁਰੂ ਕਰਨ ਲੱਗ ਪਿਆ ਹੈ, ਤੇ ਤੁਸੀਂ ਬਿਹਤਰ ਜਾਣਦੇ ਹੋ। ਉਹਨਾਂ ਨੂੰ ਵੀ ਨਹੀਂ ਭੌਂਕਣ ਦੇ ਰਿਹਾ, ਤੁਹਾਨੂੰ ਵੀ ਜਵਾਬੀ ਕਾਰਵਾਈ ਕਰਨ ਦਾ ਮੌਕਾ ਫਿਰ ਸਮਝ ਆਉਂਦੀ ਹੈ। ਉਹਦੀ ਸ਼ੁਰੂਆਤ ਹੀ ਤੁਹਾਡੇ ਤੇ ਵੀ ਤਸ਼ੱਦਦ ਦੀ, ਔਰ ਉਹਨਾਂ ਨੂੰ ਖੋਲ ਕੇ ਭੌਂਕਣ ਦਾ ਮੌਕਾ ਦੇ ਰਿਹਾ, ਤੇ ਫਿਰ ਇਹ ਕੰਮ ਅੱਛਾ ਨਹੀਂ ਹੈ, ਦਰੁਸਤ ਨਹੀਂ ਹੈ, ਠੀਕ ਹੈ ਨਾ। ਤਾਂ ਉਹਦਾ ਬਾਈਕਾਟ ਹੀ ਹੋ ਸਕਦਾ। ਮੈਂ ਫਿਰ ਕਹਿ ਰਿਹਾ ਨਾ, ਹੁਣ ਤੱਕ ਅਵੈਸ ਖਾਨ ਸਾਹਿਬ ਚੱਲੇ ਆਏ ਨੇ, ਅਵੈਸ ਖਾਨ ਸਾਹਿਬ ਅੱਛੀ ਗੁਫ਼ਤਗੂ ਹੋਈ ਅੱਜ ਤੁਹਾਡੇ ਨਾਲ, ਔਰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਮੁਸਤਕਬਲ ਦੇ ਅੰਦਰ ਵੀ ਅੱਛੀ ਗੁਫ਼ਤਗੂ ਹੋਵੇ, ਤੇ ਬਰੋਡ ਦਾ ਮਿਆਰ ਕਾਇਮ ਰੱਖਿਆ ਜੇ, ਤੇ ਜਿਸ ਤਰ੍ਹਾਂ ਚੱਲਿਆ ਦੁਆ ਕਰਨਾ ਅੱਗੇ ਵੀ ਇਸ ਤਰ੍ਹਾਂ ਚੱਲੇ। ਜਿਸ ਤਰ੍ਹਾਂ आमिर भाई मैं कुछ कहूँ? जी करो गल। मैं ये कहना चाहता हूँ, देखें हमारी अपनी ब्रॉड कुछ कम है जो हमें वहाँ पे जाना, ठीक है। आपका किसी के साथ है, कोई मुरब्बी है, उसके साथ आपकी है कि जी ये बात मैंने की है, इसका सबूत लाओ, तो आप वहाँ पे चले जाए। अगर वो उठाते हैं तो ठीक, नहीं उठाते तो वहाँ से आ जाए। अपने ब्रॉड्स पे बैठे जो जिनके साथ आपकी गुफ्तगू अच्छे से होती है, वैसे जैसे वो कह रहे थे अवैस खान हो गए, काइंड हार्टेड भाई हो गए, वहाँ पे जाएं, बात करें, अपने लगाएं, अपने पे बैठ जाएं। नहीं तो मैं तो ये करता हूँ ज़्यादा, या यहाँ पे सुन लेता हूँ नीचे बैठ के, या दूसरी नहीं। ये शेर अस्सलाम वालेकुम तमाम भाइयों को अस्सलाम वालेकुम। ये शेर खुदा भाई आप ये आप मशवरा दे रहे हैं अपना आमिर नज़ीर भाई को दे रहे हैं, ऐसे मशवरा नहीं दे रहे शाह साहब, ਅਸੀਂ खाली यही कह रहे हैं। हमारी क्या था उस्ताद साहब को मशवरा नहीं, हम इतने नहीं है, हम हमारे भाइयों को जो चले जाते हैं ना, और फिर वो आगे मैं वो कह रहा हूं। ओके जी शाह साहब बस यही कह रहे हैं कि एक बंदा फेवर ਉਹਦੀ ਖਾਲੀ ਵੀਵਰਸ਼ਿਪ ਸੇ ਮਰਜ਼ਈਆਂ ਕੋਲੋਂ ਮੁਸਲਮਾਨਾਂ ਕਾਬਰੀ ਨੂੰ ਗਾਲਾਂ ਪਵਾਉਂਦੀ ਹੈ, ਤੇ ਫਿਰ ਬਿਹਤਰ ਹੈ ਨਾ। ਇਹ ਵੇਖੋ ਵਾਟਰ ਜੇ ਬੰਦੇ ਕੀ ਆਖੇ ਬੰਦਾ ਆ ਜਾਣੇ ਮਰਜ਼ਈਓ। ਫਿਲਹਾਲ अपना मसला डिस्कस हो रहा है थोड़ा ਜਿਹਾ ਕਿ अपना व्यूवरशिप से वो बंदा मुसलमान काबरीन ਨੂੰ ਗਾਲਾਂ ਪਵਾਏਗਾ ਔਰ ਮਰਜ਼ਈਆਂ ਨੂੰ ਮਿਊਟ ਨਹੀਂ ਕਰੇਗਾ, ਮੁਸਲਮਾਨਾਂ ਨੂੰ ਮਿਊਟ ਕਰੇਗਾ ਜਾਂ ਡ੍ਰੌਪ ਕਰੇਗਾ, ਤਾਂ ਫਿਰ ਬਿਹਤਰ ਹੈ ਅਸੀਂ ਉਹਦਾ ਬਾਈਕਾਟ ਹੀ ਕਰੀਏ ਜਦ ਤੱਕ ਉਹ ਇਨਸਾਨ ਦਾ ਬੱਚਾ ਨਹੀਂ ਬਣਦਾ। ਜਿਸ ਤਰ੍ਹਾਂ ਵਰਿਆਮ ਨੇ ਵੀ ਥੋੜੇ ਦਿਨ ਪਹਿਲੇ ਇੱਕ ਮੁਸਬਤ ਸੋਚ ਰੱਖ ਕੇ ਕੋਈ ਨਿਊਟਰਲ ਪਲੇਟਫਾਰਮ ਕੀਤਾ, ਮਰਜ਼ਈ ਉਹਦੇ ਦੁਆਲੇ ਹੋ ਗਏ, ਠੀਕ ਹੈ ਨਾ। ਅਸੀਂ ਨਹੀਂ ਕਹਿੰਦੇ ਕਿ ਬਈ ਉਹ ਹੀ ਰਵਿਸ਼ ਸਮੀਰ ਵੀ ਰੱਖੇ, ਤੇ ਲੇਕਿਨ ਅਗਰ ਉਹਨੇ ਇਹੀ ਕੰਮ ਕਰਨਾ ਹੈ ਕਿ ਉਹਨੇ ਮੁਸਲਮਾਨਾਂ ਨੂੰ ਮਿਊਟ ਕਰਨਾ, ਡ੍ਰੌਪ ਕਰਨਾ, ਔਰ ਉਹਨਾਂ ਨੂੰ ਖੁੱਲ੍ਹਾ ਮੌਕਾ ਦੇਣਾ ਭੌਂਕਣ ਦਾ, ਤੇ ਉਹਨੂੰ ਕਹੋ ਬਈ ਬਿਸਮਿਲ੍ਲਾ ਤੁਸੀਂ ਇਹ ਕੰਮ ਤੇ ਜਾਰੀ ਰਹੋ, ਤੁਹਾਡੇ ਹੱਥ ਦੇ ਲੀਲੀ ਪਾਪੜੀ ਹੋਰ ਵੀ ਹੈ ਨੇ।
ਉਹਨੂੰ ਤੇ ਉੱਤੇ ਚੁੱਕਣਾ ਹੀ ਜਿਹੜਾ ਉਹ ਵੇ ਕੀ ਕਹਿੰਦਾ ਕੀ ਨਾ ਯਾਰ ਉਸ ਬੁਲੀ ਕੁੱਤੇ ਦਾ ਨਹੀਂ ਅਸਲ ਇਹ ਕਿ ਚਲੋ ਅਗਰ ਇਸ ਤਰ੍ਹਾਂ ਦਾ ਸੁਬਾਨੇ ਕੋਈ ਲਾਸ਼ ਜਿਹੜਾ ਸਟੈਪ ਹੋ ਜੇ ਠੀਕ ਨਾ ਹੈ ਨਾ। ਗਲਤ ਚੁੱਕਿਆ ਵੀ ਜਾਏ ਤੇ ਉਹਨੂੰ ਰਿਕਵਰ ਕਰ ਲੈਣਾ ਚਾਹੀਦਾ ਹੈ। ਫਿਰ ਜਦੋਂ ਇੱਕ ਬੰਦੇ ਨੂੰ ਉਤਾਰਿਆ ਫਿਰ ਸਾਰਿਆਂ ਨੂੰ ਉਤਰ ਜਾਣਾ ਚਾਹੀਦਾ, ਫਿਰ ਸਾਰਿਆਂ ਨੂੰ ਆਪਣੀ ਇੱਕ ਦੂਸਰੀ ਬਰਾਡ ਲਾ ਲੈਣੀ ਚਾਹੀਦੀ ਹੈ ਅਗਰ ਇਸ ਤਰ੍ਹਾਂ ਕੋਈ ਬੰਦਾ ਜ਼ਿਆਦਤੀ ਕਰਦਾ ਹੈ। ਸਮੀਰ ਜਿਹੜਾ ਪਤਾ ਨਹੀਂ ਉਹਦੀ ਚਲੋ ਜੋ ਵੀ ਹੈ, ਮੈਂ ਉਹਦੇ ਬਾਰੇ ਕੋਈ ਗਲਤ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਲੇਕਿਨ ਬਹਰਹਾਲ ਉਹਨੇ ਜ਼ਿਆਦਤੀ ਵਾਕਈ ਕੀਤੀ ਹੈ, ਬਾਰ-ਬਾਰ ਕੀਤੀ ਹੈ। ਅਸੀਂ ਕੋਈ ਕਿਸੇ ਨਾਲ ਪਹਿਲ ਨਹੀਂ ਕਰਦੇ, ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕਰਦੇ, ਗਾਲ ਨਹੀਂ ਕੱਢਦੇ। ਇੱਕ ਬੰਦਾ ਥੱਲਿਓਂ ਆਇਆ ਮਰਜ਼ਾਈ ਉੱਤੇ ਆ ਕੇ ਗਾਲਾਂ ਕੱਢਣ ਲੱਗ ਪਿਆ ਤੇ ਜਿਸ ਵੇਲੇ ਉਹਨੂੰ ਜਵਾਬ ਦਿੱਤਾ ਉਹਨੇ ਸਾਨੂੰ ਮਿਊਟ ਕਰਨਾ ਸ਼ੁਰੂ ਕਰਤਾ, ਤੱਕ ਥੱਲੇ ਲਾ ਦਿੱਤਾ। ਵਾਹ ਇਹ ਚੰਗਾ ਤਰੀਕਾ ਹੈ। ਆਮਦਾ ਤੁਹਾਨੂੰ ਪੁੱਛ ਲੈਂਦੇ ਆ। ਮੈਂ ਕਹਿ ਰਿਹਾ ਹੁਜਤ ਤਮਾਮ ਹੋ ਗਈ, ਹੁਜਤ ਤਮਾਮ ਹੋ ਗਈ ਨਾ ਉਸਤਾਦ ਜੀ। ਤੁਸੀਂ ਤਾਂ ਇੱਕ ਬਚਕਾਨਾ ਜਿਹਾ ਜ਼ਿਹਨ ਦਾ ਬੱਚਾ ਮਾਲਿਕ ਹੈ, ਠੀਕ ਹੈ ਨਾ, ਉਹਨੂੰ ਨਾ ਗੱਲ ਆਉਂਦੀ ਹੈ ਨਾ ਕੁਝ ਹੋਰ, ਠੀਕ ਹੈ, ਤੇ ਉਸ ਜ਼ਿਆਦਾ ਨੁਕਸਾਨਦੇਹ ਸ਼ਾਇਦ ਫਾਇਦਾ ਤੋਂ ਜ਼ਿਆਦਾ ਜਿਹੜੀ ਸ਼ਾਇਦ ਨੁਕਸਾਨ ਜ਼ਿਆਦਾ ਹੋਏ ਉਹਨੂੰ ਛੱਡ ਦੇਣਾ ਚਾਹੀਦਾ। ਇਹ ਗੱਲ ਕੀ ਕੀਤੀ ਤੁਸੀਂ? ਉਹ ਉੱਥੇ ਸਾਰੇ ਬਰਾੜ ਲਾ ਕੇ ਇਰਫਾਨ ਜੱਟ ਹੋਈ ਉਹ ਵੇ ਤੇਰੇ ਉਸਤਾਦ ਨੇ ਪਤਾ ਨਹੀਂ ਕੀ ਕੀਤਾ। ਮੈਂ ਕਿਹਾ ਤੁਹਾਨੂੰ ਸਾਰਾ ਦਿਨ ਜਿਹੜਾ ਦੰਦਲ ਪਏ ਰਹਿੰਦੇ ਨੇ ਉਸਤਾਦ ਦੇ, ਉਹ ਤੂੰ ਆਖਿਆ ਉਸਤਾਦ ਇਮਾਮ ਅਫਜ਼ਲ ਹੈ, ਇਮਾਮ ਅਫਜ਼ਲ ਹੈ, ਉਹਨੇ ਕੁਰਾਨ ਬਣਾ ਛੜੇ। ਮੈਂ ਕਿਹਾ ਇਹਨਾਂ ਦੀ ਦੁਮ ਤੇ ਕਿੰਨੇ ਪੈਰ ਰੱਖਿਆ, ਕੀ ਗੱਲ ਬਣੀ ਉੱਥੇ? ਉੱਥੇ ਤੇ ਉਹਨਾਂ ਨੂੰ ਗੋਲੀ ਦਿੱਤੀ ਹੈ ਤੇ ਆਰਾਮ ਆ ਗਿਆ ਸੀ। ਉਹ ਮੈਨੂੰ ਜਾਣੇ ਕਹਿੰਦੇ ਨੇ ਬਈ ਅਸੀਂ ਗੱਲ ਕਰਨੀ ਹੈ ਤੇ ਉਹ ਸਵਾਲ ਕਰਨਾ ਹੈ ਅਸਦ ਬਹਿਰੇਨ ਦੀ ਕੋਈ ਆਡੀਓ ਸੁਣਾਉਣੀ। ਮੈਂ ਕਿਹਾ ਸੁਣਾਓ, ਪਰ ਇੱਕ ਗੱਲ ਮੈਂ ਕਿਹਾ ਮੈਂ ਵੀ ਕਰਨੀ ਹੈ, ਫਿਰ ਜ਼ਾਹਿਰ ਇੱਕ ਤੁਸੀਂ ਕਰਨੀ ਇੱਕ ਮੈਂ ਵੀ ਕਰਨੀ ਹੈ, ਤੇ ਨਹੀਂ ਕਿ ਬਈ ਤੁਸੀਂ ਛੜੀ ਮੇਰੇ ਨਾਲ ਕਰਨੀ ਤੇ ਮੈਂ ਕੋਈ ਤੁਹਾਡੇ ਸਿਰਫ ਸਵਾਲਾਂ ਦੇ ਜਵਾਬ ਦੇਣੇ ਨੇ। ਇਨਸਾਫ ਦਾ ਤਕਾਜ਼ਾ ਇਹ ਵੇ ਕਿ ਬਰਾੜ ਤੁਹਾਡੀ ਹੈ ਤੇ ਕਮ ਅਜ਼ ਕਮ ਬਰਾਬਰੀ ਇੰਨੀ ਤੇ ਕਰੋ ਕਿ ਇੱਕ ਸਵਾਲ ਤੁਸੀਂ ਕਰ ਲਓ, ਇੱਕ ਅਸੀਂ ਕਰ ਲੈਂਦੇ ਹਾਂ। ਤੇ ਤੁਸੀਂ ਇਹ ਆਪਣਾ ਕਰ ਲਓ, ਜਿਹੜੀ ਵੀ ਅਸਦ ਭਾਈ ਦੀ ਕੋਈ ਆਡੀਓ ਮੈਨੂੰ ਸੁਣਾ ਲਓ ਤੇ ਜਿਹੜਾ ਮੈਂ ਸਵਾਲ ਕਰਨਾ ਮੈਂ ਕਰ ਲੈਂਦਾ। ਉਹ ਉਹਨੇ ਕੀਤੀ ਤੇ ਉਹਦਾ ਮੈਂ ਜਵਾਬ ਦੇ ਦਿੱਤਾ ਕਿ ਬਈ ਹਾਂ ਮੈਂ ਕਿਹਾ ਕਿ ਇਮਾਮ ਅੰਬਿਆ ਤੋਂ ਅਫਜ਼ਲ ਹੁੰਦਾ ਹੈ, ਲੇਕਿਨ ਇਮਾਮ ਤੋਂ ਮੁਰਾਦ ਕੀ ਹੈ? ਇਮਾਮ ਤੋਂ ਮੁਰਾਦ ਕੁਰਾਨ ਹੈ, ਇਮਾਮ ਤੋਂ ਮੁਰਾਦ ਸੈਯਦਨਾ ਇਬਰਾਹੀਮ ਅਲੈਹਿਸਲਾਮ ਨੂੰ ਵੀ ਇਮਾਮ ਕਿਹਾ ਗਿਆ, ਤੌਰਾਤ ਨੂੰ ਵੀ। ਕੁਰਾਨ ਦੇ ਵਿੱਚ ਇਮਾਮ ਇੱਕ ਐਸਾ ਲਫ਼ਜ਼ ਇਸਤੇਮਾਲ ਹੋਇਆ ਕਿ ਜਿਹਦਾ ਕਈ ਮਾਨੀ ਨੇ। ਅੱਗੋਂ ਅਗਰ ਕੋਈ ਬੰਦਾ ਹੋਰ ਕਹਿੰਦਾ ਕਿ ਨਹੀਂ ਉਹ 12 ਇਮਾਮ ਮੁਰਾਦ ਨੇ ਸਾਡੇ, ਠੀਕ ਹੈ, ਉਹਦੇ ਨਾਲ ਇਖਤਲਾਫ ਕੀਤਾ ਜਾਏ, ਲੇਕਿਨ ਇਮਾਮ ਮਜਮੂਈ ਤੌਰ ਤੇ ਇੱਕ ਅਸੂਲੀ ਗੱਲ ਹੈ ਕਿ ਇਮਾਮ ਅਫਜ਼ਲ ਹੁੰਦਾ ਅੰਬਿਆ, ਤੇ ਇਹ ਗੱਲ ਠੀਕ ਹੈ। ਇਹ ਹੀ ਉਹਨਾਂ ਗੱਲ ਕੀ, ਇਹਦੇ ਨਾਲ ਮੈਂ ਮੁਤਫਿਕ। ਇਹ ਸੁਣ ਕੇ ਤੇ ਉਹ ਥੱਲੇ ਬੱਟ ਵੀ ਆਇਆ ਸੀ ਤੁਹਾਡਾ ਬਿਮਾਰ ਬੱਟ ਵੀ ਵਿਚਾਰਾ, ਉਹ ਵੀ ਕੰਧ ਨੂੰ ਟੱਕਰਾ ਮਾ ਉਹ ਮਰ ਗਏ ਥਾਂ ਹੋਏ। ਇਹ ਮਤਲਬ ਸੀ ਗੱਲ ਦਾ, ਸਾਨੂੰ ਪਤਾ ਹੀ ਨਹੀਂ ਸੀ ਇਹ ਮਤਲਬ ਸੀ। ਉਹ ਤੁਹਾਡਾ ਕੱਖ ਨਾ ਰਵੇ, ਇਹ ਮਤਲਬ ਸੀ ਗੱਲ ਦਾ। ਮੈਂ ਕਿਹਾ ਇਹ ਤੁਹਾਨੂੰ ਪਤਾ ਨਹੀਂ ਹੈ ਨਾ ਗੱਲ, ਇਹ ਪੂਰੀ ਤੁਹਾਨੂੰ ਦੱਸੀ ਨਹੀਂ ਹੈ। ਤੁਸੀਂ ਗੱਲ ਜਿਹੜਾ ਵਲੇਟ ਕੇ ਰੱਖਦੇ ਕਿਵੇਂ ਖਤਮ ਹੈ? ਸਹੀ ਫਤਵਾ ਦਰੁਸਤ ਫਤਵਾ ਤੇ ਵੇਖ ਲਓ ਤੁਸੀਂ ਕੀ ਹੋ ਗਿਆ। ਇੱਕ ਮਿੰਟ ਮੈਂ ਕਹਿ ਰਿਹਾ ਪਤਾ ਨਹੀਂ ਕੀ ਖਰਾਬ ਹੋ ਗਿਆ ਸੀ। ਮੈਂ ਕਹਿ ਰਿਹਾ ਤੁਸੀਂ ਇਹਨਾਂ ਨੂੰ ਹੋਰ ਦਿਲਚਸਪੀ ਰੱਖਦੇ, ਹੱਦ ਤੱਕ ਅਗਰ ਅਸੀਂ ਇੱਕ ਦੂਸਰੇ ਦੇ ਨਾਲ ਇਖਤਲਾਫ ਕਰਨੇ ਵੀ ਇਸ ਮੌਜੂਦ ਦੇ ਉੱਤੇ, ਇਹਨਾਂ ਫਿਕਰਾ ਕਾਫੀ ਸੀ, ਇਹਨਾਂ ਦੀ ਮੌਤ ਸੀ। ਇਹ ਬਲਕਿ ਬੱਟ ਜਿਹੜਾ ਕੰਧਾਂ ਦੇ ਨਾਲ ਟਕਰਾ ਕਰ ਮਾਰਿਆ ਸੀ, ਇਹ ਪੁੱਛ ਨੂੰ ਪੁੱਛ, ਇਹਨੇ ਮਾਮ ਆਖਿਆ ਤੁਹਾਡੇ ਆਖੇ ਆਪਣੇ ਆਖੇ ਅੱਗੋਂ ਵੀ ਉਹਨਾਂ ਨੂੰ ਇਹੀ ਕਹੋ ਕਾਫੀ ਹੈ ਬਈ ਇਮਾਮ ਅਫਜ਼ਲ ਹੈ ਨਬੀਆਂ ਤੋਂ। ਨਹੀਂ ਇਹ ਸਵਾਲ ਤੇ ਉਸ ਵੇਲੇ ਰਿਜ਼ੋਲਵ ਹੋ ਗਿਆ, ਪਰ ਕਿਉਂ ਉਹਨੇ ਇਹ ਸਵਾਲ ਕੀਤਾ ਹੀ ਨਹੀਂ। ਇਹਦੇ ਤੋਂ ਤੇ ਐਸੇ ਠੰਡੇ ਹੋਏ ਨੇ ਨਾ ਕਿ ਮੁੜ ਕੇ ਉਹਨਾਂ ਨੂੰ ਚੇਤਾ ਹੀ ਨਹੀਂ ਰਿਹਾ ਸਵਾਲ ਕਰਨਾ। ਫਿਰ ਉਹ ਕੋਈ ਹੋਰ ਹੀ ਉਹ ਜਿਹੜਾ ਆਇਆ ਸੀ ਤੁਹਾਡਾ ਪੁਰਾਣਾ ਯਾਰ ਸਫਵਾਨ, ਉਹ ਕੱਢ ਕੇ ਲਿਆਉਂਦਾ ਰਿਹਾ ਉਹ ਰਵਾਇਤਾਂ ਝੂਠੀਆਂ ਕਿ ਉਹ ਇਮਾਮ ਬਾਕਰ ਨੇ ਕਿਹਾ ਮੈਂ 4 ਲੋਕਾਂ ਤੇ ਲਾਨਤ ਨਾ ਪਾ ਲਾਂ, ਮਸਲੇ ਤੋਂ ਨਹੀਂ ਉੱਠਦਾ, ਇਹੋ ਜਿਹੀਆਂ। ਮੈਂ ਕਿਹਾ ਤੇ ਇਹਨਾਂ ਤੇ ਤਹਕੀਮ ਅਹਿਲੇ ਤਸ਼ਯੁ ਆਇਮਾ ਮੁਹੱਦਿਸੀਨ ਦੀ ਲੱਗੀ ਹੈ, ਇਹ ਵੀ ਜ਼ਈਫ ਰਵਾਇਤ ਹੈ, ਦੂਜੀ ਵੀ ਜ਼ਈਫ ਰਵਾਇਤ ਹੈ ਜਿਹੜੀ ਤੂੰ ਪੇਸ਼ ਕਰਨ ਲੱਗਿਆ। ਆਇਮਾ ਅਹਿਲੇ ਬੈਤ ਨੇ ਕਦੀ ਵੀ ਕਿਸੇ ਦਾ ਨਾਲ ਕਿਸੇ ਦੇ ਲਾਨਤ ਨਹੀਂ ਪਾਈ, ਗਲਤ ਗੱਲ ਹੈ। ਉਹ ਇਹਨਾਂ ਦੇ ਜੰਮਣ ਤੋਂ ਪਹਿਲੇ ਉਹ ਤਹਕੀਮ ਮੌਜੂਦ ਹੈ। ਅੱਛਾ, ਲੇਕਿਨ ਉਹ ਜਿਹੜਾ ਸਾਰਾ ਮਫਰੂਜ਼ਾ ਕਾਇਮ ਹੋਇਆ ਹੈ ਉਹ ਤਾਂ ਸੇ ਕਾਇਮ ਹੋਇਆ ਕਿ ਮਿਰਜ਼ਾ ਹਸਨ ਨੇ ਕਾਮਲ ਇਤਾਅਤ ਕੀਤੀ ਹੈ। ਉਸਤਾਦ ਆਮਰ ਸਿਦਰੀ ਕਹਿੰਦਾ ਵੇਖੋ ਇਹ ਨਾਲ ਵੀ ਅਬਦੁੱਲਾਹ ਨਸਰ ਅਜ਼ੀਜ਼ ਦਾ ਲਾਵਾ ਦੇ ਰਿਹਾ ਉਸਤਾਦ ਨੂੰ। ਅੱਛਾ ਯਾਰ ਐਡਾ ਸਾੜਾ ਇਹਨਾਂ ਨੂੰ ਹੈ, ਐਡਾ ਇਹਨਾਂ ਨੂੰ ਤਕਲੀਫ ਹੈ। ਅਸੀਂ 2 ਬੰਦੇ ਵੀ ਇੱਥੇ ਬਹਿ ਜੀ ਬਰਾੜ ਤੇ ਪੂਰੀ ਟਿਕਟੋਕ ਦੇ ਅੰਦਰ ਰੋਣ ਵੈਣ ਹਰ ਸ਼ੈ ਸ਼ੁਰੂ ਹੋਈ। ਪੱਪੂ ਮਲਿਕ ਸਾਹਿਬ ਤੁਸੀਂ ਆ ਗਏ ਹੋ, ਮੈਂ ਤੁਹਾਨੂੰ ਤੰਬੀਹ ਦੇ ਦਿਆਂ, ਕੋਈ ਵੀ ਤੁਸੀਂ ਮੁਸਲਮਾਨਾਂ ਦੇ ਖਿਲਾਫ ਗੱਲ ਕੀਤੀ ਜਾਂ ਖਤਮ ਨਬੂਵਤ ਦੇ ਮਨਹਜ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਤੁਹਾਡੇ ਬਾਕੀ ਆਈਡੀਆ ਦੇ ਨਾਲ ਹੋਇਆ ਇਸ ਆਈਡੀ ਦੇ ਨਾਲ ਵੀ ਹੋ ਜਾਏਗਾ। ਇਤਿਹਾਦ ਦੀ ਗੱਲ ਕਰਨੀ ਹੈ, ਮੁਸਲਮਾਨ ਦੀ ਗੱਲ ਕਰਨੀ ਹੈ, ਸਭ ਸਾਰਾ ਇਤਿਹਾਦ ਬਿਸਮਿਲ੍ਲਾਹ ਸੁਣ ਲਵੋ ਮੈਂ ਕੀ ਕਹਿ ਰਿਹਾ, ਠੀਕ ਹੈ ਨਾ। मैं अगर तुम्हारी 2 आइडिया ब्लॉक कर चुकी, मनु बिल्कुल बात महसूस नहीं होगी तीसरे भी ब्लॉक करने से।
इत्तेहाद बैन मुस्लिमीन की गल करनी है, खत्म नबूवत ते गल करनी है, रद्द कादियानी ते गल करनी है, सो बिस्मिल्लाह। कोई ढिड दी गैस कड्ढनी है, उस्ताद नूं WhatsApp ते फोन मारो, सो बिस्मिल्लाह कड्ढो, सानू कोई इहदे ते इतराज़ नहीं है। इत्थे गल करनी है सिर्फ और सिर्फ मौजू तुहानूं दस रहे, खत्म नबूवत, रद्द कादियानी ते इत्तेहाद बैन मुस्लिमीन। नहीं बहन भाई इस तरह की गल आमर भाई कहते थे वैसे मैं ज्यादा समझ जावांगा, लेकिन अगर आमर भाई गल नहीं कर रहे तो फिर तो मसला की है, मैं जाना आमर भाई जाना मैं जनाब मेरी जाना तरफ देखो, ठीक है अमर भाई साथ बैठे हैं। अमर भाई दसो जरा साढ़े तो की फर्क है अमर भाई? कोई फर्क नहीं है यारो, चंद्रमुखी हो या पारो। अस्सलाम वालेकुम। वालेकुम सलाम। वालेकुम अस्सलाम वबरकातुहू। अमर भाई सवेरे और सियासत थल्ले मरज़ैन लिख रहे ने वास्ते यार, तो चार मिर्जा साहब बंदे तो एक पछताना मुसलमान दे नाल जी ਉਹ ਕਿਹੜੇ ਫੜਾਣ ਲੱਗੇ ਹੋ, ਖਲੋ ਜਾਓ। ਮੈਂ ਕਹਿ ਰਿਹਾ ਸਵੇਰ ਦੀ ਕਾਰਵਾਈ ਐਸੀ, ਉਹ ਡਾਕਟਰ ਜਿਹੜਾ ਆਪਣੇ ਆਪ ਨੂੰ ਵੱਡਾ ਫਨੀਅਰ ਸਮਝਦਾ ਹੈ, ਉਹਨੂੰ ਜਦੋਂ ਰੱਖਿਆ ਕਿ ਬਈ ਤੁਸੀਂ ਲੋਕ ਦਾਅਵਾ ਇਹ ਕਰਦੇ ਕਿ ਬਈ ਅਸੀਂ ਬੜੀ ਮੁਹੱਬਤ ਕਰਨੇ ਆ ਅਹਿਲੇ ਬੈਤ ਦੇ ਨਾਲ, ਠੀਕ ਹੈ ਨਾ, ਤੇ ਜਿੱਥੇ ਹਜ਼ਰਤ ਅਬੂ ਬਕਰ ਨੂੰ ਤੁਸੀਂ ਮਿਸਦਾਕ ਆਇਤ ਇਸਤਖਲਾਫ ਦਾ ਠਹਿਰਾਉਂਦੇ ਹੋ, ਹਜ਼ਰਤ ਉਮਰ ਨੂੰ ਠਹਿਰਾਉਂਦੇ ਹੋ, ਹਜ਼ਰਤ ਉਸਮਾਨ ਨੂੰ ਠਹਿਰਾਉਂਦੇ ਹੋ, ਹਕੀਮ ਨੂਰੁੱਦੀਨ ਨੂੰ ਠਹਿਰਾਉਂਦੇ ਹੋ, ਮਿਰਜ਼ਾ ਬਸ਼ੀਰੁੱਦੀਨ ਨੂੰ ਠਹਿਰਾਉਂਦੇ ਹੋ, ਮਿਰਜ਼ਾ ਨਾਸਿਰ ਨੂੰ ਠਹਿਰਾਉਂਦੇ ਹੋ, ਮਿਰਜ਼ਾ ਤਾਹਿਰ ਨੂੰ ਠਹਿਰਾਉਂਦੇ ਹੋ, ਔਰ ਮਿਰਜ਼ਾ ਮਸਰੂਰ ਨੂੰ ਠਹਿਰਾਉਂਦੇ ਹੋ। ਹਜ਼ਰਤ ਅਲੀ ਨੂੰ ਕਿਉਂ ਠਹਿਰਾਉਂਦੇ? ਸਿਰਫ ਔਰ ਸਿਰਫ ਬੁਗਜ਼ ਅਹਿਲੇ ਬੈਤ ਔਰ ਬੁਗਜ਼ ਇਮਾਮ ਅਲੀ ਹੈ। ਤੇ ਡਾਕਟਰ ਸਾਹਿਬ ਨੇ ਕੋਈ ਕਹਿੰਦਾ ਯਾਰ ਇਹ ਤੇ ਮੈਂ ਪੂਰੇ ਸਫੇ ਪੜ੍ਹ ਲੈਣੇ, ਇਹਦੇ ਅੰਦਰ ਗੱਲ ਹੀ ਨਹੀਂ ਲਿਖੀ। ਘੰਟੇ ਬਾਅਦ ਉਹਨੂੰ ਕਿਤਾਬ ਲੱਭੀ ਔਰ ਕਿਤਾਬ ਦਾ ਜਵਾਬ ਨਹੀਂ ਲੱਭਾ। ਆਖਿਰ ਮੰਨਿਆ ਮੂੰਹ ਤੋਂ ਕਿ ਵਾਕਈ ਅਸੀਂ ਇਮਾਮ ਅਲੀ ਨੂੰ ਆਇਤ ਇਸਤਖਲਾਫ ਦਾ ਮਿਸਦਾਕ ਨਹੀਂ ਸਮਝਦੇ ਔਰ ਚੌਥਾ ਖਲੀਫਾ ਵੀ ਨਹੀਂ ਸਮਝਦੇ। ਸਾਡਾ ਮੇਨ ਮਿਸ਼ਨ ਹੈ ਇਹ ਕਿ ਲੋਕਾਂ ਨੂੰ ਸਾਬਿਤ ਕਰ ਸਕੀਏ ਔਰ ਵਿਖਾ ਸਕੀਏ ਸ਼ੀਸ਼ਾ ਕਿ ਜਿੰਨਾ ਬੁਗਜ਼ ਜਮਾਤ ਅਹਿਮਦੀਅਤ ਦਾ ਅੰਦਰ ਪਾਇਆ ਜਾਂਦਾ ਅਹਿਲੇ ਬੈਤ ਸੇ ਕਿਸੇ ਜਮਾਤ ਦੇ ਅੰਦਰ ਨਹੀਂ ਹੈ। ਰਾਤੀ ਇਹੀ ਗੱਲ ਹੋ ਰਹੀ ਸੀ ਹੁਸੈਨ ਦੀ ਬਰਾੜ ਤੇ ਨਾ, ਹੁਸੈਨ ਸਾਹਿਬ ਦੀ ਬਰਾੜ ਤੇ ਤੁਹਾਡਾ ਕਿਸੇ ਨੇ ਨਾਂ ਲਿਆ ਸੀ, ਕਿਸੇ ਮਿਰਜ਼ਾਈ ਨੇ, ਪਤਾ ਨਹੀਂ ਕੌਣ ਸੀ। ਉਸ ਵੇਲੇ ਕਾਫੀ ਮਿਰਜ਼ਾਈਆਂ ਦੇ ਲਾਦ ਗਰਗੋਂ ਹੋਏ ਸੀ ਹੁਸੈਨ ਸਾਹਿਬ ਦੀ ਬਰਾੜ ਤੇ, ਚੀਕਾਂ ਚੁੱਕਾਂ ਮਾਰਨ ਲੱਗੇ ਸੀ ਤੇ ਕਿਸੇ ਨੇ ਤੁਹਾਡਾ ਨਾਂ ਲਿਆ ਤੇ ਮੈਂ ਕਿਹਾ ਬਈ ਇਹ ਕੌਣ ਸੀ ਯਾਰ ਜਿਹੜਾ ਕਹਿਣ ਲੱਗਿਆ ਸੀ ਉਹ ਸਭ ਤੋਂ ਜ਼ਿਆਦਾ ਗੰਦਾ ਬੰਦਾ ਹੈ। ਮੈਂ ਕਿਹਾ ਜਿੰਨੀ ਦੇਰ ਤੁਹਾਡੇ ਕੋਲ 1.5 ਸਾਲ ਬਹਿ ਕੇ ਤੇ ਮੈਂ ਕਿਹਾ ਮੈਨੂੰ ਬੁਰਾ ਭਲਾ ਕਹਿੰਦਾ ਰਿਹਾ, ਉਨੀ ਦੇਰ ਤੱਕ ਉਹ ਗੰਦਾ ਨਹੀਂ ਸੀ, ਹੁਣ ਗੰਦਾ ਹੋਇਆ ਜਦੋਂ ਦਾ ਉਹਨੂੰ ਪਤਾ ਲੱਗਿਆ। ਮੈਂ ਕਿਹਾ ਉਹਨੂੰ ਮੈਂ ਇਹ ਹੀ ਦਲੀਲ ਦਿੱਤੀ ਹੈ ਕਿ ਅਹਿਲੇ ਬੈਤ ਦਾ ਔਰ ਨਬੀ ਦਾ ਸਭ ਤੋਂ ਵੱਡਾ ਦੁਸ਼ਮਣ ਅੱਲਾ ਦੀ ਧਰਤੀ ਤੇ ਅਗਰ ਕੋਈ ਆਇਆ ਤੇ ਉਹ ਮਿਰਜ਼ਾਈ ਔਰ ਮਿਰਜ਼ਾ ਕਾਦੀਆਨੀ ਨੇ। ਅਗਰ ਤੁਹਾਨੂੰ ਕੋਈ ਇਹ ਗਲਤਫਹਿਮੀ ਹੋਵੇ ਕਿ ਕੋਈ ਸੁੰਨੀਆਂ ਵਿੱਚੋਂ ਅਹਿਲੇ ਸੁੰਨਤ ਦੀ ਮੈਂ ਗੱਲ, ਨਾਸਬੀਆਂ ਦੀ ਗੱਲ ਨਹੀਂ, ਅਹਿਲੇ ਸੁੰਨਤ ਚੋਂ ਕੋਈ ਬੰਦਾ ਅਹਿਲੇ ਬੈਤ ਦਾ ਦੁਸ਼ਮਣ ਹੋ ਸਕਦਾ ਹੈ ਤੇ ਗਲਤੀ ਹੈ। ਸਭ ਤੋਂ ਵੱਡਾ ਦੁਸ਼ਮਣ ਇਸ ਉਮਤ ਚੋਂ ਜਿਹੜਾ ਨਿਕਲਿਆ ਮੁਖਰਜ ਮਿਨਲ ਮਿੱਲਾ ਹੋ ਗਿਆ, ਦਾਇਰਾ ਇਸਲਾਮ ਤੋਂ ਨਿਕਲ ਗਿਆ, ਮਿਲਤ ਇਸਲਾਮੀਆ ਚੋਂ ਬਾਹਰ ਜਾ ਡਿੱਗਿਆ, ਉਹ ਮਿਰਜ਼ਾ ਕਾਦੀਆਨੀ ਹੈ। ਅਮਰ ਭਾਈ ਤੁਹਾਡੀ ਗੱਲ ਟੋਕਣਾ ਮੈਂ ਮਾਜ਼ਰਤ ਹੋਣੇ ਵੀ ਉਹਦੇ ਜਿਹੜਾ ਮੰਨਣੇ ਵਾਲੇ ਨਾ ਉਹਨੇ ਬਕਵਾਸ ਕੀਤੀ। ਸੁਭਾਨ ਨਹੀਂ ਆਈਡੀ ਇੱਕ ਬੰਦੇ ਦਾ ਨਾਂ ਆ ਸੁਭਾਨ, ਉਹ ਅਲਤਾਫ ਅਲਤਾਫ, ਉਹ ਸਮੀਰ ਦੀ ਬਰਾੜ ਤੇ ਬੈਠਾ ਸੀ। ਪੀਰ ਕੁੱਤੇ ਮਾਰ ਇੱਕ ਭਾਈ ਨੇ ਸਾਡੇ ਯਾਰ ਮੁਸਲਮਾਨ ਦਾ ਜ਼ੇਨ ਵਿੱਚ ਉਹਦਾ ਨਾਂ ਨਿਕਲ ਗਿਆ ਹੈ, ਸ਼ਾਰਪ ਸ਼ੂਟਰ। ਉਹ ਗੱਲ ਕਰ ਰਿਹਾ ਸੀ ਮਿਰਜ਼ਾ ਸਾਹਿਬ ਦਾ ਕੋਈ ਵਾਲਾ ਪੇਸ਼ ਕਰ ਰਿਹਾ ਸੀ ਨਾ ਮਰਦੀ ਵਾਲਾ, ਤੇ ਉਹਨੇ ਬਦਤਮੀਜ਼ੀ ਕਰ ਦਿੱਤੀ, ਬਕਵਾਸ ਕਰ ਦਿੱਤੀ ਸੁਭਾਨ ਨੇ। ਲੇਕਿਨ ਫਿਰ ਕਸੂਰ ਮੈਂ ਫਿਰ ਉਹ ਗੱਲ ਪਹਿਲੇ ਸਾਡੇ ਭਾਈ ਨੇ ਪੰਗਾ ਲਿਆ, ਲੇਕਿਨ ਸ਼ਾਤਮੀਅਤ ਉੱਥੇ ਹੋ ਗਈ ਯਾਰ। ਹੁਣ ਬੰਦਾ ਕਿਹਨੂੰ ਬੁਰਾ ਕਿਵੇਂ ਤੇ ਕਿਹਨੂੰ ਨਾ ਕਿਵੇਂ। ਅਮਰ ਭਾਈ ਉਹਨੂੰ ਮੈਂ ਵੀ ਮੈਸੇਜ ਕੀਤਾ ਹੈ WhatsApp ਤੇ ਵੀ ਕਿਹਾ ਕਿ ਆ ਜਾ ਕਿ ਇੱਥੇ ਸਿਰਫ ਇਤਿਹਾਦ ਦੀ ਗੱਲ ਕਰਨੀ ਹੈ। ਅਗਰ ਤੁਸੀਂ ਮੁਸਲਮਾਨਾਂ ਦੀ ਲੱਤ ਖਿੱਚਣ ਦੀ ਕੋਸ਼ਿਸ਼ ਕਰੋਗੇ ਤੁਸੀਂ ਬਲੌਕ ਹੋ ਜਾਓਗੇ, ਠੀਕ ਹੈ ਨਾ। ਇਹ ਦੂਸਰੀ ਆਈਡੀ ਤੋਂ ਵੀ ਹੈ, ਤੈਨੂੰ ਚੁੱਕਣਾ ਨਹੀਂ। ਕਿਉਂ ਮੈਂ ਫਿਰ ਅਸੀਂ ਖਰਾਬ ਕਰੀਏ? ਨਹੀਂ ਉਹ ਅਸਲ ਇੱਕ ਅੱਛਾ ਮੈਸੇਜ ਕਨਵੇ ਕਰ ਸਕਦੀ ਹੈ। ਇਹ ਗੱਲ ਮੈਂ ਵੀ ਉਹਨੂੰ ਕਹੀ ਹੈ ਸ਼ਾਰਪ ਸ਼ੂਟਰ ਨੂੰ ਕਿ ਉੱਥੋਂ ਛੋੜ ਦੇ। ਰੱਖ ਜਾਣ ਨੂੰ ਵੀ ਮੈਸੇਜ ਕੀਤਾ ਛੋੜ ਦੇ। ਫਿਰ ਉੱਥੇ ਬਹਿ ਕੇ ਦੁਬਾਰਾ ਇਹੋ ਜਿਹੀ ਬਕਵਾਸ ਸੁਣਨ ਦੀ ਜ਼ਰੂਰਤ ਕੀ ਹੈ? ਇੰਨੀ ਤਾਂ ਗੱਲ ਠੀਕ ਹੈ ਕਿ ਉੱਥੇ ਹੁਣ ਦੁਬਾਰਾ ਰੁਕਣਾ ਨਹੀਂ ਚਾਹੀਦਾ, ਛੋੜ ਦੇਣਾ ਚਾਹੀਦਾ, ਕਿਉਂਕਿ ਉੱਥੇ ਉਹ ਨੰਗੀਆਂ ਗਾਲਾਂ ਔਰ ਸ਼ਾਤਮੀਅਤ ਕਰਨ ਲੱਗੇ ਨੇ। ਤਾਂ ਗੱਲ ਠੀਕ ਹੈ। काफ़ी भाई आए ने, सलाम दुआ कर लो माइक खोल के, और बाकी से गोल पूरा करो, टीम ज्वाइन करो ताकि रिपोर्टिंग ना हो सके। ਇਹ ਕੀ ਤਰੀਕਾ ਹੁੰਦਾ, ਯਾਨੀ ਗੋਲ ਕੀ ਹੁੰਦਾ?
ਉੱਤੇ 2 ਦਿਲ ਆ ਰਹੇ ਹਨ, ਉਸ ਦਿਲ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਟੀਮ, ਹਾਂ ਦੇਖੋ ਹੁਣ 2 ਬੰਦੇ ਨੇ ਜੁਆਇਨ ਕੀਤੀ, ਟੀਮ ਜੁਆਇਨ ਹੋ ਗਈ। ਟੀਮ ਜੁਆਇਨ ਕਰਦੇ ਰਹੋ, ਨਹੀਂ ਤੇ ਅਗਰ ਉਹ ਰਿਪੋਰਟ ਮਾਰਦੇ ਨੇ ਨਾ ਤੇ ਫਿਰ ਉਹ ਰਿਪੋਰਟਿੰਗ ਨਹੀਂ ਹੋ ਸਕਦੀ, ਯਾਨੀ ਬ੍ਰੌਡ ਡਿੱਗ ਨਹੀਂ ਸਕਦੀ, ਉਹ ਕਹਿੰਦੇ ਵੀ ਇੰਨੇ ਫੋਲੋਵਰਸ ਨੇ। ਵਾਰੀ ਵਾਰੀ ਗੱਲ ਕਰੋ, ਜਿੰਨੇ ਬੰਦੇ ਵਾਲੇਕੁਮ ਅਲਾਮਾ ਸਾਹਿਬ, ਕੀ ਹਾਲ ਹੈ? ਵਾਲੇਕੁਮ ਸਲਾਮ ਰਹਿਮਤੁल्लाह, ਕਰੋ ਗੱਲ ਕਰੋ, ਮੈਂ ਸੁਣ। ਅਸਲਾਮ ਅਲੈਕੁਮ। ਅਲਾਮਾ ਸਾਹਿਬ, ਸਲਾਮ ਸੁਬਾ ਕਰਨਾ ਜਿਹੜਾ ਸਾਰਿਆਂ ਨੂੰ। ਤੁਹਾਡਾ ਇਹਦੇ ਨਾਲ ਚੱਲ ਰਿਹਾ ਸੀ ਉੱਥੇ ਬਰਾੜ ਦੇ ਉੱਤੇ ਰਤਲੀ ਕਰਮੁੱਲਾ ਤਾਲਾ ਵਜਹੂ ਦੇ ਬਾਰੇ ਚ ਉਹਨੇ ਬੜਾ ਬਕਵਾਸ ਕੀਤਾ, ਨਬੀ ਪਾਕ ਸੁਨ ਦੇ ਬਾਰੇ ਚ ਵੀ। ਤੇ ਕਿਆ ਇਹੋ ਜਿਹੇ ਬੰਦੇ ਨਾਲ ਖਬੀਸ ਨਾਲ ਗੱਲ ਕਰਨ ਦੀ ਜ਼ਰੂਰਤ ਸਾਨੂੰ ਹੈ ਵੇ? ਉਹ ਬਿਲਕੁਲ ਵੀ ਝਕਿਆ ਨਹੀਂ, ਬਿਲਕੁਲ ਵੀ ਉਹਨੂੰ ਕੋਈ ਸ਼ਰਮ ਨਹੀਂ ਆਈ ਕਿ ਇਹ ਮੈਂ ਕੀ ਪੜ੍ਹ ਰਿਹਾ ਤੇ ਉਹ ਕਿਹਦੇ ਬਾਰੇ ਚ ਮੈਂ ਪੜ੍ਹ ਰਿਹਾ। ਅੱਛਾ, ਪਹਿਲੀ ਅਲਾਮਾ ਸਾਹਿਬ, ਹਾਂਜੀ ਮੈਂ अर्ज करना जवाब। पहली गल है वे कि अगर मिर्जाई शातमीयत करते ने तो वो अपना आप ही पे नंगा करते ने, तो जिन्ना वो नंगा अपने आप पे करते ने उन्ना ही लोग मिर्जाईयत तो बादल हो के तो इस्लाम ला रहे हैं। ਉਹਦੇ ਵਾਸਤੇ ਜਾਇਜ਼ ਹੱਦ ਤੱਕ ਮੁਸਲਮਾਨਾਂ ਨੂੰ ਸਬਰ ਵੀ ਕਰਨਾ ਚਾਹੀਦਾ ਹੈ ਕਿ ਅਗਰ ਉਹ ਸ਼ਾਤਮੀਅਤ ਕਰਦੇ ਨੇ ਤੇ ਦੂਸਰੀ ਤਰਫ ਉਹ ਨੰਗੇ ਵੀ ਹੋ ਰਹੇ ਨੇ ਤੇ ਲੋਕਾਂ ਨੂੰ ਮਿਰਜ਼ਾਈਅਤ ਦੀ ਅਸਲੀਅਤ ਦਾ ਪਤਾ ਵੀ ਚੱਲ ਰਿਹਾ ਹੈ। ਲੇਕਿਨ ਖੁਦ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਉਹਨਾਂ ਨੂੰ ਜਾਂ ਪ੍ਰਵੋਕ ਕਰੀਏ ਜਾਂ ਉਹਨਾਂ ਨੂੰ ਦਾਵਤ ਸ਼ਾਤਮੀਅਤ ਦਵੀਏ ਕਿ ਉਹ ਸ਼ਾਤਮੀਅਤ ਕਰਨ। ਸਾਡੀ ਤਰਫੋਂ ਇਹ ਦਾਵਤ ਨਹੀਂ ਹੋਣੀ ਚਾਹੀਦੀ। ਇਹ ਜਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਬੰਦਾ ਮਿਰਜ਼ਾਈਆਂ ਦਾ ਮੁਤਫਿਕਾ ਡਿਬੇਟਰ ਦੇ ਤੌਰ ਤੇ ਉਹਨਾਂ ਨੇ ਅੱਗੇ ਪੇਸ਼ ਕੀਤਾ। ਮੈਨੂੰ ਫੋਨ ਕਰਕੇ ਡਾਕਟਰ ਜ਼ਕਰੀਆ ਨੇ ਇੱਥੋਂ ਬੁਲਾਇਆ, ਮੈਂ ਇੱਥੇ ਬੈਠਾ ਸੀ ਐਸਆਈ ਬਰਾੜ ਤੇ ਜਦੋਂ ਮੈਂ ਗਿਆ ਵਾਂ ਤੇ ਉਹਨਾਂ ਆਪਣੀ ਤਰਫੋਂ ਇੱਕ ਬੰਦਾ ਪੇਸ਼ ਕੀਤਾ ਕਿ ਇਹ ਤੁਹਾਡੇ ਨਾਲ ਗੱਲ ਕਰੇਗਾ। ਪਤਾ ਮੈਨੂੰ ਹੈ ਇਸ ਬੰਦੇ ਦਾ ਕਿ ਇਹ ਬੰਦਾ ਜਿਹੜਾ ਹੈ ਇਹ ਕਿਸ ਟਾਈਪ ਦਾ ਹੈ, ਉਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ, ਪਹਿਲਾਂ ਹੀ ਮੈਨੂੰ ਪਤਾ ਉਹਦਾ। ਲੇਕਿਨ ਜਦੋਂ ਮਿਰਜ਼ਾਈ ਖੁਦ ਉਹਨੂੰ ਪੇਸ਼ ਕਰਦੇ ਨੇ ਕਿ ਇਹ ਕਰੇਗਾ, ਇਹ ਜੋ ਵੀ ਜ਼ਾਹਿਰ ਜਾਇਜ਼ ਨਜਾਇਜ਼ ਗੱਲ ਕਰੇਗਾ, ਸ਼ਾਤਮੀਅਤ ਕਰੇਗਾ, ਉਹ ਸਾਰੀ ਮਿਰਜ਼ਾਈਆਂ ਦੀ ਅਕਾਊਂਟ ਹੋਵੇਗੀ। ਲਿਹਾਜ਼ਾ ਉਹਦੇ 'ਤੇ ਸਬਰ ਕਰੋ। ਜੋ ਉਹਨੇ ਕੀਤਾ ਹੈ ਜਾਂ ਜੋ ਉਹਨੇ ਝੂਠੀਆਂ ਗੱਲਾਂ ਪੇਸ਼ ਕੀਤੀਆਂ ਨੇ, ਅਸੀਂ ਉਹਨਾਂ ਨੂੰ ਰਿਬਟਲ ਦਿੱਤਾ ਹੈ। ਲੇਕਿਨ ਇੱਕ ਤਰਫ ਇਹਦਾ ਕਨਕਲੂਜਨ ਕੀ ਹੈ, ਇਹਦਾ ਖੁਲਾਸਾ ਕੀ ਹੈ ਗੱਲ ਦਾ? ਇੱਕ ਤਰਫ ਮਿਰਜ਼ਾਈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ, ਸਹਾਬਾ ਦੀ, ਅਹਿਲ ਬੈਤ ਦੀ, ਉਮਹਾਤੁਲ ਮੋਮਿਨੀਨ ਦੀ ਗੁਸਤਾਖੀ ਕਰਦੇ ਨੇ ਔਰ ਉਹਨਾਂ ਦੇ ਉੱਤੇ ਤਬਰਰਾ ਕਰਦੇ ਨੇ, ਸ਼ਾਤਮੀਅਤ ਕਰਦੇ ਨੇ, ਬਕਵਾਸ ਗਾਲਮ ਗਲੋਚ ਕਰ ਰਹੇ ਨੇ। ਦੂਸਰੀ ਤਰਫ ਮੁਸਲਮਾਨ ਕਿਹਦੀ ਮਜ਼ਮਤ ਕਰ ਰਹੇ? ਮਿਰਜ਼ਾਈਆਂ ਦੀ, ਮਿਰਜ਼ਾ ਕਾਦੀਆਨੀ ਦੀ। ਇਹਦਾ ਮਤਲਬ ਹੈ ਵੇ ਕਿ ਇਹ ਜਿਹੜੇ ਨੇ ਮਿਰਜ਼ਾਈ, ਇਹ ਨਬੀ ਪਾਕ ਦੇ ਔਰ ਨਬੀ ਪਾਕ ਦੇ ਘਰਾਣੇ ਦੇ ਦੁਸ਼ਮਣ ਨੇ, ਅਸੀਂ ਮਿਰਜ਼ਾਈਅਤ ਦੇ ਦੁਸ਼ਮਣ ਹਾਂ। ਇਹਨੂੰ ਨਿਖਰਨ ਦਿਓ, ਸਬਰ ਰੱਖੋ, ਅੱਲਾ ਵਾਰਸ। ਅਲਾਮਾ ਸਾਹਿਬ, ਕਿਆ ਜਿਹੜੀਆਂ ਉਹਨੇ ਕਿਤਾਬਾਂ ਪੇਸ਼ ਕੀਤੀਆਂ ਨੇ ਉਸ ਬਗੈਰਤ ਨੇ, ਤੇ ਸਾਨੂੰ ਇਹਦੇ ਮੁਤਬਾਦਲ ਰਬਵਾ ਕ੍ਰਾਸ ਪਟੀਨ ਜਿਹੜੀ ਇਸ ਤਰ੍ਹਾਂ ਦੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ ਕਿ ਨਹੀਂ? ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਹਵਾਲੇ, ਉਹਨਾਂ ਦੀਆਂ ਕਿਤਾਬਾਂ ਦੇ ਬਹੁਤ ਸਾਰੇ ਹਵਾਲੇ ਸਾਡੇ ਕੋਲ ਐਸੇ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਪੇਸ਼ ਕਰ ਸਕਨੇ ਹਾਂ ਔਰ ਉਹਨਾਂ ਦੀ ਗੰਦਗੀ ਪੇਸ਼ ਕਰ ਸਕਨੇ ਹਾਂ। ਜਿਹੜੀਆਂ ਉਹ ਕਿਤਾਬਾਂ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ, ਯਕੀਨਨ ਮੁਸਲਮਾਨਾਂ ਦਾ 1400 ਸਾਲਾ ਸਫ਼ਰ ਹੈ ਤੇ ਬਹੁਤ ਜ਼ਿਆਦਾ ਕਿਤਾਬਾਂ ਇਸਲਾਮਿਕ ਹਿਸਟਰੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਨਾ ਸਿਰਫ ਗਲਤ ਗੱਲਾਂ ਲਿਖੀਆਂ ਨੇ ਬਲਕਿ ਤੋਹੀਨ ਅਮੇਜ਼ ਗੱਲਾਂ ਵੀ ਲਿਖੀਆਂ ਨੇ। ਉਹਨਾਂ ਦਾ ਸਬਰ ਨਾਲ ਜਵਾਬ ਦੇਣ ਦੀ ਜ਼ਰੂਰਤ ਹੁੰਦੀ ਹੈ ਤੇ ਦੱਸਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਰਵਾਇਤਾਂ ਝੂਠੀਆਂ ਨੇ, ਇਹਨਾਂ ਨੂੰ ਅਸੀਂ ਨਹੀਂ ਮੰਨਦੇ। ਮਿਸਾਲ ਦੇ ਤੌਰ ਤੇ ਉਹ ਤਬਕਾਤ ਇਬਨ ਸਾਦ ਵਿੱਚ ਉਮਰ ਅਲ ਵਾਕਦੀ ਦੀ ਰਵਾਇਤ ਹੈ ਕਿ ਨਬੀ ਪਾਕ ਕੂਵਤ ਬਾਅਦ ਦੇ ਬਾਰੇ ਕਿ ਉਹ ਹਾਂਡੀ ਲੈ ਕੇ ਜਬਰੀਲ ਆਏ ਤੇ ਉਹਨਾਂ ਨੂੰ ਕਮੀ ਜ਼ਰੂਰਤ में ਯਾਨੀ ਕੀਤੀ, ਕਮਜ਼ੋਰੀ ਮਹਿਸੂਸ ਕੀਤੀ, ਉਹ ਬਿਲਕੁਲ ਝੂਠੀਆਂ ਰਵਾਇਤਾਂ ਨੇ। ਕਿਉਂਕਿ ਉਮਰ ਅਲ ਵਾਕਦੀ ਉਹ ਹੈ ਜਿਹਨੂੰ ਆਲਰੇਡੀ ਆਇਮਾ ਮੁਹੱਦਿਸੀਨ ਉਹਦੇ ਉੱਤੇ ਹੁਕਮ ਲਾ ਚੁੱਕੇ ਨੇ ਕਿ ਉਹ ਇੱਕ ਝੂਠਾ ਔਰ ਕਜ਼ਾਬ ਸੀ, ਉਹਦੀਆਂ ਗੱਲਾਂ, ਉਹਦੀਆਂ ਰਵਾਇਤਾਂ ਨਹੀਂ ਲਈਆਂ ਜਾਂਦੀਆਂ। ਸਾਨੂੰ ਉਹਦਾ ਜਵਾਬ ਦੇਣ ਦੀ ਜ਼ਰੂਰਤ ਹੈ, ਹਿੰਮਤ ਨਾਲ, ਤਸੱਲੀ ਨਾਲ, ਸਬਰ ਨਾਲ। ਤੇ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਜਿਹੜੀਆਂ ਝੂਠੀਆਂ ਗੱਲਾਂ ਸਾਡੇ 1400 ਸਾਲਾ ਲਿਟਰੇਚਰ ਦੇ ਵਿੱਚ ਮੌਜੂਦ ਨੇ, ਉਹ ਪੇਸ਼ ਕਰਕੇ ਇਹ ਸ਼ਾਤਮੀਅਤ ਕਰਦੇ ਨੇ। ਅਸੀਂ ਇਹਨਾਂ ਦੀ ਅਸਲੀਅਤ ਦਿਖਾਉਂਦੇ ਹਾਂ, ਅਸਲ ਇਹਨਾਂ ਦਾ ਚਿਹਰਾ ਦਿਖਾਉਂਦੇ ਹਾਂ। ਉਹ ਬੇਸ਼ੱਕ ਸਾਡੇ ਵਿੱਚ ਵਾਕਈ ਮੌਜੂਦ ਨੇ ਹਸਨ ਜ਼ਬਾ ਜੇ ਬੰਦੇ ਜਾਂ ਆਪਣਾ ਇਬਨ ਸਬਾ ਜੇ ਬੰਦੇ ਹੈ ਸਨ ਜਿਨ੍ਹਾਂ ਨੇ ਕੰਮ ਕੀਤੇ ਨੇ, ਔਰ ਖੁਦ ਅਲੀ ਕਰਮ ਅੱਲਾਹ ਤਾਲਾ ਵਜਹੂ ਨੇ ਉਹਨਾਂ ਨੂੰ ਹਸਨ ਜ਼ਬਾ ਨੂੰ ਇਬਨ ਸਬਾ ਨੂੰ ਮੇਰੇ ਖਿਆਲ 'ਚ ਸਾੜਿਆ ਵੀ ਹੈ, ਅੱਗ ਲਾਈ ਹੈ, ਤੇ ਕਿਉਂਕਿ ਉਹਨੇ ਵੀ ਕੁਛ ਗਲਤ ਗੱਲਾਂ ਕੀਤੀਆਂ ਸਨ। ਤੇ ਇਹ ਵਾਕਈ ਹੈ ਸਾਡਾ ਲੰਬਾ ਸਫ਼ਰ ਹੈ ਬੇਸ਼ੱਕ,
ਬਿਲਕੁਲ ਕੋਈ ਸ਼ੱਕ ਨਹੀਂ ਹੈ। ਨਹੀਂ ਅਸੀਂ ਤੇ ਇਹਨਾਂ ਦੀ ਤੇ ਕਿਸੇ ਵੀ ਆਪਣੀਆਂ ਬੰਦੇ ਕਿਤਾਬਾਂ ਨੂੰ ਮੌਜੂਦ ਹੈ ਨੇ ਨਾ। ਲਾਂਤੀ ਜਹਨਮੀ ਔਰ ਕਾਫਿਰ ਮੰਨਦੇ ਆ ਕਿ ਜਿਹੜਾ ਅੱਲਾ ਦੇ ਇਲਾਵਾ ਕਿਸੇ ਹੋਰ ਇਲਾਹ ਦਾ ਕਾਇਲ ਹੈ। ਜਿਹੜਾ ਬੰਦਾ ਵੀ ਕਵੇ ਕਿ ਖੁਦਾ ਦਾ ਕੋਈ ਬੇਟਾ ਵੇ ਅਸੀਂ ਤਾਂ ਉਹਨੂੰ ਲਾਂਤੀ ਮੰਨਦੇ ਹਾਂ। ਲੇਕਿਨ ਸਵਾਲ ਤੇ ਇਹ ਪੈਦਾ ਹੁੰਦਾ ਹੈ ਜਿਹੜੀ ਤੌਹੀਦ, ਬਲਕਿ ਬਿਹਤਰ ਅਸੀਂ ਪਹਿਲੇ ਉਹਦੀ ਫੋਟੋ ਹੀ ਲਾ ਲਈ ਅੱਜ ਦੇ ਮੌਜੂ ਦੀ, ਜਿਹੜਾ ਨਬੂਤ ਤਾਲਾ ਹੈ ਲੱਗ ਜਿਹੜੀ ਖੁਦਾ ਸ਼ਨਾसी मिर्ज़ा कादियानी ने की है ये लाश थी और अपने खुद साख्ता खुदा दी की मर्ज़ी उसी खुदा शनासी ਨੂੰ ਮੰਨਦੇ ਨੇ। ਬਟ ਟਕਰਾ ਮਾਰਿਆ ਕੱਲਾ ਬਹਿ ਕੇ ਕਾਲੇ ਚੀਟੇ ਬੈਠੇ ਨੇ। ਸਵਾਲ ਤੇ ਇਹ ਪੈਦਾ ਹੁੰਦਾ ਜਿਹੜੀ ਖੁਦਾ ਸ਼ਨਾसी मिर्ज़ा कादियानी ਨੇ ਆਪਣੇ ਬਰੂਜ਼ੇ ਨੂੰ ਕੀਤੀ ਹੈ ਔਰ ਝੂਠੀਆਂ ਗੱਲਾਂ ਦਸੀਆਂ ਨੇ, ਕੀ ਮਰਜ਼ੀ ਉਸੇ ਖੁਦਾ ਸ਼ਨਾसी ਦੇ ਕਾਇਲ ਨੇ? ਕੀ ਮਰਜ਼ੀ ਜਿਹੜਾ ਅਹਿਮਦ ਰਜ਼ਾ ਬਰੇਲਵੀ ਸਾਹਿਬ ਨੇ ਮਰਜ਼ਈਆਂ ਦੇ ਖੁਦਾ ਦੀ ਖੁਦਾ ਸ਼ਨਾसी ਕੀਤੀ ਹੈ ਕੀ ਉਹਨੂੰ ਦਰੁਸਤ ਸਮਝਦੇ ਨੇ? ਕਿ ਮੁਹੰਮਦੀ ਬੇਗਮ ਦੇ ਨੰਗੇ ਖੁਆਬ ਖਾ ਕੇ ਉਹਨੂੰ ਕੱਖ ਵੀ ਨਹੀਂ ਦਿੱਤਾ ਕਿ ਮਰਜ਼ਈਆ ਦਾ ਉਹ ਖੁਦਾ ਜਿਹੜਾ ਆਪਣੇ ਬਰੂਜ਼ੀ ਦੇ ਨਾਲ ਝੂਠੇ ਵਾਅਦੇ ਕਰਦਾ ਤੇ ਵਾਅਦੇ ਪੂਰੇ ਨਹੀਂ ਕਰਦਾ? ਇਹਦਾ ਜਵਾਬ ਕੌਣ ਦੇਵੇਗਾ? ਕੋਈ ਹੈ ਵੇ ਜਿੰਨਾ ਦਿਫ ਕੇ ਕਹੋ ਯਾਰ ਤੇ ਗੱਲ वायलेशन क्यों आना शुरू हो गई है? केड़ी शैल आई है? हाँ वो तो असीं जानने हैं बिल्कुल, असीं तो यही चाहने हुण देखो ना जिन्ना मिठा बंदे ने। ਮਹਿਰ ਸਾਹਿਬ ਜੀ, ਬੋਲੋ, ਬਿਲਕੁਲ ਬੋਲੋ। ਠੀਕ ਤੁਸੀਂ ਕਿਹਾ ਹੈ ਕਿ ਤਬਲੀਗ ਦਾ ਅਮਲ ਜਿਹੜਾ ਨਾ, ਤਬਲੀਗ ਦਾ ਕੰਮ ਜਿਹੜਾ ਇਹ ਸਿਰਫ ਮਰਜ਼ਈਆਂ ਨਾਲ ਹੀ ਨਹੀਂ, ਅਗਰ ਤੁਸੀਂ ਈਸਾਈਆਂ ਨਾਲ ਕਰੋਗੇ, ਮੁਸ਼ਰਕ ਨਾਲ ਕਰੋਗੇ ਜਾਂ ਕਿਸੇ ਹੋਰ ਵੀ ਮਜ਼ਹਬ ਨਾਲ ਕਰੋਗੇ ਤਾਂ ਇਹ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਗੱਲਾਂ। ਬਿਲਕੁਲ ਜੀ, ਕੋਈ ਆਵਾਜ਼ ਰੁਕ ਗਈ ਆ। ਉਹ ਕਹਿ ਰਹੇ ਨੇ ਕਿ ਅਗਰ ਕੋਈ ਸ਼ਾਤਮ ਹੈ ਤਾਂ ਉਹਨੂੰ ਫੇਸ ਕਰਨ ਵਾਸਤੇ ਤੁਸੀਂ ਥੋੜਾ ਸਬਰ ਹਿੰਮਤ ਦੇ ਨਾਲ ਕੰਮ ਲਓ। ਅਸੀਂ ਤੇ ਦਿਲ ਤੇ ਵਟਾ ਰੱਖ ਕੇ ਅਸੀਂ ਤੇ ਇਹਨਾਂ ਨੂੰ ਸਾਬਿਤ ਕਰਨੇ ਆ, ਬਲਕਿ ਇਹਨਾਂ ਦੇ ਅਸੀਂ ਮਰਜ਼ਈਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੰਨੀ ਗਲਾਜ਼ਤ ਤੇ ਖਬਾਸਤ ਇਹਨਾਂ ਦੇ ਅੰਦਰ ਹੈ ਕਿਸੇ ਦੇ ਅੰਦਰ ਨਹੀਂ ਹੈ। ਇੱਕ ਮੁੰਡਾ ਹੁੰਦਾ ਸੀ ਜਨੇਦ ਨਾਂ ਦਾ, ਉਹ ਆਜ਼ਮ ਖੰਜ਼ੀਰ ਦੀ ਆਈਡੀ ਦੇ ਉੱਤੇ ਜਿਹੜਾ ਮੋੜ ਸੀ ਤੇ ਬਹਿੰਦਾ ਸੀ, ਗੱਲ ਕਰਨ ਉਹਨੂੰ ਕੱਖ ਪਤਾ ਨਹੀਂ ਹੈ, ਬਲਕਿ ਮਰਜ਼ਈ ਵੀ ਉਹਨੂੰ ਲਾਂਤੀ ਸਮਝਦੇ ਤੇ ਮਰਦੂਦ ਹੀ ਸਮਝਦੇ ਨੇ। ਲੇਕਿਨ ਇਹ ਹੈ ਕਿ ਉਹ ਚੁੱਕ ਸਹੀ ਲੈਂਦਾ ਫਿਰ ਆਜ਼ਮ ਖੰਜ਼ੀਰ ਦੇ, तो काफ़ी देर तक जो आजम खजीर ने कहना भाई वो फलानी आयत ला दे फलाना हवाला ला दे तो ला दिंदा सी। उन्हें जदों इमाम महदी ਨੂੰ ਗਾਲਾਂ ਕੱਢੀਆਂ ਨੇ, ਮੈਂ ਜਵਾਬਾਂ ਨਹੀਂ ਕੱਢੀਆਂ। ਇੱਕ ਮਰਜ਼ਈ ਨੇ ਮੈਨੂੰ ਮੈਸੇਜ ਕੀਤਾ ਕਿ ਯਾਰ ਤੁਸੀਂ ਚੰਗੇ ਬੰਦੇ ਹੋ, ਤੁਸੀਂ ਵਾਪਸ ਪਲਟ ਕੇ ਸਾਡੇ ਮਸੀਹ ਮੌਦ ਨੂੰ ਨਹੀਂ ਕੱਢੀਆਂ। ਇਹਨੇ ਭੈਣ ਪੇਸ਼ ਕੀਤੀ ਹੈ ਪਹਿਲੇ तो खुरम राणा ने फिर माइक तो माफ़ी मंगी कि यार पहल साड़ी तरफों हुई सी ते असी करना है। लेकिन मसला है वे कि चलो एक दफ़ा होगी दो दफ़ा, इन्हां दा ढांचा ही मरज़ईयत दी बुनियाद ही अंबिया दी शातियत ते हज़रत ईसा अलैहिस्सलाम दी वफ़ात ते सारा धंधा उन्होंने हज़रत ईसा अलैहिस्सलाम दी वफ़ात ते बनाया। तो वो ऐ कम ही करते रहणगे। लेकिन साडा काम है वे कि जिन्नी मेहनत हो सके खास तौर मरज़ईयां नूं दसना ज़रूरी है। काफ़ी लोग ने जरा सुनते हैं खामोशी दे नाल, अज तक माइक्स ते नहीं आए, उन्होंने पता चल सके कि असल हराम ज़दगी करने वाले पहल करने वाले मिर्ज़ा कादियानी दे अपने पैरोकार। अवैस खान ने मैंने कहा यार पुराना असर वापस नहीं आ सकता। मैं क्या यार पुराना असर वापस आ सकता है, अपने भरावां नूं कहो कि ए कंजरखाना ना करन, आके गल ना कढ़न, जवाबन नहीं कार्रवाई होएगी। तो जो वो बरोड के उत्ते आजम खजीर ने मैंने गाल कढ़ी, मैं क्या हुण की ख्याल ही कहता यार मैं माजरत करना वा, मैं अपनी गल का जिम्मेदार हाँ, इन्होंने मैं नहीं रोक सकता। असल च जेड़ा इन्होंने नकाब पाया है कि जनाब असी इस शे दे कारण कि लव फॉर ऑल हेटर्स वन नन, इनू मनते नहीं है। मोहब्बत साहब के जेड़ा मिर्ज़ा ताहिर साहब कहते हैं कि जी हम तो अपने मुखालिफ को सामने ਉਹਨਾਂ ਨੂੰ ਮੈਂ ਕਿਹਾ ਲੋ ਜੀ ਜੋਦੋ ਸਾਹਿਬ ਉਹਦੇ ਮਸਰੂਫ ਹੋ ਗਏ ਜੀ, ਅਮਰ ਭਾਈ ਅਬਾਟਰ ਸਾਹਿਬ ਆਏ ਜੀ। ਠੀਕ ਹੋ ਗਿਆ। ਹੈਲੋ
ਸਤਿ ਸ੍ਰੀ ਅਕਾਲ। वालेकुम सस्रीकाल वरहमतुल्लाहि वबरकातुहू। ਯਾਰ ਕੀ ਸ਼ਾਵਾ ਤੁਸੀਂ। सर तुसी साडे दोस्त क्यों नहीं बनते? ਦੋਸਤੀ ਔਰ ਦੁਸ਼ਮਣੀ मोहम्मद ਦੀ अल्लाह वास्ते ਹੁੰਦੀ। अस्सलाम वालेकुम वरहमतुल्लाह तमाम मुसलमानों को और मिर्ज़ाइयों को सत श्री अकाल। वालेकुम सस्रीकाल वरहमतुल्लाहि वबरकातुहू। आमिर भाई ਜਿਹੜਾ ਸਮੀਰ ਹੈ ਨਾ ਇਹ ਬੜਾ 2 ਨੰਬਰ ਔਰ ਖਬੀਸ ਆਦਮੀ ਹੈ, ਠੀਕ ਹੈ। ਉਹ ਉੱਥੇ ਮਰਜ਼ਾਈ ਬੈਠੇ ਤੇ ਹੋਣ ਵੀ ਉੱਥੇ ਸ਼ਤਮੀਅਤ ਕਰ ਰਹੇ ਨੇ ਤੇ ਉਹਨਾਂ ਦੀਆਂ ਵਿੱਚ ਆਮ ਲਾ ਰਿਹਾ। देखिए मैं अपने दोस्त के खिलाफ गीबत नहीं सुन सकता। ठीक है। ਮੈਂ ਤਾਂ ਰੋਣ ਲੱਗੇ ਨੇ ਬਈ ਸਾਡੀ ਮਾਂ ਉਹ ਨੁਸਰਤ ਜਾਨ ਦੀ ਬੇਇੱਜ਼ਤੀ ਕਰ ਗਿਆ। अस्तगफिरुल्लाह रहमतुल्लाहि वबरकातुहू। नहीं देखो मेरी बेटी का नाम लै सुन ते नुसरत जहां कोई मेरी बेटी को आगे ते नहीं मैं तो उन्होंने लै सुन ते नुसरत जहां कोई मेरी बेटी को आगे ते नहीं मैं तो उन्होंने कुछ भी नहीं समझदा। मैं यहाँ से चला जाऊंगा। तू चला जाएगा तो चला जा, मैं क्या करा, मेरी धी को कहेगा तो मैं नुसरत जहां छड़ांगा। देखिए मेरा दिल जख्मी होएगा तो मैं फौरन वो महफिल छोड़ के चला जाऊंगा। अच्छा वाटर, मुझे आप एक बात बताओ, क्या जख्मी दिल आपका ही होता है या किसी और का भी हो सकता है, ये बताओ आप। हर इंसान का होता है यार, हर इंसान जज्बात रखता है। ओके तो अभी ज़रा जाओ ना समीर की ब्राड पे, वो शतमियत कर रहा है अल्ताफ खबीस मलून कज़ाब के मानने वाला, ज़रा उसको जाके बोलो नबी पाक की क्यों शतमियत कर रहे हो। देखिए मैं आपके अभी अकायद के बारे में कोई बात नहीं कर रहा और ना ही मैंने कोई आपको गाली दी है, इसलिए आप इस तो मैं तो गाली नहीं दे रहा ना जानी, मैं आपको कहाँ गाली दे रहा हूँ। आप उस ब्रॉड पे जाके लड़ाई करें ना भाई, आप यहाँ अपने लड़ाइयाँ लेकर आ जाते। मैंने तो जो कुछ करना था वो मैंने कर लिया, वहाँ पे वो सुनना चाह रहे थे तो उन्होंने सुन लिया। देखिए मेरी बात सुने वाटर साहब, मुझे लगता है आप 2-4 जमातें पढ़े हुए हो, ठीक है, लेकिन आप मिर्ज़ाई हो और कुफर में हद तक गुजर चुके हो कि आपका दिमाग काम करना छोड़ गया है, ठीक है। वो इस तरह कि देखो अगर आप मुझे कुछ कहोगे तो क्या मैं आपको जवाब में कुछ नहीं कहूँगा, मुझे सिर्फ इतना बता दो। यार मैं आपको कुछ नहीं भी कहूंगा तो आप मुझे जवाब में बहुत ये गलती नहीं कर रहा। एक मिनट आमिर भाई एक मिनट वाटर, तू अपनी माँ और वाटर एक मिनट आमिर भाई वाटर, तू अपने माँ और बाप की कसम खा के कह सकता है कि आज तक तुझे तेरी किसी भी गाली के जवाब में मैंने गाली दी है? तुमने जितनी गंदी गंदी बातें की हुई है ना, यकीन ना नहीं, देखो ये बात ना करो, देखो जो मैं क्वेश्चन पूछ रहा हूँ, मैंने खुद तुम्हें कहा 2-4 जमातें तुम पढ़े हुए हो, तो मेरी इस बात की यार तुम इज्जत लाज रखो कि मैं तुम्हें 2-4 जमातें पढ़ा हुआ समझ रहा हूँ। आपसे मैं दोबारा पूछता हूँ वाटर साहब, आपने मुझे आज तक जितनी भी गालियां दी हैं, मैंने कभी जवाब में आपको माँ बाप की कोई या बहन भाई की या किसी भी आपकी गाली दी है? आप सारों से पहले मुझे बताएं कि आपको रसूल अल्लाह जो है अपने माँ बाप से ज्यादा अजीज हैं? यार देखो मैं तो आपसे और बात पूछ रहा हूँ ना यार वाटर, नहीं जवाब दो ना जरा कि रसूल देखो पाक वाटर आपके पास जवाब नहीं है, आप है। लाजवाब हो चुके हैं बिल्कुल, मुझे रसूल पाक सबसे प्यारे हैं, सबसे मेरे माँ बाप। मुझे बताओ कि मैंने आपको कभी कोई गाली दी हो? मैंने आपको बिल्कुल दी है, क्या बिल्कुल दी है, बिल्कुल दी है। एक डॉगी है, घोड़ा इसका बाबा है, ये मैं तो मैं अगर आपको कहूँ आपका बाबा एक कुत्ता है और आप उसके बेटे हैं, ये की बात हुई ना यार? आपने झूठ भी तो बोला हुआ है ना कि आप शिया हैं, असल में आप बरेलवी हैं। भाई देखो मेरी बात सुनो, फिर आप मैं देखो अब फिर बात को जो यार देखो जो वो कर रहे हो, देखो जानवर सारे एक होते, मैं कहता हूँ वाटर का बाप एक कुत्ता है, ये उसका बाप है, क्या ये बात आप एक्सेप्ट करते हो अपने लिए? भाई मैं बिल्कुल एक्सेप्ट नहीं करता। तो फिर मैं कैसे कर सकता हूँ? आप मुझे गाली देते हो, लेकिन मैं तो जवाब में आपको नहीं कहता। गैर मुस्लिमों सबसे झूठ बोला हुआ है ना कि आप शिया हैं, आप यार भाई देखो ओ भाई देखो, मैं अपना अकीदा मेरी जान में खुद बताऊंगा ना, आप तो नहीं बताओगे। हाँ तो बस फिर यार अपने अकीदे सही बताया करो ना, गालियां तो तुम इसलिए तो भाई आपको कैसे पता? आपको ओ भाई आपको कोई इल्हाम हुआ है? इल्हाम क्या है वो? नहीं यार तुम्हारी से हर बात। देखिए मैं आपसे फिर पूछता हूँ वाटर, मैंने आज तक आपको, आप जितनी गालियां मुझे देते रहे, मैंने जवाब में कभी आपको गाली दी है? मेरे काबरीन को गालियां नहीं दी हुई। कौन से काबरीन को? आप जितनी गंदी गालियां कभी किसी ने दी ही नहीं है। और कौन से काबरीन है आपके? भाई नाम तो ले लें आप वाटर साहब, क्या कर रहे हैं यार? सारे हमारे जमात के काबरीन को उनकी बीवियों को गंदी गालियां नहीं दी हुई। मैं एक स्टेटमेंट देता हूँ। आप तो बंदों से भी उतर के औरतों पर आ जाते हैं। भाई मैं एक स्टेटमेंट देता हूँ। मैंने कभी आपकी फैमिली की किसी औरत को गाली दी है? वाटर साहब क्यों इतनी अम्मा जान को हज़रत अम्मा जान को गालियां दी? वाटर साहब वालेकुम अस्सलाम। एक मिनट वाटर साहब, मैं आपसे दोबारा देखें एक बात पूछ रहा हूँ जी भाई, कि मैंने उन सबको गालियां इसलिए दी कि उन्होंने मुझे गालियां दी। क्या ये शरीफों का तरीकाकार है जो मैं कह रहा हूँ? जो आपका तरीकाकार है वो शरीफों का?
नहीं देखो मैं कह रहा हूँ कि मैंने उनको तब गालियां दी कि उन्होंने मुझे गालियां दी। मिलके ब्रॉड लगाई और आपने अहमदी औरतों को गंदी गालियां दी ओ ईसाइयों के साथ भाई मिलके। मैंने कोई गाली नहीं दी, जो मैं अभी बात कर रहा हूँ। जनाब जनाब यार मेरी अभी बात का जवाब दे दे। मैं ये कह रहा हूँ कि मैंने सारे मरजाइयों औरतों को इसलिए गाली दी कि उन्होंने मुझे गाली दी, पहले उन्होंने मुझे गाली दी। क्या मैं ये शरीफों वाला काम बंदों में किया? रखा करना भाई। मैंने ये अगर शरीफों तू वाला इतना काम किया? बंदा है और इतना बड़ा मुजाहिद है तो अपनी लड़ाई आदमियों तक रखा कर, तू औरतों यार में किधर देखो घुस जाता है? मैं बताता हूँ जब कोई मेरी माँ को गाली देगा तो मैं तो नुसरत जहाँ को गाली दूंगा, तो मैंने क्योंकि तो उसके नहीं ना तेरी माँ को गाली दी। तो यार तूने मैंने तो मेरे तुम्हारे सामने भी दी। तो कभी नहीं दी ना। मैं मुझे बहुत मेरी ज्यादा बात सुन। तूने पूरी ब्रॉड लगाई हुई थी उस ओ दिन। भाई तब हर तू अपनी हर ब्रॉड ना लगाता था। वाटर साहेब, ये तो खुद सबसे बड़ी औरत है। वाटर साहब हर ये तो खुद नफ्स सबसे बड़ी औरत है। सुबुल ओ यार सुबुल रही ताहिर तू बनकर मैं आता तेरी है। वो तू जो सुबुल मिर्जा साहब को ताहिर गालियां बनकर दी है आता मैं है। रिकॉर्डिंग चला दूंगा इधर तेरी। चुप कर, म्यूट कर, वरना खुदा की कसम रिकॉर्डिंग चला दूंगा जो मिर्जा साहब को गालियां दी हैं तूने। और तूने ये भी कहा था कि ये पागल थे मसीह मौत, कभी क्या लिखते हैं कभी क्या लिखते हैं, कभी कहते हैं मैं नबी हूँ कभी कहते हैं मैं नबी नहीं हूँ। वो रिकॉर्डिंग में मेरे पास पड़ी हुई है। चुप करके बैठ, मुझे वाटर से नहीं तो बात तुमने करने दे। बनने का शौक नहीं है, तुम्हें औरत बनने का शौक नहीं है, तुम सुम्बुल के नाम से नहीं आते हो आईडी आईडी अच्छा बनाने। मैं बताता हूँ औरत बनने का शौक उसको था जो कहता था कि भाई मैं गुरारे पहनता हूँ और मेरे पेट में बच्चा हो गया जो बेमंज़िला तफ़ाले अल्लाह है, या जो कहता रहा कि मैं 2 साल तक सिफत मरियम में पलता रहा और नशोनुमा पाता रहा और फिर 10 महीने का अमल जो खोती से ज्यादा ना था मुझे हो गया और मैं सितारे के रंग में खोती हुआ और फिर मैंने एक बच्चे को पैदा किया। औरत तो वो था। लानतुल्लाहि अलल काज़िबीन। और लानतुल्लाहि अलल काज़िबीन होता पागल आदमी। लानतुल्लाहि अलल काज़िबीन। पनाला बोलो पनाला। लानतुल्लाहि अलल काज़िबीन। अरे पनाला बोलो पनाला। साहब ने एक बड़ा अजीब बात कह दी है, मैं तो तब से सो नहीं सका हूँ। काज़मी साहब, ने कहा ये एक ड्रामा है, ड्रामा। काज़मी साहब इनसे बोले, ये जो काज़मी साहब इनसे बोले कि सबूत पेश करे, ये ओरल बातें ना करें। ये जिल्ली बरूजी के जो ड्रामेबाजी है बहुत बड़ी, जिल्ली बरूजी, इन्होंने ये बात कल कही है। मेरे रात से नींद नहीं आ रही कि एक बंदा इतना सच किससे बोल सकता है। ये जिल्ली बरूजी काज़मी साहब मैंने कहा था कि हज़रत साहब को, हज़रत मिर्ज़ा साहब को वही इल्हाम में सिर्फ नबी और रसूल कहा गया है, कोई ज़िल्ली बरूज़ी थोड़ी कहा गया। ये तो आप लोगों को समझाने के लिए या उस ज़माने के उलमाए दीन को समझाने के लिए ये अल्फाज, ये टर्म इस्तेमाल की मिर्ज़ा साहब ने। तो मैंने क्या गलत बोला? ये मेरा अकीदा है। अगर हम उनको नबी रसूल नहीं मानेंगे तो भाई आप में और हम में क्या झगड़ा रह गया? मुझे बताइए क्या झगड़ा रह गया? जब तक मिर्ज़ा साहब ने दावा नहीं किया था नबूवत का तब तक तो सब उनके पैर धो धो कर पीते थे, उनको बहुत अच्छा मनाजिर मानते थे, मुजद्दिद मानने को तैयार थे, मुहद्दिस मानने को तैयार थे। लेकिन जिस दिन उन्होंने दावा किया सब उनके खिलाफ हो गए। बिल्कुल उसी तरीके से जिस तरीके से नबी करीम सल्लल्लाहु अलैहि वसल्लम ने दावा किया तो सब उनके खिलाफ हो गए थे। उससे पहले सब उनको सादिकुल अमीन मानते थे। काज़मी साहब मेरा अकीदा वही है, ज़िल्ली बरूज़ी सब ड्रामा है। ये सब सिर्फ आप लोगों को या उलमाए दीन को समझाने के लिए मिर्ज़ा साहब ने ये टर्म इस्तेमाल की थी। जज़ाकल्लाह हसन जज़ा। लेकिन देखें तमीज़ के दायरे में तहज़ीब से बात करेंगे तो इंशाल्लाह आगे बात चलेगी। जज़ाकल्लाह। बात यह है कि हमने कहा था कि जिल्ली बरूजी एक ड्रामेबाजी है और आप मिर्ज़ा कादियानी साहब को वैसा ही नबी मानते हैं जैसा 1,24,000 पैगंबर आए हैं। ये आपने बात कही थी या नहीं कही थी? सिर्फ इतना बता दे, हाँ या ना में। बिल्कुल 200% मेरी यही बात थी। ठीक हो गया। तो फिर मैंने जिल्द नंबर 18 निकाली, सफ़ा नंबर 216 निकाली और मैंने वहाँ पर पढ़ के ये बात सुनाई कि अब इस तहरीर से मेरी मुराद ये है कि जाहिल मुखालिफ मुझ पर ये इल्ज़ाम लगाते हैं कि मैंने दावा नबूवत या रिसालत किया हुआ है। जो शरारत के साथ और जहालत की बुनियाद पर ये इल्ज़ाम मुझ पर लगावे वो नापाक और झूठा है। मैं सिर्फ इस सूरत में नबी और रसूल हूँ जिस सूरत में बरूज़ी तौर पर, ठीक है। तो मिर्ज़ा साहब की बात को आपने बिल्कुल 360 डिग्री मोड़ दिया। तो आप ना सिर्फ जाहिल मुखालिफों की लिस्ट में आ गए हैं, आप नापाक ख्याल हैं, शरारती हैं और आप झूठे भी हैं मिर्ज़ा साहब के मुताबिक। तो आपको ये तमगा मुबारक हो, बहुत शुक्रिया। जवाब सुन लें
काज़मी साहब जवाब सुन लें। देखें काज़मी साहब, मिर्ज़ा साहब ने जो टर्म इस्तेमाल करी थी ज़िल्ली बरूज़ी की, ये सिर्फ उस ज़माने के उलमाए दीन को समझाने के लिए इस्तेमाल की थी। अगर उन्होंने कहा कि जाहिल मुखालिफ मुझे समझते हैं, तो जाहिल मुखालिफ उस ज़माने के मौलवियों को कहा था, उलमाए दीन को कहा था। अगर मुझे बताइए कहीं भी किसी भी इल्हाम में अल्लाह ताला ने उनको जितने भी इल्हाम वही किए, बेशक सच्चे थे वो इल्हाम, उनमें कहीं उनको कहा कि तुम ज़िल्ली रसूल हो, ज़िल्ली नबी हो? डायरेक्ट नबी और रसूल कहा गया है आज़ाद साहब को, आज़ाद मिर्ज़ा साहब को। तो जो ज़िल्ली बरूज़ी सिर्फ समझाने के लिए कहा गया था, पहली बात। और किधर है वो इल्हाम किधर है? रहील वो कहाँ है इल्हाम जिसमें यार सारे रल के आ जाओ, सारे रल के आ इसका जाओ। मतलब है समझाने के लिए, मिर्जा साहब ने समझाने के लिए सारे ड्रामेबाजी रल के की थी ना, ये बात तो दुरुस्त हो गई फिर ना। देखें राहिल साहब, देखें अपने ऊपर भी जुल्म ना किया करें, अपने ऊपर भी जुल्म ना किया करें और हमारे ऊपर भी जुल्म ना। मेरी बात तो खत्म होने दो। एक मिनट ठहरें यार, मेरी बात तो जिल्द खत्म नंबर होने दो। 18 सफा नंबर, एक मिनट ठहरें, जिल्द 18 सफा 216 आपको फिर पेश कर लेने दें, ताकि मुझे लगता है मैं उसमें से ना एक दो बातें शायद भूल गया हूँ। मुझे आप बात एक करने मिनट देंगे ना, फिर आप पेश कर लेना ना। मेरी नहीं, बात आप खत्म नहीं हुई थी। कीजिएगा, आप कीजिएगा, लेकिन ये सुन लें, ये सुन लें, सिर्फ इतनी सी बात सुन लें, उसके बाद आप जो चाहेंगे आप बोलेगा। आपका मौकफ है कि मिर्जा साहब बिल्कुल उसी तरह से नबी हैं जिस तरह से 1,24,000 पैगंबर आए, राइट? बिल्कुल दुरुस्त फरमाया। राइट। अब सुने, बस रुक जाए, अब सुने। और आपने ये भी कहा कि ज़िल्ली बरूज़ी सिर्फ एक ड्रामेबाजी है, यह आपने कहा। अच्छा, अब सुने जी इस बात को। कहते हैं जी यार 218 नंबर सफ़ा सी, हाँ तक आप ढूंढ लें, मैं अपनी बात कंप्लीट कर लेता हूँ। नहीं आप ना करें, अभी रुक जाएं आप। चले फिर मैं वेट कर लेता हूँ, फिर आप अपनी बात कंप्लीट कर लें। नहीं वेट ना करें, मौका दीजिएगा, खुल गया मेरे भाई, मुझे पूरी बात करने का मौका दीजिएगा। हाँ ये देखें आ गया मेरे सामने, आ गया मेरे, आ गया सामने। और कहते हैं जी अब इस तमाम तहरीर से मतलब मेरा ये है कि जाहिल मुखालिफ मेरी निस्बत इल्ज़ाम लगाते हैं कि ये शख्स नबी या रसूल होने का दावा करता है। मुझे ऐसा कोई दावा नहीं। मैं इस तौर से जो वो ख्याल करते हैं ना नबी हूँ ना रसूल हूँ। हाँ, मैं इस तौर से नबी और रसूल हूँ जिस तरह से अभी मैंने बयान किया है। बस जो शख्स मेरे पर शरारत से ये इल्ज़ाम लगाता है, जो दावा नबूवत और रसालत का करते हैं, वो झूठा और नापाक ख्याल है। तो आप एक तो शरारती हैं, जाहिल मुखालिफ हैं और झूठे और नापाक ख्याल हैं आप। मुझे बरूज़ी सूरत ने नबी और रसूल बनाया है, जिसको आपने कहा ड्रामेबाजी, या मिर्ज़ा साहब कह रहे हैं कि मैंने वो ड्रामेबाजी की, और इसी बिना पर खुदा ने बार बार मेरा नाम नबी अल्लाह और रसूल रखा। मगर बरूज़ी सूरत में मेरा नफ्स दरमियान नहीं है, बल्कि मोहम्मद सल्लल्लाहु अलैहि वसल्लम से है। इसी लिहाज से मेरा नाम मोहम्मद और अहमद है। पास नबूवत और रसालत किसी दूसरे के पास नहीं गई, मोहम्मद की चीज़ मोहम्मद के पास रही। खाकसार मिर्ज़ा गुलाम अहमद अज़ कादियान 1901। जज़ाकल्लाह। आप काज़मी साहब मेरी पूरी बात सुन लीजिएगा कान खोलकर। मेरा अकीदा क्रिस्टल क्लियर है कि मिर्ज़ा साहब अल्लाह के सच्चे नबी हैं। जिस तरह 1,24,000 कमों पेश पैगंबर गुजरे, अगर वो नबी नहीं होते आपको और हमारा कोई झगड़ा नहीं था। वैसे ही ना, कोई झगड़ा। यार सुन लो ना यार काज़मी, ये तो गलत बात है ना, आप अपनी बात पूरी करते हो, मेरी नहीं सुनते हो यार। देखो मेरा मैंने बताया ना कि मेरा क्रिस्टल क्लियर है कि नबी हैं वो रसूल हैं, क्योंकि वही इल्हाम में उनको नबी रसूल कहा गया। कोई ज़िल्ली बरूज़ी ये सारी ड्रामेबाजी है, मैं मानता हूँ, मेरा ये अकीदा है। मिर्ज़ा साहब ने अगर ये लफ्ज़ इस्तेमाल किया तो उस ज़माने के उलमाए दीन को समझाने के लिए किया था। अच्छा पहली बात। उसके साथ साथ अगर आप ज़िल्ली बरूज़ का अकीदा भी देखेंगे ना, मिर्ज़ा साहब ने ये टर्म इस्तेमाल किया, तो अल्लाह ताला खुद कुरान में ये कॉन्सेप्ट देता है ज़िल बरूज़ का। कुरान में मुझे बात कंप्लीट करने देना। अल्लाह ताला 4 जगह कहता है कि ये अकीदा पेश करता है, एक कॉन्सेप्ट पेश करता है, सॉरी, कि आदम को हमने अपनी सूरत पे पेश किया, पहला। उसके बाद अल्लाह कहता है ए पैगंबर ये कंकरियाँ तुमने नहीं हमने फेंकी, दूसरा। तीसरा अल्लाह ताला कहता है कि बैत रिजवान पे आपके हाथ पे हमारा हाथ था, तीसरा। चौथा कि इनसे कह दो ए पैगंबर, इनसे कह दो कि हज के मौके पर, यह आयत सूरह हज की आयत है
کہ جس طرح مجھے اسی طریقے سے یاد کرو جس طرح اپنے باپ دادا کو یاد کرتے تھے کہ اللہ تعالیٰ خود کانسیپٹ پیش کرتا ہے قرآن میں ذل و بروز کا. اب مجھے ان چاروں یہ مثالیں میں نے پیش کی ہیں، اس کے توڑ میں آپ کیا مجھے پیش کریں گے کہ تعبیلات کریں گے؟ کیونکہ اپنے لیے تو آپ پنچر لگا لیں گے، اپنے لیے تو پنچر لگا لیں گے، تعبیلات کے لیے تعبیلات سمجھ میں آ گیا. تعبیلات کریں گے. اب دیکھیں ہم جاہل مخالف ہیں یا نہیں ہیں؟ بالکل جاہل مخالف ہیں، اس زمانے کے مولوی جاہل مخالف ہیں. سنیں ہمارا مرزا صاحب کے بارے میں کیا یہ خیال درست نہیں ہے کہ انہوں نے نبی ہونے کا دعویٰ کیا ہوا ہے؟ مطلب اصلی والا ذلی بروزی نہیں، انہوں نے نبی ہونے کا دعویٰ کیا ہوا ہے، نبی اور رسول ہونے کا دعویٰ کیا ہوا ہے. یہی ہمارا ہے نا موقف مرزا صاحب کے بارے میں. قاضی صاحب جو مرزا صاحب نے دعویٰ کیا نا یہ خاصوں کے لیے تھا، عاموں کے لیے بھائی ہاں یا نہ میں بھائی ہاں یا نہ میں جواب دیں. ایسے نہ کریں ہم ہیں جاہل مخالف ہیں. سن لو ہم جاہل مخالف ہیں. 10 سیکنڈ بولنے دیں نا، 10 سیکنڈ بولنے دیں. آپ سے میں نے سوال کیا ہے، آپ کا موقف آ گیا، میرا بھی موقف آ گیا. اب صرف اور صرف جواب یس اور نو میں نہیں ہوتا نا، واضح کرنا ہے. ایسا ہی ہوتا ہے ادھر ہمارے ہاں، ایسا ہی ہوتا ہے. آپ کے ہاں جلیبیاں نکلتی ہیں، ہمارے ہاں چیز کو سیدھا کان سے پکڑا جاتا ہے، کم از کم پکڑ لیا جاتا ہے. کم از کم 10 سیکنڈ دیں قاضی. ہمارے ہاں جلیبی نکالنا منع ہے ایسے معاملات میں. صرف اتنا بتا دیں، میں صرف سوال وہی میرے سوال کا جواب آپ 10 سیکنڈ تو دیں نا جب میرا سوال ختم ہوگا. کم از کم 10 سیکنڈ آپ کو ملیں گے. صرف اتنا بتا دیں کہ ہم جو جاہل مخالف ہیں، میں اپنی بات کرتا ہوں، میں جو ایک جاہل مخالف ہوں مرزا صاحب کا، میں یہ مرزا صاحب کے بارے میں موقف رکھتا ہوں کہ انہوں نے حقیقی نبی ہونے کا دعویٰ کیا ہے، یعنی کہ وہ والے انبیاء کی صورت جو حضرت آدم سے لے کے حضرت محمد صلی اللہ علیہ وآلہ وسلم تک جو انبیاء کی اقسام آئیں، ان قسموں میں سے کسی قسم کا دعویٰ مرزا صاحب کا ہے. یہ میرا موقف ہے. کیا میرا موقف اور آپ کا موقف ایک جیسا ہے یا آپ کا موقف مختلف؟ بتائیں. آپ کا موقف بالکل درست ہے، کیونکہ مرزا صاحب نے کافی جگہ یہ کہا ہے کہ اگر ابراہیم کو دیکھنا ہے یا عیسیٰ کو دیکھنا ہے یا کسی اور بھی پیغمبر کو دیکھنا ہے مجھے دیکھ لو. کیونکہ مرزا صاحب نے میرا موقف اور آپ کا موقف ایک ہے. میرا موقف درست ہے یا نہیں ہے یہ چھوڑ دیں. آپ کا موقف درست ہے نا. اچھا تو میں صرف اتنا، آپ وہی بات کر رہے ہیں بار بار. میں آپ سے پوچھ رہا ہوں کیا میرا موقف جو مرزا صاحب کے بارے میں ہے وہی موقف آپ کا بھی مرزا صاحب کے بارے میں ہے؟ بالکل وہی موقف ہے مرزا صاحب کے بارے میں. تو بھائی پھر مرزا صاحب کہتے ہیں کہ اگر میری کوئی شامت کرے گا، ایک منٹ سن لینا بات بھی کریں گے. اب نتیجہ نکالیں. ایسا نہ کریں رحیل صاحب. نہیں رحیل صاحب دیکھیں، چھوٹی چھوٹی بات کرتے ہیں. تو بھائی اگر میں یہ موقف رکھ کے جاہل مخالف تو مجھے چھوٹی بات بھی نہیں کرنے دے رہے نا، اور ناپاک ہو سکتا ہوں، چھوٹی بات بھی نہیں کرنے تو دے رہے. آپ بھی یہ عقیدہ رکھ کے شرارتی، جھوٹا اور مطلب جاہل اور ناپاک آپ کیسے نہیں ہوئے؟ یہ کیا بات ہوئی کہ ایک موقف آپ رکھیں وہی موقف میں رکھوں، میں ناپاک جاہل اور ایسے ہو گیا اور آپ نہ ہوئے؟ یہ کون سی فیکٹری میں بنتی ہے اس طرح کی بات؟ ذرا یہ سمجھاتے ہیں ہمیں بس. اچھا آپ کیا کہہ رہے ہیں کہ جاہل ناپاک آدمی پیغمبر نہیں بن سکتا؟ آپ یہ کہنا چاہ رہے ہیں؟ بھائی میں یہ بات نہیں کہہ رہا، میں کہہ رہا ہوں مرزا صاحب نے ان لوگوں کو جاہل مخالف کہا ہے، شرارتی کہا ہے، ناپاک کہا ہے اور جھوٹا کہا ہے. جو لوگ ان پر یہ الزام لگاتے ہیں کہ انہوں نے جو دعویٰ کیا ہے وہ نبی اور رسول ہونے کا کیا ہے، ویسا ہی نبی اور رسول ہونے کا دعویٰ جیسا حضرت آدم سے لے کے حضرت محمد صلی اللہ علیہ وسلم تک انبیاء آتے رہے. یہ کہتے ہیں جو یہ مجھ پر الزام لگاتا ہے وہ جھوٹا ہے، ناپاک ہے، شرارتی ہے، جاہل ہے. اچھا سن لیں، آپ نے کہا کہ میرا اور آپ کا موقف درست ہے دونوں کا. آپ بھی ان کو 1,24,000 پیغمبروں کی طرح مانتے ہیں. تو سوال یہ ہے، اب آپ کا موقف آ چکا ہے. میرے بھائی جواب بھی سنتے ہیں، تقریر ہی کرنی ہے کیا؟ صرف اتنا بتا دیں کہ یہ ساری باتیں کر کے مرزا صاحب مجھے تو جاہل، شرارتی، جھوٹا تو کہیں، جھوٹا اور ناپاک کہیں. آپ کو کیوں نہیں یہ چیز پہنچتی؟ آپ کیا کوئی آپ نے شیلڈ پہنی ہوئی ہے؟ او میرے بھائی جواب تو سن لیے. بنیان پہنی ہوئی آپ نے کہ آپ کو یہ باتیں نہیں لگیں گی؟ بتائیں، اس کا مطلب آپ جاہل ہیں، شرارتی ہیں، جھوٹے ہیں اور ناپاک ہیں. مانے کہ آپ بھی جواب نہیں سننا. اب دیکھو ڈاٹ لگا کے رکھنا میری بات کمپلیٹ جب تک نہ ہو جائے. مرزا صاحب نے اگر نبوت کا دعویٰ نہیں کیا ہوتا نا، غیر مستقل نبی کا دعویٰ نہیں کیا ہوتا، تو مرزا صاحب کبھی بھی یہ نہیں فرماتے کہ اگر میری جو شادمیت کرے گا وہ 1,24,000 کی شادمیت کر رہا ہے. وہ اپنے آپ کو نبی سمجھتے تھے نا.
बेशक नबी समझते थे, और हमारा भी हमारा भी ये पॉइंट ऑफ व्यू मैं कह चुका हूँ। मेरा क्रिस्टल क्लियर अकीदा ये है कि मिर्ज़ा साहब एक नबी थे, अल्लाह के सच्चे नबी थे, जितना पिछले नबी गुजरे हैं। अच्छा, अगर आप अभी खोल सकते हैं 1899 मतलब 1889 का अगर मकतूब खोलेंगे, उसके अंदर मौलवी नूरुद्दीन साहिब ने फरमाया कि मिर्ज़ा साहब अब मसीह का दावा कर दें और दमिश्क की हदीस को साइड में रख दें। तो मिर्ज़ा साहब की सच्चाई देखें, ये मिर्ज़ा साहब की सच्चाई थी। मिर्ज़ा साहब ने कहा इस आजिज़ को इस बात की कोई हाजत नहीं है कि वो नबूवत का दावा करे या मसीह का दावा करे, लेकिन अल्लाह ताला अगर किसी को आजमाइश में डालता है तो इंसान को आजमाइश में पूरा उतरना चाहिए। ये मिर्ज़ा साहब की तहरीर है, अगर आप खोल सकते हैं, मैं तो ट्रैवल कर रहा हूँ, अगर आप खोल सकते हैं तो वो खोल लें। मखदूब अहमद है 180-89 मिर्ज़ा साहब ने ये लिखा है कि फिर हम इब्तिला से बच ना पाएंगे, कि मुझे इस बार याद है। तो आप इस यहाँ पर भी झूठ बोल रहे हैं। अच्छा, मेरा सवाल ही कतन नहीं है। देखें, मैंने आपके कोई बात खत्म नहीं करने देते आप, बात खत्म यार राहिल साहब, ऐसे नहीं होता, ऐसे नहीं होता। आप ना असल में देखिए तफसीलात, ना उसके बाद बिलाल भाई आपसे बात करेंगे, मलक बिलाल भाई बात करेंगे आपसे। मेरी बात सुने गौर से, अब मेरी बात गौर से सुने। मैंने आपसे कोई तफसील नहीं मांगी, कोई एक्सप्लेनेशन नहीं मांगी, कोई तौजीह नहीं मांगी, कोई वजह नहीं मांगी। मैंने ये नहीं पूछा कि मिर्ज़ा साहब ने ऐसा क्यों कहा, क्या तुम ये मानते हो। ये आपने एक बात रखी, मैंने एक बात रखी, उसके अंदर मिर्ज़ा साहब का मौक़िफ़ बड़ा क्लियर है। वो कहती है जो जाहिल मुखालिफ हैं, शरारती हैं, नापाक और झूठे लोग हैं, वो ये इल्ज़ाम लगाते हैं कि मिर्ज़ा साहब ने ये दावा किया है, जो कि आप वही साबित करने के लिए मुझे दलाइल दे रहे हैं। मुझे दलाइल देने की ज़रूरत ही नहीं है, मैं आपकी बात से मुत्तफ़िक हो गया। हम यही कहते हैं कि मिर्ज़ा ग़ुलाम क़ादियानी साहब ने यही दावा किया है कि वो वैसे ही नबी हैं जैसे हज़रत ईसा नबी थे, वैसे ही नबी हैं जैसे हज़रत हारून थे, वो वैसे ही नबी हैं, यही बात। लेकिन मिर्ज़ा साहब कहते हैं कि मेरा ऐसा दावा नहीं है, और जाहिल मुखालिफ कहते हैं। अब सवाल ये पैदा होता है कि मैं इस बात को मान कर जाहिल मुखालिफ ठहरा, आप भी फिर जाहिल मुखालिफ हो ना मिर्ज़ा साहब, या नहीं हुए? सिर्फ इसमें आपके लिए नबूवत का क्या मयार है? आप मौजूदा मांगते हैं, आप मौजूदा मांगेंगे नबूवत का क्या मयार है आपके लिए काज़मी? आप मौजूदा मांगेंगे नबी होने का? मयार की बात आप तौर के जरा इनसे बात करें यार, ये जाहिल मुखालिफ है मिर्ज़ा साहब के, मेरी तरह के, तो शरारती भी हैं, झूठे भी हैं, नापाक भी हैं। इसलिए मैं बता दूं आपको, जिल्द नंबर 18 सफ़ा नंबर 216 के मुताबिक इनके अकायद खबीस हैं। ऐसा करे ना, सारे रल आ जाए, सारे रल के पै जाओ। ਉਹ ਤੁਹਾਨੂੰ ਕਿਉਂ ਰਲ ਕੇ ਪੈਣਾ? ਸਵੇਰੇ ਤੁਹਾਡੇ 4 ਮੁਰੱਬੀ ਚਰਬ ਜ਼ਬਾਨ ਮੁਰੱਬੀਆਂ ਦਾ ਪੁਤਲਾ ਸਾ ਉੱਤੇ ਰਹਿ ਗਿਆ, ਅਸੀਂ ਕਿਉਂ ਪੈਣਾ? दूसरी ब्रॉड की बात नहीं करें यहाँ पर, बहरीन बंदा बन जा, दूसरी ब्रॉड की बात ना यार कर। तैਨੂੰ ਸਾਡੀ बोली नहीं आउंदी। अगर आप महाजिर हैं, दुत्कारे हुए हैं हिंदुस्तान से, आपको हमारी जुबान नहीं आती, अपनी जुबान में बात करें, उर्दू में गुफ्तगू कर लें। पाकिस्तान का बच्चा बन दुत्कारे हुए नहीं है, हमने पाकिस्तान बनाया था, लेकिन अब वो पाकिस्तान रहने के काबिल नहीं रहा तो हम निकल गए वहाँ से। अब वो पाकिस्तान रहने के काबिल नहीं रहा तो हम वहाँ से निकल गए, लेकिन पाकिस्तान हमने बनाया था भाई। आपने कहाँ से बनाया? आप क्योंकि हमने हिजरत की थी अपनी। अच्छा बहरीन सुन लो, अगर महाजिरों को आप दुत्कारे हुए कह रहे हो तो भाई मक्का से मदीना किसने हिजरत की थी? मक्का से मदीना किसने हिजरत की थी? मक्का से मदीना किसने हिजरत की थी? तुम ਇਹੀ ਮਰਜ਼ਈਏ ਤੇ ਕਿ ਜਦੋਂ ਤੁਹਾਨੂੰ ਤੁਹਾਡਾ ਖਾਲੀ ਸ਼ੀਸ਼ਾ ਵਿਖਾਓ ਤੇ ਤੁਸੀਂ ਅੰਬੀਆ ਤੇ ਭੌਂਕੋ, ਤੁਹਾਡਾ ਧੰਦਾ ਹੈ ਇਹ। ਉਹ ਤੁਸੀਂ ਤੇ ਮਰਜ਼ਈ ਜਿੱਥੇ ਗੁਰਦਾਸਪੁਰ ਪਾਕਿਸਤਾਨ ਦਾ ਹਿੱਸਾ ਬਣ ਸਕਦਾ ਸੀ, ਤੁਸੀਂ ਉੱਥੇ ਵੀ ਹਰਾਮਜ਼ਦਗੀ ਕਰਕੇ ਆਪਣਾ 2% ਅਲੱਗ ਸ਼ਨਾਖਤ ਸ਼ੋ ਕਰਕੇ ਗੁਰਦਾਸਪੁਰ ਜਿਹੜਾ ਹੱਥੋਂ ਗਵਾਇਆ। ਉਹੋ ਹੀ ਰੋਡ ਕਸ਼ਮੀਰ ਨੂੰ ਜਾਂਦਾ, ਕਸ਼ਮੀਰ ਹੱਥੋਂ ਗਵਾਇਆ। ਤੁਸੀਂ ਤੇ ਮੁਸਲਮਾਨਾਂ ਦੀ ਕੰਧ ਦੇ ਅੰਦਰ ਹਮੇਸ਼ਾ ਛੁਰਾ ਘੋਪਿਆ। ਕਿਸੇ ਮਰਜ਼ਈ ਕੋਲ ਦਾ ਜਵਾਬ ਹੈ ਵੇ ਕਿ ਤੁਸੀਂ 2% ਆਪਣੇ ਮੁਸਲਮਾਨਾਂ ਕੋਲੋਂ ਅਲੱਗ ਸ਼ਨਾਖਤ ਕਿਉਂ ਕਰਵਾਈ, ਜਿੱਥੇ 51% 51% ਮੁਸਲਮਾਨਾਂ ਨੂੰ ਮੈਜੋਰਿਟੀ ਦਾ ਹਿੱਸਾ ਬਣਾ ਕੇ ਗੁਰਦਾਸਪੁਰ ਹੱਥ ਆ ਸਕਦਾ ਸੀ, ਤੁਸੀਂ 2% ਅਲੱਗ ਸ਼ਨਾਖਤ ਨਾ ਕਰਦੇ ਤਾਂ ਅੱਜ ਉਹ ਪਾਕਿਸਤਾਨ ਦਾ ਹਿੱਸਾ ਹੁੰਦਾ ਗੁਰਦਾਸਪੁਰ। ਇਹ ਸਵਾਲ ਮਿਰਜ਼ਾ ਨਾਸਰ ਬੇਗ ਕੋਲੋਂ ਵੀ ਹੋਇਆ ਕਿ ਉਸ ਵਕਤ ਤੁਸੀਂ ਆਪਣੇ ਆਪ ਨੂੰ ਆਖਿਆ ਕਿ ਅਸੀਂ ਇਹਨਾਂ ਦੇ ਆਦ ਦੇ ਮੁਸਲਮਾਨ ਨਹੀਂ, ਸਾਡੇ ਅਕਾਇਦ ਮੁਖਤਲਿਫ ਨੇ, ਸਾਡਾ ਇਸਲਾਮ ਮੁਖਤਲਿਫ ਹੈ, ਸਾਡਾ ਇਹ ਲਾਸ਼ ਮੁਖਤਲਿਫ ਹੈ, ਅਸੀਂ ਦਿਨ ਇਹ ਲਾਸ਼ ਤੇ ਕਾਇਮ ਹਾਂ। ਇਹ ਕਿੰਨੇ ਸ਼ੋਅ ਕਰਵਾਏ?
اور اج آ کے مرزائی کہتے ہیں کہ انہوں نے بڑی مثبت سوچ رکھی ہے پاکستان سے، یہ صرف اور صرف جھوٹ ہے، یہ دل خوش کرنا سے تے جے تینوں ساڈی بولی نہیں آندی تے کیوں بولنا، کیوں پنجابی نو خراب کرنا؟ بے شرم لوگ کہتے ہیں انہوں نے بنایا، دنیا گواہ ہے شاید جی، ایویڈنس موجود ہے کہ صرف اور صرف پاکستان دے خلاف کام کرنے والے یا پاکستان بنن دے خلاف جو لوگ ہیں سن، دو ہی قوماں نے، ایک حرامزادہ افغانی نے اور ایک تسی حرامزادے۔ ایسے بے شرم تسی لوگ ہو جدی ہاتھ کوئی کہندے اسی بنایا سی، اسی پاکستان کہو اسی پاکستان تواڈے تے بشیر تے اپنے ہاتھ دے لکھی ہے کہ اسی کوشش کریں گے کہ توبہ استغفار جڑا انی شہادت کے بعد سانو ملک لبیا ہے وہ واپس اسی ہندوستان دے پیرا دے اندر رکھیے۔ ایسے کو بے شرم بغیرت جڑا سواتوں شاہ صاحب نے کیتا ہے تسی جواب دیتا وہ دا جواب تسی نہیں دو گے، تواڈے سے موت ہے، جس طرح کہاں سے دھوپ دے ٹائم شیشہ موت ہے نا، اس طرح مرزا قادیانی دا اقتباس تواڈے سے موت ہے۔ اے دیکھو ہن واٹر اے الفاظ جڑا تو لکھیا ہے سارے استاد دے نال ہن اسے کہہ سکنے ہیں نا کہ مسرورہ خنزیر کتنے وے، اے گانا ہے نا، یعنی تو گال کڈی ہے تو گال نہیں سی، وہ لفظ تے طرف پلٹایا ہے مرزا قادیانی دے اصول دے مطابق تو گال ہو بے شرم تسی لوگ۔ اچھا بحرین بتاؤ غلط بات کس نے سٹارٹ کی تھی؟ میں نے کی تھی، آپ نے کی تم نے سٹارٹ کی، تم نے کی ہے۔ یار دیکھو بحرین، اگر تم انبیاء کی توہین کرو گے، اگر آپ بحرین میری بات سنو، بحرین میرا جھگڑا نہیں ہے، ذاتی جھگڑا کسی سے نہیں ہے، سن لو ذاتی جھگڑا میرا کسی سے بھی نہیں ہے یار، آپ سن لو نا، نہ پاکستان کے خلاف بات کرنی ہے نہ ہی انبیاء نہیں کر رہا پاکستان کے خلاف، بھائی ہم بھی پاکستانی ہیں، کرنی آپ کی زبان نہیں ہے جناب آپ اردو میں بات یار بحرین، ہم بھی پاکستانی ہیں الحمدللہ، پاکستان کے خلاف بات نہیں کر رہا، بات آپ نے غلط کی تھی، آپ نے کہا دھتکارے ہوئے ہیں انڈیا سے، یار انڈیا سے جو ہم لوگ یہاں پر ہجرت کر کے آئے تھے نا پاکستان میں، تو مہاجر تھے، مہاجر نے ہی پاکستان بنایا تھا، لیکن اب وہاں پر قانون ایسے بن گئے ہیں کہ ہمارے رہنے کے قابل نہیں رہا وہ ملک، اس لیے ہم نے وہاں سے بھی ہجرت کر لی۔ اگر آپ مہاجروں کو غلط بولیں گے تو میرے بھائی ہر نبی رسول نے ہجرت کی تھی بحرین، یہ بات چھوڑ دو، اس لیے مہاجروں کو غلط نہیں بولو، اب مجھے بول سکتے ہو، اب مجھے بولو، احمدی جماعت کو بولو، جس کو بولنا ہے بولو۔ جس شخص نے اپنا منہ خود ہی کالا کیا ہو، مجھے کیا کرنے کی ضرورت ہے اس کے لیے؟ منہ کیوں کالا کیا ہوا تمہارا تو تم نے تو خود لال چڈی پہنی ہوئی ہے، اب تم نے تو اپنا پورا سبھی کچھ کالا کیا ہوا ہے، لال چڈی پہنی ہوئی ہے، میں نے کب لال، لیکن تمہاری تو شکل کالی ہے، کیوں؟ وجہ کیا ہے اس کی؟ کیوں تمہارا منہ کالا کیا گیا؟ یار یہ بات کریں گے یار، یہ بات کرنے کے قابل ہی نہیں ہے، خلیفہ کاظمی صاحب اگر آپ نے بات کرنی ہے تو کر لیں بھائی، نہیں تو پھر میں سائلنٹ ہو جاتا ہوں۔ جناب کاظمی صاحب نے جو آپ کو اقتباس دیا، آپ کے پاس جواب ہے اس کا؟ کہ مرزا صاحب نے کہا ہے کہ میرا تو دعویٰ نہیں، جاہل مخالف مجھ پہ الزام لگاتے ہیں، کیوں آپ الزام سے لگاتے میری ہیں مرزا بالکل صاحب پہ؟ کلیئر بات ہو رہی تھی، کاظمی صاحب سے میری بات بہت اچھی ہو رہی تھی کہ میرا عقیدہ ہے، میرا یہ عقیدہ ہے کہ مرزا صاحب کو نبی مانتا ہوں، ذلی برودی سب ڈرامے بازی ہے، اور یہ اس وقت کے علماء دین کو سمجھانے کے لیے مرزا صاحب نے یہ لفظ استعمال کیا تھا۔ کاظمی صاحب کو میں 4 مثالیں دی، یہ صحیح بات آپ نے کی کاظمی کہ صاحب ضدی کو 4 بروزی ڈرامے مثالیں دی۔ بازی ہے اچھا سن لینا، جو آپ سن لوگوں تو نے لو، بنائی 4 ہوئی مثالیں ہے۔ میں نے دی تھی، میں نے 4 مثالیں دی تھی کاظمی صاحب کو جو قرآن سے پیش کہاں کی سے؟ تھی، کاظمی صاحب نے ایک کا بھی جواب نہیں دیا، کاظمی صاحب نے کون ایک کا سی بھی مثالیں جواب آپ نے نہیں پیش دیا، کی؟ ہو قرآن سے میں نے سکتا ہے پیش وہ کی تھی۔ مصروف ہوں گے، پہلی مثال آرام سن سے لیں، بات اب کرو، سن لیں، آپ کو دے دیتا ہوں، مثال رکھ لو جو، ہاں جی بولو۔ آپ کو مثال دے دیتا ہوں میں 4، آپ میرے کے لیے ایک کا بھی جواب ہاں دے جی دینا مجھے، میں نے کاظمی صاحب کو بھی دی تھی، کاظمی صاحب نے ایک کا بھی جواب نہیں دیا۔ دیکھیں پہلی مثال یار یہ ہے، خالی میری روتے میوٹ رہو گے لگائیں، لڑکیوں کی طرح یا مثال میوٹ رکھو گے؟ لگائیں نا، میوٹ لگائیں نا، میوٹ تو لگائیں، اور یار بولو کیا مثال ہے آپ کے پاس؟ یار آواز ریپیٹ ہو رہی ہے، میوٹ لگا لیں۔ پہلی مثال میں نے یہ دی تھی، پہلی مثال کہ اللہ تعالیٰ کہتا ہے آدم کو ہم نے اپنی صورت پہ پیدا کیا، دوسری مثال یہ دی کہ اے نبی یہ کنکریاں ہم نے، آپ نے نہیں ہم نے ماری، تیسری مثال میں نے یہ دی تھی کہ بیت رضوان پر آپ کے ہاتھ پر ہمارا ہاتھ تھا، چوتھی مثال میں نے یہ دی تھی سورہ حج کی کہ جس طرح اپنے باپ دادا کو یاد کرتے ہو اسی طریقے سے مجھے یاد کرو، اللہ فرماتا ہے قرآن میں۔ 4 مثالیں میں نے دی تھی، کانسیپٹ یہ اللہ قرآن میں خود دیتا ہے، تو اس سے کیا ثابت ہوتا ہے؟ ایک کی بھی مثال دو، ایک کی بھی مثال دے، اس ایک کا بھی جواب دے دو نا، اس سے کیا آپ ثابت پنچر ہوتا لگا لو، ہے؟ اس سے کیا آپ ثابت ہوتا پنچر ہے؟ لگا لو، آپ پنچر لگا لو، آپ پنچر لگا لو، تعویل کر لو۔ یعنی کتے والا منہ لے کے اتنے آ گئے ہیں، سننی تو ہے نہیں، اس تو کی ثابت ہوتا ہے؟
ਲਾਨਤ ਪਾਏਗਾ ਉਸ ਬੰਦੇ ਤੇ ਜਿਹੜਾ ਕਹੇ ਕਿ ਇਸ ਆਇਤਾਂ ਦੇ ਅੰਦਰ ਤੌਬਾ ਨੌਜ਼ ਬਿल्ला अल्लाह ताला ने रसूल खुदा ਨੂੰ खुदा बना छड़े। मिर्ज़ा कादियानी ने लिखे कि बहुत पेशन गोइयों में रसूल खुदा को खुदा कह के पुकारा गया। मन्ना फिर ਇਹ ਤੁਹਾਡੀ ਜਿਹੜੀ ਖੁਦਾ ਸ਼ਨਾਸੀ ਮਿਰਜ਼ਾ ਕਾਦੀਆਨੀ ਨੇ ਕੀਤੀ ਹੈ, ਮੰਨਣਾ ਉਹਨੂੰ ਜਾਂ ਨਹੀਂ ਮੰਨਦਾ? ਇਹਦਾ ਜਵਾਬ ਦੇ ਦੇ। मतलब आपने जवाब नहीं देना किसी भी, मैंने 4 महीने में मिसालें दी अल्लाह ताला कॉन्सेप्ट पेश करता है कुरान में, उसका मैं जवाब नहीं देना आपने। ਅੱਛਾ ਮੈਂ ਤਾਂ ਮਸਰੂਫ ਸਾਂ ਤੇ ਚੈੱਕ ਕਰਿਓ ਬਹਰੀਨ ਸਾਹਿਬ ਇਹਦਾ ਮੂੰਹ ਕਿਨੇ ਕਾਲਾ ਕੀਤਾ ਇਹਦਾ। ਬਹਰੀਨ ਸਾਹਿਬ ਇਹਨੇ ਫੋਟੋ ਲਾਈ ਏ ਜ਼ਹੀਲ ਨੇ, ਇਹਦੇ ਦਾ ਮੂੰਹ ਕਾਲਾ ਤੁਹਾਂ ਕੀਤਾ। इन्हों बहरीन साहब किथे टुट गए? काला होया है इनका अल्लाह की तरफ से काला है ना, जब लानत पड़ जाती है तो मुंह काला ही हो जाता है। अच्छा ये देख लो जितना भी शरीफ बंदा पकड़ के लेके आ जाओ, दोनों के मुंह काले हुए हुए, इनका तीनों के मुंह काले हुए हुए, जितना भी शरीफ बंदा पकड़ के लेके आ जाओ और वो कहे कि मुझे मोहम्मद सल्लल्लाहु अलैहि वसल्लम से बहुत मोहब्बत है और मैं बहुत हुब रखता हूँ नबी पाक सल्लल्लाहु अलैहि वसल्लम से, और मिर्जा साहब को उनके बराबर नहीं मानता, लेकिन जब ये इनके पास दलील नहीं होगी ना बात करने के लिए तो सीधे नबी पाक सल्लल्लाहु अलैहि वसल्लम की शातमियत पर जाएंगे। इनका शरीफ तरीन बंदा पकड़ लो, इनका यही वतीरा है। सही है, हर बंदा इनका शातम है। इनके मुंह काले तो अल्लाह ने किए हुए है ना, अल्लाह के सच्चे नबियों को ये, अल्लाह के सच्चे नबियों पर ये भौंकते हैं, बकवास करते हैं। हज़रत ईसा अलैहिस्सलाम पर मिर्ज़ा कादियानी ने जो बकवासियात लिखी है उनकी नानियों दादियों पर, सही है, इनके मुंह तो अल्लाह ने ही काले कर दिए हैं अली भाई, और इनके काले ही रहेंगे। और साथ ही इसने तस्वीर भी चेंज कर दी है, इसने देखिए तस्वीर चेंज कर दी है, तस्वीर चेंज कर दी है। जब मैं बोला ना मुंह काला हुआ तो तस्वीर चेंज कर दी उसने। नहीं अब आप लोग भी चलो ना, शर्म नहीं आती आप लोगों को जब मात मिर्ज़े की हो रही है, आपके मुंह भी तो काले हुए हैं। आप नबी पाक सल्लल्लाहु अलैहि वसल्लम को कहां लेकर क्यों लेकर आते हो दरमियान में? एक मिनट मलिक साहब एक मिनट, बहरीन साहब देखो मैं आख्या था मुंह किने काला किया है, देखो ने तस्वीर फटाफट चेंज कर ली है। बहरीन साहब मैं अगे तुहानू आख्या भी ये मुंह एदा काला तुसां कीता है। नहीं नहीं मैं नहीं फिर भी काला ही रहेगा भाई, काले नजर आ रहे, इनका काला ही रहेगा। वो ये मुझे पहली वाली नजर आ रही है, इसने किया है लेकिन वो ही नजर आ रही है अभी। मलिक भाई मेरे को भी काला ही नजर आ रहा है, मसला ये है ये हाँ फिर काला हो गया, सारे काला हो गया, काला शिया नहीं, ये मुंह काला करवाते हुए पकड़ा गया है। आपका मुंह भी काला है बहरीन, आपका मुंह भी काला है। नहीं जनाब अल्हम्दुलिल्लाह मैंने तो नहीं किया ना अपना मुंह काला। अब आप बताएं आराम से बात करेंगे या नहीं करेंगे? जो आपने आयतें पढ़ी यार मैं तो आराम इससे क्या से साबित बात कर होता रहा है? था, मैं तो आराम से ही बात कर रहा था, लेकिन आप लोगों ने बदतमीजी शुरू कर दी। मैं काज़मी साहब से बात कर रहा था, वो तो चले गए। आप लोगों को बदतमीजी इन्होंने शुरू की है या तुमने किया? मैं सुन रहा था, किसने किया बदतमीजी शुरू? आपकी तुम्हें तरफ वो से शुरू हुई बदतमीजी सर, आपकी लगती तरफ नहीं, असल में पता क्या है, तुम्हारी ट्रेनिंग ऐसी है आराम कि से तुमको वो बदतमीजी लगती नहीं। आराम से बात हो रही थी, लेकिन तुम्हारे वो बहरीन ने गलत दीन बात का की। हिस्सा मलिक है, साहब, तुम्हारे ईमान का वो हिस्सा है जो तुम करते हो ना, जो तुम मलिक हल्के साहब, अल्फाज मलिक बोलते साहब, हो नबी पाक सल्लल्लाहु अलैहि वसल्लम के लिए। अब बात सुन लो, नबी पाक सल्लल्लाहु अलैहि वसल्लम के मलिक लिए तुम साहब, जो हल्के अंबिया के लिए, हजरत ईसा अलैहि सलाम के लिए जो हल्के अल्फाज तुम बोलते हो ना, वो तुम्हारे दीन का हिस्सा है, तुम्हारे ईमान का हिस्सा है। जो मिर्जा साहब ने तुम्हें पढ़ाया वो बोलते हो, तुम्हें वो शातमियत लगती नहीं। अच्छा सुनोगे, हमें वो शातमियत लगती है। जवाब सुन लो, तो तुम इस जवाब तो हिसाब सुन से लो बिल्कुल अपनी मलिक जगह साहब, सच्चे हो। मलिक साहब जवाब तो सुन लो। मलिक साहब मेरी और काज़मी साहब से बहुत अच्छी बात हो रही थी, बहरीन साहब बीच में आए, उन्होंने महाजिरों को बुरा भला बोलना शुरू कर दिया। अब मैं जवाब नहीं दूंगा उसका, काज़मी साहब को मैं जवाब नहीं दूंगा उसका, बताया मुझे। दिया तुमने कौन सा तुमने लाजवाब कर दिया उनको? मेरी काज़मी साहब से बहुत अच्छी बात हो रही कुछ थी। करते थे तुम कहाँ जाते थे? काज़मी साहब भाई बहरीन यार करो बात इससे यार, ये अल्लाह माफी दे मरज़इयों से ना
ਮੇਰੀ ਬਾਤ ਮੈਨੂੰ ਨਹੀਂ ਹੋ ਚੁੱਕਣਾ ਸਕਦੀ ਚੁੱਕ ਮੇਰੇ ਕੌਣ ਬਾਤ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਇਸ ਲਾਂ ਤੈਨੂੰ ਕੌਣ ਚੁੱਕਣ मेरा एक ਲੱਗਾ सवाल है राहील से। बहरीन भाई मेरा एक सवाल है ਇਸ राहील ਲਾਂ से। ਇਹਨੂੰ ਚੁੱਕੋ ਹੀ ਨਾ ਠੀਕ ਹੈ ਨਾ ਉਹਦੇ ਕੋਲ ਕੋਈ ਸਵਾਲ ਹੈ ਨਾ ਕੋਈ ਜਵਾਬ ਹੈ ਚਾਰ ਗੱਲਾਂ ਕੀ ਇਹਦੇ ਅੰਦਰ ਕੀ ਸਾਬਿਤ ਹੁੰਦੇ ਇੱਕ ਆਇਤ ਦੇ ਅੰਦਰ ਵੀ ਰਹੀਲ ਤੋਲੇ ਛੋਟਾ ਜਾ ਆਪਣੇ ਦਾਦੇ ਨੂੰ ਵੀ ਲੈ ਕੇ ਆ ਜਾ ਚਾਰ ਆਇਤਾਂ ਤੋਂ ਜ਼ਿਲ ਦਾ ਲਫ਼ਜ਼ ਹੀ ਵਿਖਾ ਦੇ ਲੇਕਿਨ ਲਫ਼ਜ਼ ਤੁਹਾਡੇ ਕੋਲ ਨਹੀਂ ਹੈ ਨਾ ਇਨ ਚਾਰ ਆਇਤਾਂ ਤੋਂ ਕੋਈ ਜ਼ਿਲ ਬਰੂਸ ਦਾ ਕਨਸੈਪਟ ਲੈ ਸਕਦਾ ਹੈ ਮਾਂ ਸਵਾਏ ਕੁਰਾਨ ਦੇ ਉੱਤੇ ਖਬਾਸਤ ਕਰਨ ਦੇ ਕੁਰਾਨ ਦੇ ਉੱਤੇ ਕਜ਼ਬ ਬਿਆਨੀ ਕਰਨ ਦੇ ਤੁਹਾਡੇ ਲੋਕਾਂ ਦੇ ਕੋਲ ਹੋਰ ਕੱਖ ਨਹੀਂ ਹੈ ਇਹ ਮਰਜ਼ੀ ਦਾ ਧੰਦਾ ਹੈ ਅਲੇ ਮੈਂ ਤੁਹਾਨੂੰ ਅਗਰ ਪੁੱਛ ਲੈਣਾ ਕਿ ਜਿਹੜੀ ਕੁਰਾਨ ਦੇ ਉੱਤੇ ਨਾ ਇਹਨਾਂ ਨੂੰ ਅਰਬੀ ਆਂਦੀ ਹੈ ਨਾ ਇਹਨਾਂ ਨੂੰ ਤੂੰ ਦੇਖ ਕੇ ਪੜ੍ਹਨਾ ਕੁਰਾਨ ਪਾਕ ਆਂਦਾ ਹੈ ਸਹੀ ਹੈ ਨਾ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਨੂੰ ਸਹੀ ਅਦਾ ਕਰ ਸਕਦੇ ਨੇ ਔਰ ਕਿਸਬ ਕਰਦੇ ਨੇ ਕੁਰਾਨ ਪਾਕ ਤੇ ਨਾਉਜ਼ ਬਿਲlah ਅਸਤਗਫਿਰullah ਵੱਡਾ ਵਿੱਚੋਂ ਫਨੀਅਰ ਸਭ ਜਿਹੜਾ ਕੱਢਿਆ ਕੁਰਾਨ ਤੇ ਹਦੀਸ ਤੇ ਇਹਨਾਂ ਤੇ ਪਿਓ ਦਾਦੇ ਦੇ ਜੰਮਣ ਤੋਂ ਵੀ ਪਹਿਲੇ ਦੀ ਹੈ ਉਹਨੂੰ ਮਿਰਜ਼ੇ ਦੀ ਕਿਤਾਬ ਨਹੀਂ ਲੱਭਣ ਲੱਗੀ ਡਾਕਟਰ ਨੂੰ ਸਿਰ ਅਲ ਖਲਾਫਾ ਦਾ ਕਿਤਾਬ ਦਾ ਨਾਂ ਵੀ ਦੱਸ ਰਹੇ ਹਾਂ ਨਾਲ ਸਫਾ ਵੀ ਦੱਸ ਰਹੇ ਹਾਂ ਉਹਨੂੰ ਫੇਰ ਨਹੀਂ ਲੱਭਣ ਲੱਗੀ ਇਹਨੇ ਜਿਹੜਾ ਹੁਣ ਕਜ਼ਬ ਬਿਆਨੀ ਕੀਤੀ ਹੈ ਕੁਰਾਨ ਕਰੀਮ ਫੁਰਕਾਨ ਹਮੀਦ ਦੇ ਉੱਤੇ وہ خاص ہے کسی مفسر نے نوزل تے بروز دے کنسپٹ چ لکھا وہ حرام زادے مرزا قادیانی نے توبہ نعوذ باللہ ایڈا وڈا جھوٹ بنیا انہیں کہ توبہ استغفار اے دے اندر رسول خدا نو خدا بنا چھڑیا اے دا جواب اے دے کول ہے وی ید اللہ فوق ایدیہم دے آیت جڑی لکھ کوڈ کردا ہے کہ اللہ تعالی نے توبہ استغفار رسول خدا نو خدا بنایا تے مندا ہے اس خدا شناسی نو جڑی مرزا قادیانی نے انہاں نو دتی ہے جواب نہیں آئے گا مرزیاں دا عقیدہ سب تو زیادہ مشرکانہ اور کفریانہ ہے کیونکہ اے خدا وحدہ لا شریک دی عبادت نہیں کرتے اے جھوٹے خدا بنا کے عبدالیلاش خدا دے پتر بنا کے او دی عبادت کرن دے قائل نے کلمہ توحید دے اندر مرزا قادیانی نو شامل کر دے نے درود شریف دے اندر اللہم صلی علی محمد و علی محمد دے اندر اے مرزا قادیانی ਨੂੰ ਸ਼ਾਮਿਲ ਕਰਦੇ ਨੇ ਤਹਰੀਨ ਭਾਈ ਮੈਨੂੰ ਇਹ ਦੱਸੋ ਹਾਂ ਜੀ ਜੀ ਭਾਈ ਅੱਲਾ ਨੂੰ ਅਸੀਂ ਮੰਨਦੇ ਆ ਆਪਣਾ ਖੁਦਾ ਮੰਨਦੇ ਆ ਅੱਲਾ ਮੰਨਦੇ ਆ ਤੇ ਅਸੀਂ ਬੱਚਿਆਂ ਦੇ ਨਾਂ ਅਬਦੁੱਲਾ ਵੀ ਰੱਖਦੇ ਆ ਠੀਕ ਹੈ ਇਹ ਅਬਦੁਲ ਯੁਲਾਸ਼ ਆਪਣੇ ਬੱਚਿਆਂ ਦਾ ਨਾਂ ਕਿਉਂ ਨਹੀਂ ਰੱਖਦੇ ਇੱਥੇ ਇੱਕ ਮਰਜ਼ਈ ਹੈ ਮੌਲਾ ਬਸ ਨਾਂ ਦੀ ਉਹਦੀ ਆਈਡੀ ਹੈ ਤੇ ਮੈਂ ਕਿਹਾ ਤੁਸੀਂ ਇਹ ਲਾਸ਼ ਤੋਂ ਚਿੜਦੇ ਕਿਉਂ ਕਹਿੰਦਾ ਨਹੀਂ ਅਸੀਂ ਤੇ ਨਹੀਂ ਚਿੜਦੇ ਬਲਕਿ ਤੂੰ ਤੇ ਮੈਨੂੰ ਕਿਹਾ ਅਬਦੁਲ ਯਲਾਸ਼ میں کہ ٹھیک ہو گیا عبدالیلاش میں نے دوسری دفعہ تیسری دفعہ کہہ دیا انہیں منو گانا دینا شروع کر سکتا میں کہہ لیتے تو آکھیا ہے کہ تو منو چڑھانا سے کہہ رہے ہیں میں کہ تو آپ ہی آکھیا منو عبدالیلاش کہہ لے منو فخر ہوئے گا کہ تیسری دفعہ تو سن نہیں سکتے مفسر نہیں ملک طلت وہ کہہ رہا سی لا شریک لاہو تو جڑا ہے نا یہ لاش ہے ہاں ٹھیک ہو گیا اسی کہنا تسی مندے ہو نا کہ یا لا شریک ہے ختم من لگو کہ تسی عبدالیلاش بحرین کاظمی کی ایمبولنس بن کے آیا ہے کاظمی کی ایمبولنس بن کر آ گیا بحرین شرم کرو تھوڑی کاظمی کو بات کرنے دو بھائی اگر موجود ہو نا تو اس کو ایک رگڑا پھیر ہی دو میں تو کہتا ہوں اسی آرام سے گل کر رہے ہیں وہ پونکی جا رہے ہیں یہ اس کے بعد کیا کہنا ہے اس میں میرے پاس اتنا فضول ٹائم نہیں ہے کہ میں اس کی بکواس کا جواب دوں یار کاظمی صاحب ہماری کتنی اچھی بات ہو رہی تھی نا کاظمی صاحب کتنی اچھی بات ہو رہی تھی یہ بیچ میں آپ کی ایمبولنس بن کے آیا اس نے بدتمیزی شروع کی غلط بات کی اسے غلط جواب ملا تو پھر اسے ایمبولنس دی ضرورت مرزا قادیانی سے نہ چکے یار جو بھی موڑ چک رہا ہے اچھی محفل دے اندر بکواس کر رہے ہیں مرزائیاں دی ایمبولنس دی ضرورت مرزا قادیانی نو سی ٹھیک ہے نا پٹھانا تو نسل سے وہ ایمبولنساں منگاندا سی انہیں کسی نے پوچھا تو مناظرہ نہیں کرتا وہ کہندا نہیں یار نال پٹھان لے کے آندا یعنی دعوے توبہ استغفار نبی ہوندے نے تے ڈر انہوں پٹھانا کونوں لگے ایسا لعنتی کردار پایا گیا بحرین بھائی جی میرا ایک سوال ہے آپ سب بھائیوں سے آپ نے کبھی زندگی میں قرآن میں کہیں دیکھا ہے کہ یونس علیہ السلام نے پیشگوئی کی ہو کہ 3 دن میں عذاب آئے گا کوئی آیت آپ کے سامنے سے گزری ہے نہیں بلکہ اے شے ملدی ہے کہ اللہ تعالیٰ نے جدو آکھیا کہ اگر عذاب آئے گا اور انہوں نے توبہ کر لی اللہ تعالیٰ نے عذاب چک لے ٹھیک ہے اینی گفتگو ہوئی ہے
ਅਗਰ ਹੁਣ ਮਿਰਜ਼ਾ ਕਾਦੀਆਨੀ ਦੀ ਹਰਾਮਜ਼ਾਦਗੀ ਛੁਪਾਉਣ ਸੇ ਇਹਨਾਂ ਨੂੰ ਨਬੀਆਂ ਤੇ ਭੌਂਕਣਾ ਹੀ ਰਹਿ ਗਿਆ ਹੈ ਤੇ ਫਿਰ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਨਾ। ਜਦੋਂ ਜਿਹੜਾ ਇਹਨਾਂ ਬੰਦਿਆਂ ਨੇ ਤਹਈਆ ਕਰ ਲਿਆ। यार आमिर खंजीर को बुलाएं, हमारा दिल नहीं लग रहा उसके बगैर। आमिर ਨਹੀਂ ਤੇਰਾ ਪਿਓ ਤੇ खंजीर ਇੱਥੇ ਹੈ ਹੀ ਨਹੀਂ। ਉਹ बुला ਖੰਜ਼ੀਰ ਦੇ ਬੱਚੇ, ਉਹ ਮਸਰੂਰ ਖੰਜ਼ੀਰ ਦੇ ਬੱਚੇ, ਤੇਰਾ ਪਿਓ ਤੇ ਇੱਥੇ ਹੈ ਹੀ ਵਾਟਰ ਨਹੀਂ। ਜਿਹੜਾ ਨਾ ਵਾਟਰ, ਇਹਦੇ ਤੇ ਗੁੱਸਾ ਨਾ ਕਰਿਆ ਕਰੋ, ਇਹ ਅਬੂ ਦਾਰਸ ਦੇ ਵਿੱਚੋਂ ਨਿਕਲਿਆ ਵਾਟਰ ਹੈ। ਜਿਹੜਾ ਆਪਨੇ ਕਿਹਾ ਸੀ ਨਾ ਆਪਣਾ ਮਿਰਜ਼ਾ ਗੁਲਾਮ ਕਾਦੀਆਨੀ ਨੇ ਬਈ ਅਬੂ ਦਾਰਸ ਜਿਹੜਾ ਇਹ ਅੱਲਾ ਮਾਫੀ ਦੇ, ਹੁਣ ਮੈਂ ਇੱਥੇ ਬੱਚੀਆਂ ਥੱਲੇ ਔਰਤਾਂ ਨਾਲ ਸੌਂਦੀਆਂ ਹੁਣ ਅਰਬੀ ਚ ਜਿਹੜਾ ਅਬੂ ਦਾਰਸ ਕਿਹਨੂੰ ਕਹਿੰਦੇ ਨੇ, ਸਹੀ ਹੈ। ਇਹ ਅਬੂ ਦਾਰਸ ਦੇ ਵਿੱਚ ਜਿਹੜਾ ਵਾਟਰ ਨਿਕਲਦਾ ਨਾ ਮਹੀਨੇ ਬਾਅਦ, ਸਹੀ ਹੈ, 1 ਮਹੀਨੇ ਬਾਅਦ ਨਿਕਲਦਾ, ਚੰਦ ਚੰਦ ਨਿਕਲਦਾ ਹੈ, ਇਹ ਉਹ ਵਾਟਰ ਹੈ। ਆ ਖੰਜ਼ੀਰਾ ਹੁਣ ਕਰ ਗੱਲ। ਮਿਰਜ਼ਾ ਖੰਜ਼ੀਰ ਦੇ ਮਸਰੂਰ ਖੰਜ਼ੀਰ ਦੇ ਸੇ ਗੱਲ ਹੀ ਨਹੀਂ ਕੀਤੀ। ਲੇਕਿਨ ਤੂੰ ਇਹਨੂੰ ਬੜਾ ਤਕਲੀਫ ਹੈ। ਅਸਲ 'ਚ ਤਕਲੀਫ ਇਹਨੂੰ ਹੈ ਵੇ ਕਿ ਕੱਲ ਇੱਕ ਅਹਿਮਦੀ ਖਾਤੂਨ ਆਈਆਂ ਸਨ, ਮੁਜਾਹਿਦਾ ਖਤਮ ਨਬੂਵਤ ਸਨ। ਉਹਨਾਂ ਨੇ ਆਖਿਆ ਕਿ ਬਈ ਇਹਨਾਂ ਦੀਆਂ ਜਿਹੜੀ ਬਾਜੀਆਂ ਨੇ ਨਾ, ਉਹ ਖੈਮੇ ਦੇ ਅੰਦਰ ਖਲੀਫੇ ਨੂੰ ਘੇਰਾ ਪਾਉਂਦੀਆਂ ਨੇ। ਦੁਪੱਟਾ ਕਿੱਥੇ ਹੁੰਦਾ ਹੈ, ਸ਼ਲਵਾਰ ਕਿੱਥੇ ਹੁੰਦੀ ਹੈ, ਤੇ ਖਲੀਫਾ ਫਿਰ ਤਬਰਕਾਤ ਦਿੰਦਾ ਜਾਂਦਾ ਹੱਥ ਲਾ ਕੇ ਸਨਾਲ ਜਿਨਸੇ ਦੇ। ਉਹ ਆ ਕੇ ਉਹਨੇ ਜਿਹੜਾ ਗੱਲ ਹੁਣ ਪਬਲਿਕ ਹੋ ਗਈ ਹੈ ਤੇ ਆ ਕੇ ਹੁਣ ਗਾਲਾਂ ਦੇਣ ਲੱਗਾ। ਵਾਟਰ ਮੈਂ ਕੱਲ ਵੀ ਸਵਾਲ ਕੀਤਾ ਸੀ, ਸਾਨੂੰ ਜਵਾਬ ਦੇ ਕਿ ਵਾਕਈ ਸਹੀ ਗੱਲ ਹੈ ਕਿ ਤੁਹਾਡੀਆਂ ਬਾਜੀਆਂ ਖਲੀਫਾ ਨੂੰ ਘੇਰਾ ਪਾਉਂਦੀਆਂ ਨੇ। ਉੱਥੇ ਖੈਮੇ ਦੇ ਅੰਦਰ ਲਜਨਾਤ ਦਾ ਜਿਹੜਾ ਖੈਮਾ ਲੱਗਦਾ ਹੈ ਉਹਦੇ ਅੰਦਰ ਕੰਮ ਹੁੰਦਾ ਤੇ ਉਹ ਤੁਹਾਡੀ ਬਾਜੀਆਂ ਵੀ ਪੇੜੇ ਚੈੱਕ ਕਰਾਉਂਦੀਆਂ ਨੇ ਖਲੀਫਾ ਸਾਹਿਬ ਨੂੰ ਕਿ ਤੇਰਾ ਛੋਟਾ ਤੇ ਤੇਰਾ ਵੱਡਾ। ਖਲੀਫਾ ਸਾਹਿਬ ਫੜ ਕੇ ਚੈੱਕ ਕਰਦੇ ਨੇ ਜਾਂ ਉਹਨਾਂ ਦੀ ਨਜ਼ਰ ਉਹ ਉਕਾਬਾਰ 7000 ਫੀਟ ਤੋਂ ਜਿਹੜਾ ਦੇਖ ਲੈਂਦਾ ਉਹ ਵਾਲੀ ਨਜ਼ਰ ਹੈ ਉਹਨਾਂ ਦੀ ਕਿ ਦੋਨੋਂ ਦੱਸਦੇ ਨੇ ਤੇਰਾ ਪੇੜਾ ਸਹੀ ਹੈ, ਤੇਰਾ ਛੋਟਾ ਹੈ, ਤੇਰਾ ਵੱਡਾ। ਇਹਦਾ ਜਵਾਬ ਹੈ ਵੇ ਬਟ यार ऐसे बेशरम लोग। हिदायत मिलती है। नफ्स लवामा क्या है? नफ्स लवामा वो ਦੇ ਸਕਦੇ ਹੋ ਤੇ ਦੇ ਦੇਵੋ। ਹਾਂ ਸਾਨੂੰ ਗਾਲਾਂ ਕੱਢ ਆ ਕੇ ਮੁਸ਼ਕਿਲ ਨਹੀਂ ਹੈ, ਉਸਤਾਦ ਨੂੰ ਗਾਲ ਕੱਢਣੀ। ਪਤਾ ਨਹੀਂ ਤੁਹਾਡੇ ਲੋਕਾਂ ਦਾ ਬੰਨਾ ਕੀ। ਹੁਣ ਚੰਗਾ ਰਿਹਾ ਮਸਰੂਰ ਦਾ ਪੈਂਪਰ ਲਵਾ ਕੇ, ਹੁਣ ਚੰਗਾ ਰਿਹਾ। ਹਿਸਾਬ ਲਓ, ਉਹਦਾ ਨਾਂ ਰੱਖਿਆ ਖਲੀਫਾ। ਖਲੀਫਾ ਦਾ ਹਾਲ ਹੈ ਵੇ। ਔਰ ਇਹ ਵਾਟਰ ਦੀ ਮੈਨੂੰ ਲੱਗਦਾ ਸੱਕੀ ਭੈਣ ਹੈ ਜਿਹੜੀ ਉਹ ਤੋਤੇ ਵਾਲਾ ਲਤੀਫਾ ਖਲੀਫਾ ਨੂੰ ਸੁਣਾਉਣ ਲੱਗੀ ਹੈ। ਉਹ ਇਹ ਤੋਬਾ ਇਸਤਗਫਾਰ ਹੈ। ਮੈਂ ਕਹਿਣਾ ਕਿ ਉਸ ਮਰਜ਼ਈ ਤੇ ਵੀ ਮੈਂ ਕਹਿਣਾ ਮਾਸ਼ਾਅੱਲਾ ਮਾਸ਼ਾਅੱਲਾ ਕੰਮ ਹੈ ਕਿ ਜਿਹੜਾ ਆਪਣੀ ਜਨਾਨੀ ਨੂੰ ਇਜਾਜ਼ਤ ਦਿੰਦਾ ਹੈ ਕਿ ਖਲੀਫੇ ਨੂੰ ਤੋਤੇ ਵਾਲਾ ਲਤੀਫਾ ਸੁਣਾ, ਇੰਨਾ ਗੰਦਾ ਲਤੀਫਾ ਸੁਣਾ। ਔਰ ਉਹ ਖਲੀਫਾ ਵੀ ਮੈਂ ਕਹਿਣਾ ਲਾਨਤ ਹੈ ਇਹੋ ਜਿਹੇ ਖਲੀਫਾ ਤੇ ਜਿਹੜਾ ਉਹਦਾ ਤੋਤੇ ਵਾਲਾ ਲਤੀਫਾ ਸੁਣਨ ਲੱਗਾ। ਔਰ ਹੈਰਾਨਗੀ ਇਹਨਾਂ ਦੇ ਉੱਤੇ ਵੇ ਕਿ ਆਪਣੀਆਂ ਜਨਾਨੀਆਂ ਸਾਲਾਨਾ ਜਲਸੇ ਦੇ ਉੱਤੇ ਤੀਸਰੇ ਦਿਨ ਖਲੀਫਾ ਦੇ ਨਾਲ ਮਸ ਕਰ ਰਹੇ ਨੇ। ਤੌਬਾ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਤੁਹਾਡਾ ਤਾਲੁਕ ਦੀਨ ਇਸਲਾਮ ਦੇ ਨਾਲ ਨਹੀਂ, ਦੀਨ ਯਲਾਸ਼ ਦੇ ਨਾਲ ਹੈ। ਔਰ ਜ਼ੂ ਮਾਨੀ ਗੁਫ਼ਤਗੂ ਕਰਨੀ, ਆਪਣੀ ਬੱਚਿਆਂ ਨੂੰ ਤਾਲੀਮ ਦੇਣੀ ਹੀ ਮਰਜ਼ੀ ਹੈ। ਕਸਰ ਖਬਾਸਤ ਦੇ ਅੰਦਰੋਂ ਜਿਹੜੀਆਂ ਔਰਤਾਂ ਗੱਭਣ ਹੋਈਆਂ ਉਹਨਾਂ ਨੇ ਆ ਕੇ ਤੁਹਾਡੇ ਜਿਹੇ ਹਰਾਮਜ਼ਾਦੇ ਨੁਤਫੇ ਬਾਹਰ ਚੁੰਮੇ ਜਿਹਨੂੰ ਤੁਸੀਂ ਬਾਇਸੇ ਸਾਦਤ ਸਮਝਦੇ ਹੋ। ਇਹ ਬਾਇਸੇ ਲਾਨਤ ਹੈ। ਜਿਹੜੀ ਮਿਰਜ਼ਾ ਕਾਦੀਆਨੀ ਨੇ ਨਮਾਜ਼ ਤੇ ਕਹਿਣਾ ਗਲਤ ਹੈ। ਇਬਾਦਤ ਇਹ ਲਾਸ਼ ਦੇ ਅੰਦਰ ਖੁਸ਼ੂ ਖਜ਼ੂ ਦੀ ਹਾਲਤ ਬਿਆਨ ਕੀਤੀ ਹੈ, ਜ਼ਿਨਾ ਦੇ ਨਾਲ ਤਸ਼ਬੀਹ ਦੇ ਕੇ ਉਹ ਆਪਣੀ ਬੱਚੀਆਂ ਨੂੰ ਪੜਾਓ ਔਰ ਕਹੋ ਕਿ ਤੁਹਾਡੀ ਇਬਾਦਤ ਦੀ ਸ਼ਬਾਹਤ ਜਿਹੜੀ ਹੈ ਉਹ ਜ਼ਿਨਾ ਦੇ ਨਾਲ ਹੈ। ਹਾਂ ਵਾਟਰ ਦੱਸ यार आमिर साहब किधर है यार? मेरी आमिर साहब से बात करवाओ। ਹੁਣ ਵੇਖਿਆ ਸਿੱਧਾ ਹੋ ਗਿਆ। ਹੁਣ ਗਾਲ ਨਾ ਦੇਈ। आमिर साहब से बात कराओ। तुम उन लोगों को काटना चाहते हो, तुम उनकी जगह लेना चाहते हो, तुम आमिर की जगह लेना चाहते हो मेरे दोस्त की। मैं वाटर फेयर कह रहा
5 ਮਿੰਟ ਹੁਣ ਵਾਟਰ ਹੋ ਕੇ ਰਹੀ ਹੈ ਇਨਸਾਨ ਨਾ ਦਾ ਪੁੱਤਰਬਾਨ ਇਨਸਾਨ ਦਾ ਪੁੱਤਰਬਾਨ ਮੈਨੂੰ ਪਤਾ ਹੈ ਤੂੰ ਵਾਟਰਲੂ की करता होता है आस्तीन के सांप हो तुम लोग। ये ना तुम मेरे दोस्त वाटरलू की जो है जगह ना लेना वाटरलू चाहते एक क्लब में जो काम करता था ये वहां पर ना वो चढ़ाता था औरतों को ना क्या मैं यहाँ नहीं नहीं मलिक साहब मुश्किल नहीं अगर गल नहीं करनी खिलाफ वाकई से गल नहीं करेंगे जी वाटर साहब साडा एक सवाल है अगर तुसी जवाब देना मुनासिब हो। समझो जी मैं तो सिर्फ आमिर नजीर से बात करता हूँ। आ जाएंगे ना नजीर जनाब किधर है? और जब तक तुम नहीं लोग मेरे आएंगे दोस्त साथ की नाल जगह गुजारा लेना कर लो चाहते हो। तुम खत्म नबूवत के बिल्कुल मुजाहिद नहीं तो मारना चाहते हो, खत्म करना चाहते नहीं हो, ऐसे भी उसकी दुकान मुजाहिद पे वो कब्जा बड़े करना मुजाहिद ने चाहते ऐसी छोटे मुजाहिद हैं। नहीं ऐसे हो। नहीं तुम करना चाहते छोटे मुजाहिद नहीं हो, तुम आस्तीन के सांप हो। तुम मेरे दोस्त की अच्छा, जगह तो- लेना चाहते हो। तुम नहीं, ऐसे नहीं लेना सारे चाहते। शिया लोग मिलके मेरे भाभी दोस्त की जगह लेना चाहते हो। अच्छा यार बड़ा तुसी लोगों ने जोर लाया है लेकिन गल नहीं बनी की होया वजह की बनी है बिना किस चीज का जोर लगाया है? कि शिया सुनी फसाद हो जावे ठीक है ना मैं माइक म्यूट कर लिया उस्ताद एहतरामन ते तुसी लोगों ने चीख चिंगाड़ा पाया देखो की हो गया है शिया ने सुनिया दी मान लई वाबियां दी मान लई क्यों इस ये तरह करना काजमी जो है ये साजिश कर रहा है तुम्हारे साथ मिलके। तुम मेरे दोस्त की जगह लेना शाह- चाहते हो। तुम कभी कामयाब साहब नहीं जी- होगे। शाह साहब नु अल्लाह ताला ने जड़ा मुकाम दिता है उन्हां दी जगह कोई लै नहीं सकदा ओ ते आले अली दे तुम अंदर जगह लेना चाहते हो। ठीक है ना मैं नहीं लेना चाहता मैं तो हमेशा उनको दुआ लेना और हमेशा उन्हें दुआ देंदे भी नहीं बड़ी अच्छी ਹੁਣ तुम्हें दुआ सवाल ले दी है लेंगे। साहब साहब ने जो इतनी गंदी बातें तुम करते हो। माशाल्लाह अपने अम्मी मैं अब्बू केड़ी के मैं गंदी सामने भी ऐसी गंदी बातें करते हो तुम। केड़ी मैं गलत गल की तुम अपने अम्मी अब्बू के सामने भी ऐसी ही गंदी बातें करते हो। नहीं जिहो जे मर्जी दी असल में ना वाटर जो है ना वो गंदा वाटर है जो वहां से निकलता है ना अबू दारस से तो अरे ये अबू सीधी बात दारस नहीं ने करेगा। अब्बू को बुला यार, तेरा अबू दारस देख मेरा लेना दोस्त है। एक भी बात ये सीधी नहीं करेगा क्योंकि ये अबू वहां से निकला दारिस हुआ वाटर है आमिर नजीर मेरा और ये दोस्त है, इन्हें नहीं बुलाओ। हर माह अबू दारस से निकलता है ना हर माह अबू दारिस आमिर नजीर नु बुलाओ हर माह जो है ना अबू दारस से निकलता है ये वाटर। यार तुसी कोई मेरे भी दोस्त सीधी में बात नहीं दुश्मन करेगा। है। कहता है कि मैंने ना किंग्स कॉलेज लंदन से ना झूठ मारने की जो है ना डिग्री ली हुई है। कहता मैं मिर्जा साहब से भी बड़े झूठ बोलता हूँ। नहीं बोला हाँ कसम नहीं बोला मलिक तुमने। ने हमारे दोस्त की जगह लेना चाहता है। अब हमें कहता अपने है दोस्त को बुलाने के लिए किंग्स कोशिश कॉलेज करनी है। लंदन से ना मैंने बकायदा झूठ मारने की डिग्री ली हुई है ये हमारे दोस्त की और जगह मास्टर लेना किया हुआ चाहते हैं। कहता मास्टर किया हुआ है। मलिक तुम समझ नहीं रहे, तुम सादे आदमी हो। इसीलिए इसने ना अपना नाम रख लिया था वाटर अबू दारस से निकला हुआ वाटर। ये तुम्हारे अबू वाटर- दारिस की जगह लेना चाहती है। वाटर गलत सुन यार अबू दारस मिर्जा अच्छा का है। अबू दारस था वो जहां से निकले थे ना ट्रेन की तरह। पहले उसकी मलिक बहन साहब- निकली फिर वो निकला। सही है मलिक वो साहब अबू इजाजत दारस दो वो उस वाले अबू दारस की बात कर रहे हैं हम। यार मैं तो वो आमिर मिर्जा साहब ने नजीर खुद अबू लिखा है दारिस अबू की दारस। बात कर रहे हो। अच्छा, तुम वाटर मेरे साहब, दोस्त की जगह इजाजत लेना दो चाहते हो। ओ यार ਤੁਹਾਡਾ ਬੰਦਾ सीट ਚੁੱਪ खाली ਕਰੇਗਾ आन ਤੇ ਮੈਂ ਕਰਾਂਗਾ ਨਾ। ਤੁਹਾਡਾ ਬੰਦਾ ਹੀ ਨਹੀਂ हाँ ਚੁੱਪ तेनों ਕਰੇਗਾ। किसी गल की तू अमर नजीर भाई दी हुन गल कोई इत्थे कीती ना तो फिर मैं तुम चंगा रगड़ा फेरांगा। आमिर नजीर मेरा दोस्त है, तुम उसकी जगह लेना चाहते हो। तुम उसको खुफिया हाँ तरीके चलो से इस तरह नहीं है क्या क्या साजिश कर कर बिछा रहे हो गला उसके खिलाफ। चवल ना मारिए हुन। मलिक साहब इन्हों बोलन दो जी ठीक है, करो वाटर करो साहब जी सवाल कर करो सकते जी। हैं। कातलाना हमला करना चाहते हो तुम। ठीक है वाटर साहब बंदे को खामोश हो गया ना मलिक साहब इजाजत है और सवाल करने दी। यार तुम्हारे पास कुछ चज का सवाल कभी हुआ है? चलो यार गंदा ही सवाल ले लो तुसी चंगा जवाब दे दिया जे। अच्छा जी, दो करो जी सवाल। वो सवाल करना जो अपनी अम्मी अच्छा, से भी कर ये सकते खातून हो। हाँ ठीक हो गया करो। ना साडी अम्मी तो अहमदी नहीं ना वो अहमदी खवातीन के मुतालिक सवाल नहीं नहीं, सवाल है हम ये। अपनी अम्मी से जो सवाल कर सकते हो ना वो करना फिर। ठीक हो गया जनाब उन सवाल सुन लोगे या नहीं? हाँ जी सुनाओ जी सवाल है सुनाओ। वे कि कल एक खातून आई हैं सन अच्छा खत्म नबूवत दी मुजाहिदा उन्होंने क्या कि भाई वो एक्स अहमदी ने ते अच्छा जी, जलसा कौन थी? सालाना नाम के क्या है तीसरे दिन उनका? जनाब सुनते लोगों क्यों नहीं सुनते? उन्होंने क्या तीसरे दिन जलसा सालाना दे उत्ते ਜਿਹੜੀਆਂ ਤੁਹਾਡੀਆਂ ਲਜਨਾਤ ਨੇ ਖਲੀਫਾ ਸਾਹਿਬ ਖੈਮੇ 'ਚ ਵਰਤੇ ਨੇ ਤੇ ਸਾਰੀਆਂ ਲਜਨਾਤ ਜਿਹੜੀਆਂ ਨੇ ਖਲੀਫਾ ਸਾਹਿਬ ਨੂੰ ਘੇਰਾ ਪਾ ਲੈਂਦੀਆਂ ਨੇ ਕੀ ਇਹ ਗੱਲ ਦਰੁਸਤ ਹੈ ਇਹ ਤੁਹਾਨੂੰ ਸ਼ਾਇਦ ਇਦਰਾਕ ਨਹੀਂ ਹੈ और नहीं भाई कि ये वाले वो सवाल अपने का आप मैं को जवाब खलीफा- जरूर खलीफा- दूंगा, लेकिन पहले खलीफा आमिर साहब को बुलाओ। मस्त कर दिए यार हाँ जी, सुनते लो। आमिर साहब को बुलाओ, खलीफा उनकी साहब के नाल मौजूदगी मस्त में कर देंगे दिया ना। ने ते एक खलीफा सीनियर साहब आदमी उन्होंने की पेड़े चेक कर मौजूदगी में देने देंगे यानी जवाब। एक यार सीनियर आदमी की वीडियो मौजूदगी देखिए में जवाब देंगे। कि खलीफा साहब जड़े ने लजनात दे पेड़े चेक करते ने कि तेरा छोटा तेरा बड़ा है
ਤੇ ਤੁਸੀਂ ਇਜਾਜ਼ਤ ਦਿੰਦੇ ਹੋ? ਜੀ ਤੁਹਾਡੇ ਖਮੀਨੀ ਸਾਹਿਬ ਤੁਹਾਡੀ ਸ਼ਾਮੇ ਗਰੀਬਾਂ ਇੰਜ ਚੈੱਕ ਕਰਦੇ ਨੇ ਤੁਹਾਡੀਆਂ ਬੁੜੀਆਂ ਦੇ ਪੇੜੇ? ਨਹੀਂ ਜਨਾਬ, ਸਹੀ ਹੋਇਆ ਕੋਈ ਇਹੋ ਹਾਂ ਜੀ, ਖਮੀਨੀ ਸਾਹਿਬ ਪੇੜੇ ਚੈੱਕ ਕਰਦੇ ਸਨ ਤੁਹਾਡੀਆਂ ਬੁੜੀਆਂ ਦੇ ਸ਼ਾਮੇ ਗਰੀਬਾਂ ਚ ਪੇੜੇ। ਵੀਡੀਓ ਤੇ ਮੌਜੂਦ, ਵੀਡੀਓ ਚ ਖਲੀਫਾ ਸਾਹਿਬ ਪੇੜੇ ਚੈੱਕ ਕਰ ਰਹੇ ਨੇ। ਹਾਂ ਹੁਣ ਦੱਸ, ਸੁਣ ਲਈਏ ਨਾ ਗੱਲ ਮੂੰਹ, ਤੂੰ ਸ਼ਰਾਫਤ ਨਾਲ ਨਹੀਂ ਬੰਦਾ ਸੀ। 1400 ਸਾਲ ਤੋਂ ਪੇੜੇ ਚੈੱਕ ਕਰਾ ਰਹੇ ਹੋ ਨਾ ਖਮੀਨੀਆਂ ਨੂੰ ਆਪਣੇ, ਹੈ ਸ਼ਾਮੇ ਗਰੀਬਾਂ। 100 ਸਾਲ ਹੋ ਗਿਆ ਨਾ ਖਲੀਫਾ ਖਾਮਸ ਨੂੰ। ਗੱਲ ਦੱਸ ਜ਼ਰਾ, 1400 ਸਾਲਾਂ ਤੋਂ ਪੇੜੇ ਚੈੱਕ ਕਰਾ ਰਹੇ ਹੋ ਨਾ ਸਾਰੇ ਸ਼ੀਏ ਆਪਣੇ? ਨਹੀਂ ਜਨਾਬ, ਅਸੀਂ ਤਾਂ ਨਹੀਂ ਚੈੱਕ ਕਰਾ ਰਹੇ, ਲੇਕਿਨ ਜਿਹੜੇ ਚੈੱਕ ਕਰਾ ਰਹੇ ਨੇ ਤੈਨੂੰ ਆ ਰਹੀ, ਉਹ ਜਿਹੜੇ ਚੈੱਕ ਕਰਾ ਰਹੀਆਂ ਨੇ ਉਹ ਤੁਹਾਡੀ ਮਰਜ਼ੈਨ ਭੈਣਾਂ ਨੇ, ਮਾਵਾਂ ਨੇ, ਧੀਆਂ ਨੇ, ਜਿਹੜੇ ਪੇੜੇ ਚੈੱਕ ਕਰਾਉਂਦੇ ਨੇ। ਤੇ ਖਲੀਫਾ ਖਾਮਸ ਪੜ ਕੇ ਦੱਸਦੇ ਤੇਰਾ ਛੋਟਾ ਹੈ, ਤੇਰਾ ਵੱਡਾ ਹੈ, ਤੇਰਾ ਕੜ ਕੇ ਤੂੰ ਸਹੀ ਨਹੀਂ ਬਣਾਈ ਤੇ ਤੂੰ ਸਹੀ ਬਣਾਈ ਹੈ। ਇਹ ਕੰਮ ਦਰੁਸਤ ਹੈ? ਕਿਹੜੇ ਦੀਨ ਦੇ ਮੁਤਾਬਿਕ ਤੁਸੀਂ ਕੰਮ ਕਰ ਰਹੇ ਹੋ? ਜਿਹਦੇ ਮੁਤਾਬਿਕ ਖਵਾਤੀਨ ਦੇ ਪੇੜੇ ਚੈੱਕ ਕਰਦੇ ਨੇ, ਇਹ ਕਿਹੜੀ ਸਮਝ ਨਹੀਂ ਆਈ। ਦੀਨ ਇਲਾਜ ਦੇ ਮੁਤਾਬਿਕ ਬਹਿਰੀਨ ਆਪਣਾ ਕੇ ਨਾਲ ਦਾ ਵਿਚਾਰਾ ਮੂੰਹ ਚ ਇੱਕ ਲਫ਼ਜ਼ ਕਰਦਾ, ਤੁਸੀਂ ਦੜਾ ਲਗਾ ਕੇ ਥੱਲੇ ਸੁੱਟਦੇ ਹੋ। ਜਦ ਤੱਕ ਬੰਦਾ ਨਹੀਂ ਬਣਦਾ ਇਹਨੇ ਸਾਨੂੰ ਡੰਗ ਮਾਰਨਾ, ਤਾਂ ਡੰਗ ਮੈਂ ਕੱਢ ਕੇ ਰੱਖਣਾ। ਪੱਪੂ ਸਾਹਿਬ ਯਾਦ ਹੈ ਮੈਂ ਕੀ ਕਿਹਾ? ਇਤਿਹਾਦ ਬੈਨ ਮੁਸਲਿਮੀਨ ਦੀ ਗੱਲ ਕਰਨੀ ਹੈ, ਰੱਦ ਕਾਦੀਆਨੀ ਤੇ ਗੱਲ ਕਰਨੀ ਹੈ, ਗਲਤ ਗੱਲ ਨਹੀਂ ਕਰਨੀ। ਮੈਂ ਕਹਿ ਰਿਹਾ ਤੁਸੀਂ ਮੁਸਲਮਾਨਾਂ ਦੇ ਕੋਈ ਖਿਲਾਫ ਗੱਲ ਕਰੋਗੇ, ਸਾਨੂੰ ਮਨਜ਼ੂਰ ਨਹੀਂ ਹੈ। ਇਤਿਹਾਦ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ, ਸਾਨੂੰ ਮਨਜ਼ੂਰ ਨਹੀਂ ਹੈ। ਇਤਿਹਾਦ ਬੈਨ ਮੁਸਲਿਮੀਨ ਦੀ ਗੱਲ ਕਰਨੀ ਹੈ, ਰੱਦ ਕਾਦੀਆਨੀ ਤੇ ਗੱਲ ਕਰਨੀ ਹੈ, ਯਕਜਹਿਦੀ ਦੀ ਗੱਲ ਕਰਨੀ ਹੈ, 100 ਬਿਸमिल्लाह ਨਹੀਂ, ਕੋਈ ਜ਼ਰੂਰਤ ਨਹੀਂ ਹੈ। ਤੁਹਾਡੀ ਇਸ ਗੱਲ ਨਾਲ ਮੈਂ 100% ਐਗਰੀ ਕਰਨਾ। ਮੈਂ ਤੇ ਤੁਹਾਡੇ ਨਾਲ ਅੱਛੀ ਗੱਲ ਕੀਤੀ ਤੁਸੀਂ, ਲੇਕਿਨ ਅਗਰ ਮੈਂ ਕੋਈ ਇੱਧਰ ਉੱਧਰ ਦੀ ਗੱਲ ਕਰਾਂ, ਤੁਸੀਂ ਵੱਡੇ ਹੋ ਮੇਰੇ ਭਾਈ ਹੋ, ਇਲਮ ਤੋਂ ਲਿਹਾਜ਼ ਨਾਲ ਵੱਡੇ ਕਹਿ ਰਹੇ, ਮੈਂ ਵੀ ਛੋਟੇ ਹੋ ਏਜ ਵਿੱਚ, ਤੁਸੀਂ ਇਲਮੀ ਬੰਦੇ ਹੋ ਸਾਰੇ ਭਰਾ, ਤੁਸੀਂ ਮੇਰੀ ਸਲਾਹ ਕਰ ਸਕਦੇ ਹੋ ਨਾ ਯਾਰ, ਠੀਕ ਹੈ? ਜਿਵੇਂ ਮੈਂ ਮਲਕ ਬਲਾਸ ਸਾਹਿਬ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਬਹਿਰੇਨ ਭਾਈ ਨੂੰ ਮੈਨੂੰ ਅਨਬਲੌਕ ਕਰਾਓਗੇ। ਮਲਕ ਬਲਾਸ ਸਾਹਿਬ ਹੁਣ ਅਨਮਿਊਟ ਕਰੋ। ਤੁਹਾਨੂੰ ਕਰਾ ਦਿੱਤਾ ਨਾ ਪੱਪੂ, ਫੇਰ ਤੂੰ ਐਸੀ ਗੱਲ ਕੀਤੀ ਮੈਂ ਕਿੰਨੀ ਕੁ ਵਾਰੀ ਕਰਾਂ? ਮੈਨੂੰ ਮਲਕ ਤਲਬ ਨਹੀਂ, ਮੇਰੀ ਮਲਕ ਤਲਬ ਨੇ ਮੈਨੂੰ ਪਤਾ ਕਰ ਲਿਆ। बहरीन साहब आराम से बात नहीं हो सकती, बहरीन साहब तसल्ली से आराम से बात नहीं हो सकती। यार आहिल भाई पहले हम भाई आपस में बात कर रहे हैं, आप बीच में आ गए हो। हमारा भाइयों का अपना गल कर रहे हैं, तनों ना चुको। मैं ਹੁਣ ਆਪਣਾ ਕੀ ਨਾਲ ਦਾ ਪੱਪੂ मैं बिजी हो गया हां मेरी ठीक है मलिक भाई, कोई नहीं यार बहरेन भाई, आप मुझे प्लीज अनब्लॉक कर दीजिएगा। इंशाल्लाह मैं कोशिश करूंगा आपकी दिल आजारी ना करूं, अगर कोई दिल आजारी मेरी वजह से हुई है मैं आपसे माफी चाहता हूं। जज़ाकल्लाह। ठीक हो गया, इंशाल्लाह ब्लॉक अनब्लॉक कर लेंगे जी। वो इत्तेहाद बैन मुस्लिमीन ते गल करो, रद्द कादियानी ते गल, बिस्मिल्लाह शुरू हो जाए। कादियानी ते गल करें, बहरेन भाई मुझे आप ये बताएं कि हम जो माशाल्लाह मुसलमान हैं, ठीक है, हमें अच्छे तरीके से बात करने का हुक्म दिया गया है, ठीक है? Right, in this regard, Iran, very different countries. ठीक है, आपको आवाज आ रही है मेरी? ਤੁਹਾਡੀ ਵੀ ਆ ਰਹੀ ਹੈ, जीपीएस ਦੀ ਵੀ ਆ ਰਹੀ ਹੈ, ਤੁਹਾਡੀ ਆ ਰਹੀ है। अच्छा, तो बहन भाई मेरा ये क्वेश्चन था कि देखें माएँ बहनें सबकी सेम होती हैं। अब आपने वाटर भाई से ये क्या रीजन थी कि ऐसी क्वेश्चन किया है कि ख्वातीन का नाम लिया, माँ बहनों का, इसमें क्या हिकमत थी? आप हिकमत बताएंगे ताकि अगर हिकमत हुई अच्छी तो मैं भी इनसे ये क्वेश्चन करूंगा। जज़ाकल्लाह। ठीक हो गया। सवाल है कि ਇਹਨਾਂ ਦੇ ਜਿਹੜੇ ਮਿਰਜ਼ਾ ਸਾਹਿਬ ਨੇ तमाम ਮੁਸਲਮਾਨਾਂ ਨੂੰ, ਉਹਨਾਂ ਦੀ ਮਾਂ ਭੈਣਾਂ ਨੂੰ ਗਾਲਾਂ ਕੱਢ ਕੇ ਗਏ। ਸਾਡੇ ਤੇ ਜੰਮਣ ਤੋਂ ਪਹਿਲੇ ਮਿਰਜ਼ਾ ਸਾਹਿਬ ਤੌਬਾ ਇਸਤਗਫਾਰ ਸੁਮਾ ਤੌਬਾ ਇਸਤਗਫਾਰ ਕਹਿ ਕੇ ਗਏ ਨੇ ਕਿ ਸਾਡੇ ਮੁਖਾਲਫੀਨ ਦੀ ਜਿਹੜੀਆਂ ਖਵਾਤੀਨ ਨੇ ਕੁੱਤਿਆਂ ਤੋਂ ਵੱਧ ਗਈਆਂ ਨੇ, ਤੇ ਆਪ ਬੇਬਾਨ ਦੇ ਖੰਜ਼ੀਰ ਹੋ ਗਏ ਨੇ। ਕੀ ਕਸੂਰ ਹੈ ਸਾਡਾ? ਅਸੀਂ ਤੇ ਨਹੀਂ ਕਿਹਾ ਕਿ ਜਿਹੜੀ ਮਰਜ਼ਾਨਾ ਨੇ ਇਹ ਕੁੱਤਿਆਂ ਤੋਂ ਵੱਧ ਗਈਆਂ ਨੇ, ਬਲਕਿ ਵਧੀਆਂ ਨੇ। ਅਸੀਂ ਫਿਰ ਵੀ ਨਹੀਂ ਕਹਿੰਦੇ ਕੁੱਤਿਆਂ ਤੋਂ ਵਧੀਆਂ ਨੇ। ਸਵਾਲ ਸਾਡੇ ਤਰੇ ਨੇ। ਕੱਲ ਇੱਕ ਖਾਤੂਨ ਨੇ ਜਿਹੜੀ ਐਕਸ ਅਹਿਮਦੀ ਰਹਿ ਚੁੱਕੀ ਹੈ, ਉਹਨਾਂ ਨੇ ਕਿਹਾ ਕਿ ਸਾਲਾਨਾ ਜਲਸੇ ਦੇ ਤੀਸਰੇ ਰੋਜ਼ ਖਲੀਫਾ ਸਾਹਿਬ ਲਜਨਾਤ ਦੇ ਖੈਮੇ 'ਚ ਵੜਦੇ ਨੇ ਤੇ ਜਿੰਨੀਆਂ ਮਰਜ਼ਾਨਾ ਨੇ ਉਹਨਾਂ ਨੂੰ ਘੇਰਾ ਪਾਉਂਦੀਆਂ ਨੇ, ਉਹ ਕਹਿੰਦੇ ਨੇ ਬਸ ਮੇਰੇ ਵੇਖ ਲੈਣ ਫਿਰ ਖਲੀਫਾ ਸਾਹਿਬ। ਤੇ ਖਲੀਫਾ ਸਾਹਿਬ ਫਿਰ ਪੇੜੇ ਚੈੱਕ ਕਰਕੇ ਦੱਸਣੇ ਤੁਹਾਡਾ ਛੋਟਾ ਹੈ, ਤੁਹਾਡਾ ਵੱਡਾ ਹੈ, ਠੀਕ ਹੈ ਨਾ? ਤੇ ਅਸੀਂ ਇਹ ਕਹਿ ਰਹੇ ਹਾਂ ਕਿਹੜੀ دین ਦੇ ਮੁਤਾਬਿਕ ਜਾਇਜ਼ ਹੈ, ਕਿਹੜੀ ਫਿਕਰ ਦੇ ਮੁਤਾਬਿਕ ਜਾਇਜ਼ ਹੈ?
ਔਰ ਇਹਨਾਂ ਜਿਹੜੀ ਲਜਨਾਤ ਨੇ ਇਹ ਖਲੀਫਾ ਸਾਹਿਬ ਦੇ ਸਾਹਮਣੇ ਬਹਿ ਕੇ ਉਹ ਤੋਤੇ ਦਾ ਲਤੀਫਾ ਸੁਣਾ ਰਹੀ ਹੈ। ਤੋਤੇ ਦਾ ਲਤੀਫਾ ਪਤਾ ਨਾ ਤੁਹਾਨੂੰ ਪੱਪੂ ਸਾਹਿਬ ਕਿ ਤੋਤੇ ਦਾ ਕਿਹੜਾ ਲਤੀਫਾ ਹੁੰਦਾ? ਉਹ ਲਤੀਫਾ ਖਲੀਫਾ ਸਾਹਿਬ ਨੂੰ ਸੁਣਾ। ਨਹੀਂ ਬਹਿਰੀਨ ਭਾਈ ਮੈਂ ਤੋਤੇ ਸਮਝ ਨਹੀਂ ਆਈ। ਨਹੀਂ ਸੁਣਿਆ। हाँ, तोते ला लतीफा सुना रही है कि दो तोते सन, एक बंदे रखे। मैं सुना देना सुन लो। लतीफा है वे कि दो तोते सन ते बड़े परहेजगार सन ते बंदा एक सफर ते जा रहा सी ते ओदे कोल तोती सी। जिस बंदे ने तोते रखे सन सारे तोते हराम दे सन ते दो तोते जड़े ने बड़े नमाज़ां पढ़ रहे सन, सजदे कर रहे सन। ते बंदे ने क्या है मैं तोती जड़ी है इन्हां जड़े शरीफ तोते ने इन्हां दे नाल रखनी है। ਤੇ ਜਿਸ ਤਰ੍ਹਾਂ ਹੀ ਉਹਨੇ ਪਿੰਜਰੇ ਦੇ ਅੰਦਰ ਤੋਤੀ ਪਾਈ ਏ ਤੇ ਇੱਕ ਤੋਤਾ ਸਜਦੇ ਦੇ ਅੰਦਰ ਸੀ ਤੇ ਦੂਸਰਾ ਖਲੋਤਾ ਸੀ। ਉਹ ਜਿਸ ਤਰ੍ਹਾਂ ਤੋਤੀ ਉਹਨੇ ਅੰਦਰ ਪਾਈ ਏ ਤੇ ਉਹਨੇ ਆਖਿਆ ਦੂਸਰੇ ਨੂੰ ਸਜਦੇ ਤੋੜ ਜਾ, ਜਿਸ ਅਸੀਂ ਇਬਾਦਤ ਕਰ ਰਹੇ ਸਾਂ ਉਹ ਸ਼ਾਇਦ ਅੱਲਾ ਨੇ ਸਾਨੂੰ ਦੇ ਛੜੀ ਏ, ਤੋਤੀ ਆ ਗਈ ਏ, ਹੁਣ ਵਾਰੀ ਸੱਟਾ ਹੋਏਗਾ। ਇਹ ਲਤੀਫਾ ਇੰਨਾ ਗੰਦਾ ਲਤੀਫਾ ਇਹਨਾਂ ਦੀ ਲਜਨਾਤ ਖਲੀਫਾ ਖਾਮਸ ਨੂੰ ਸੁਣਾਉਣ ਲੱਗੀ। ਉਹ ਸ਼ਰਮ ਹੈ ਵੇ। ਤੇ ਮੈਂ ਕਹਿਣਾ ਕਿ ਇਹਨਾਂ ਦੀ ਖਵਾਤੀਨ ਲਜਨਾਤ ਬਹਿਰੀਨ ਭਾਈ ਇਹ ਗੱਲ ਇੱਕ ਦੱਸੀਏ ਜੀ। ਰਿਕਾਰਡ ਤੇ ਮੌਜੂਦ ਹੈ, ਵੀਡੀਓ ਮੌਜੂਦ ਹੈ। ਇਹਨਾਂ ਦੀ ਲਜਨਾਤ ਜਿਹੜੀਆਂ ਨੇ, ਬਲਕਿ ਮੈਨੂੰ ਲੱਗਦਾ ਅਹਿਮਦ ਅਲੀ ਨੇ ਮੈਨੂੰ ਕੱਲੀ ਸੀ, ਮੈਂ ਤੁਹਾਨੂੰ ਕੱਲ ਦਿਆਂਗਾ, ਖਲੀਫਾ ਸਾਹਿਬ ਦੇ ਨਾਲ ਬਹਿ ਕੇ ਸੁਣਾਉਣ ਲੱਗੀ ਹੈ। ਤੀਸਰੀ ਨੇ ਚੌਥੀ ਕੁਰਸੀ ਤੇ ਬੈਠੀ ਤੇ ਸੁਣਾਉਣ ਲੱਗੀ ਹੈ। ਓਏ ਪੀਪੇ ਦੱਸ, ਓਏ ਤੇਰੀ ਅੰਮੀ ਵੀ ਉੱਥੇ ਖਲੀਫੇ ਨੂੰ ਜਿਹੜਾ ਤੋਤੇ ਲੈ ਲਤੀਫੇ ਸੁਣਾਉਂਦੀ? ਬਲਕਿ ਪੀਪੇ ਨੇ ਤਾਂ ਗੱਲ ਕਿਹਾ ਕਿ ਇਹਨਾਂ ਟੈਕਸੀ ਗਰੁੱਪਾਂ ਦੇ ਨਾਲ ਗੱਲ ਕਰਨੀ ਆ, ਇਸ ਤੋਂ ਬਿਹਤਰ ਹੈ ਕਿ ਘਰ ਕੰਜਰ ਸੱਦ ਲਵੇ। ਤੇ ਹੁਣ ਸਾਨੂੰ ਪੀਪਾ ਦੱਸੇ ਘਰ ਕਿੰਨੇ ਕੋ ਕੰਜਰ ਸੱਦੇ ਨੇ ਇਹਨੇ? ਹਾਂਜੀ ਪੱਪੂ ਸਾਹਿਬ ਦੱਸੋ ਹੁਣ ਇਹ ਲਤੀਫਾ ਕੋਈ ਖਾਤੂਨ ਜਿਹੜੀ ਹੈ ਉਹ ਖਲੀਫਾ ਨੂੰ ਸੁਣਾ ਸਕਦੀ ਹੈ? ਕੀ ਇਜਾਜ਼ਤ ਦਿੰਦਾ ਵਾਟਰ ਕਿ ਇਹਦੀ ਮਾਂ ਦੇ ਇਹਦੀ ਭੈਣ ਦੇ ਪੇੜੇ ਚੈੱਕ ਕਰੇ ਖਲੀਫਾ ਕਿ ਤੇਰੇ ਛੋਟੇ ਨੇ ਤੇ ਤੇਰੇ ਵੱਡੇ ਨੇ, तुमने सही बनाए और तुमने नहीं सही बनाए? ਕੀ ਦੀਨ ਹੈ ਇਹ ਲਾਸ਼ ਦੇ ਅੰਦਰ ਇਹਦੀ ਜਾ ਪੇੜੇ ਕਹਿੰਦੇ ਹੋ ਤੁਸੀਂ, ਦੱਸਿਆ ਕਰੋ ਨਾ ਕਿ ਉਹ ਜਿਹੜੇ ਆਟੇ ਦੇ ਪੇੜੇ ਨੇ, ਤਾਂ ਕਿ ਇਨਸਾਨ ਦੇ ਦਿਨ ਚ ਕੋਈ ਗੰਦ ਨਾ ਆਏ। ਤੇ ਅਗਰ ਉਹਨਾਂ ਨੇ ਖਲੀਫਾ ਸਾਹਿਬ ਨੇ ਵਾਕਈ ਆਟੇ ਦੇ ਪੇੜੇ ਚੈੱਕ ਕੀਤੇ ਨੇ, ਯਾਰ ਕਿਹੜਾ ਪੇੜਾ ਹੁੰਦਾ? ਕਿਹੜੀ ਗਲਤ ਗੱਲ ਹੈ ਯਾਰ? ਖਲੀਫਾ ਨਹੀਂ ਬਹਿਰੀਨ ਭਾਈ ਮੈਨੂੰ ਦੱਸੋ, ਪੇੜੇ ਅਗਰ ਕੋਈ ਚੈੱਕ ਕਰਾਉਂਦੇ ਨੇ ਫॉर ਐਗਜ਼ਾਮਪਲ ਤੇ ਇਹਦੇ ਚ ਕਿਹੜੀ ਗਲਤ ਗੱਲ ਹੈ ਯਾਰ? ਕੀ ਹੋ ਗਿਆ? दुरुस्त गलत की हाँ तो मैं क्या हाँ दुरुस्त गल है, बस वाटर दस दे कि भाई यदि बाजी जाके खलीफा नु पेड़ चेक करांदी है ਅਸੀਂ ਮੰਨ ਲਾਂਗੇ। ਅਸੀਂ ਕਿਹਾ ਗਲਤ ਗੱਲ ਹੈ, ਅਸੀਂ ਤਾਂ ਕਹਿੰਦੇ ਦੀਨ ਇਹ ਲਾਸ਼ ਦੇ ਅੰਦਰ ਇਹਦੀ ਇਜਾਜ਼ਤ ਹੈ ਵੇ। ਇੰਨਾ ਹੀ ਸਵਾਲ ਸੀ। ਚਲੋ ਯਾਰ ਪੇੜਿਆਂ ਛੇੜੀਆਂ ਵਾਲੀ ਗੱਲ ਨਾ ਕਰੋ, ਉਹਨੂੰ ਛੱਡੋ, ਕੋਈ ਗੱਲ ਨਹੀਂ। ਜਦੋਂ ਬਕਵਾਸ ਗਾਲਾਂ ਦੇਣਗੇ ਉਹ ਅਲੱਗ ਗੱਲ ਹੈ, ਲੇਕਿਨ ਗੱਲ ਹੁਣ ਮਤਲਬ ਜਿਹੜਾ ਨਹੀਂ ਬਕਵਾਸ ਕਰ ਉਹ ਬਕਵਾਸ ਕਰ ਤੇ ਅਸੀਂ ਉਹਨੂੰ ਜਵਾਬ ਦਿੱਤਾ, ਲੇਕਿਨ ਪੱਪੂ ਸਾਹਿਬ ਨੇ ਕਿਹਾ ਕਿ ਤੁਸੀਂ ਇਹਦਾ ਜਵਾਬ ਕਿਉਂ ਦਿੱਤਾ? ਪੱਪੂ ਸਾਹਿਬ ਕਹਿ ਰਹੇ ਨੇ ਤੁਸੀਂ ਜਵਾਬ ਕਿਉਂ ਦਿੱਤਾ, ਸਵਾਲ ਕਿਉਂ ਕੀਤਾ? ਵੈਸੇ ਬਹਿਰੀਨ ਭਾਈ ਆਪਸ ਦੀ ਗੱਲ ਹੈ ਜਿਹੜੀ ਉਹ ਵੀ ਗੱਲ ਕਰ ਰਿਹਾ ਸੀ, ਉਹ ਵੀ ਅਸੀਂ ਬਚਪਨ ਤੋਂ ਸੁਣੀ ਹੋਈ ਹੈ। ਅਸੀਂ ਮੰਨੇ ਉਹ ਗਲਤ ਹੈ, ਸਾਨੂੰ ਝੂਠ ਸੁਣਾਇਆ ਗਿਆ ਹੈ, ਉਹ ਵੀ ਗਲਤ ਹੈ, ਟੋਟਲ ਗਲਤ ਹੈ, ਮੈਂ ਤਾਂ ਮੰਨਦਾ ਹੀ ਨਹੀਂ। ਲੇਕਿਨ ਜੇਕਰ ਗਲਤ ਗੱਲ ਹੈ ਉਹਦਾ ਕੋਈ ਐਵੀਡੈਂਸ, ਉਹਦਾ ਐਵੀਡੈਂਸ ਹੀ ਨਹੀਂ ਹੈ। ਲੇਕਿਨ ਮੈਂ ਜਿਹੜੀ ਗੱਲ ਕਰ ਰਿਹਾ ਮੇਰੇ ਕੋਲ ਉਹਦਾ ਸਬੂਤ ਮੌਜੂਦ ਹੈ, ਇਹਨਾਂ ਦੇ ਘਰ ਦੀ ਵੀਡੀਓ ਮੌਜੂਦ ਹੈ, ਆਡੀਓ ਮੌਜੂਦ ਹੈ। ਮੈਂ ਤੇ ਕੋਈ ਗੱਲ ਨਹੀਂ ਦੇਖੋ ਬਹਿਰੀਨ ਭਾਈ, ਦੇਖੋ ਜਦੋਂ ਵੱਡੇ ਬਜ਼ੁਰਗ ਹੁੰਦੇ ਨੇ ਨਾ, ਸੁਣੋ ਉਹਨਾਂ ਦੇ ਅੱਗੇ ਬੰਦਾ ਅਗਰ ਕੋਈ ਖਵਾਤੀਨ ਅੱਛਾ ਘਰ ਅੱਛੀ ਸਫਾਈ ਕਰਦੀਆਂ ਨੇ, ਫॉर ਐਗਜ਼ਾਮਪਲ ਅੱਛੀ ਰੋਟੀ ਬਣਾਉਂਦੀਆਂ ਨੇ, ਬੰਦਾ ਦੱਸਦਾ ਹੈ ਕਿ ਉਹ ਫਿਰ ਵੱਡਾ ਬੰਦਾ ਇਨਾਮ ਦਿੰਦਾ ਹੈ, ਹਾਂ ਯਾਰ ਤੇਰੀ ਅੱਛੀ ਰੋਟੀ ਹੈ, ਤੇਰੀ ਅੱਛੀ ਸਫਾਈ ਕੀਤੀ ਹੈ, ਤੂੰ ਅੱਛੇ ਕੱਪੜੇ ਧੋਤੇ ਨੇ, ਸਮਝ ਗਏ ਹੋ? ਐਸੇ ਤਰ੍ਹਾਂ ਜਿਹੜਾ ਇਮਾਮ ਹੁੰਦਾ ਹੈ, ਮੌਲਵੀ ਹੁੰਦਾ ਹੈ, ਰਹਿਨੁਮਾ ਹੁੰਦਾ ਹੈ ਨਾ ਇੱਕ, ਠੀਕ ਹੈ? ਜੇਕਰ ਸਾਡੇ ਹੁਣ ਹੋ ਗਏ ਨੇ ਮੌਲਾਨਾ ਸ਼ਾਹ ਸਾਹਿਬ ਇੱਥੇ ਕੁਝ ਕਰਾਉਂਦੇ ਨੇ ਟਿਕਟਾਕ ਦੇ, ਸਾਡੇ ਬਜ਼ੁਰਗ ਨੇ ਨਾ, ਸਾਡੇ ਆਲਮ ਨੇ, ਇਹਨਾਂ ਕੋਲ ਅਗਰ ਸਾਡੀਆਂ ਭੈਣਾਂ ਬੈਠੀਆਂ ਹੁੰਦੀਆਂ ਨੇ ਖਤਮੇ ਨਬੂਵਤ ਦੇ ਕੋਰਸ ਆਤੇ ਤੇ ਕੋਈ ਅਗਰ ਆਪਣਾ ਦੱਸਦੀਆਂ ਨੇ ਮੈਂ ਅੱਜ ਇਹ ਕੀਤਾ, ਉਹ ਖੁਸ਼ ਹੁੰਦੇ ਨੇ, ਸ਼ਾਬਾਸ਼ ਦਿੰਦੇ ਹੋਣਗੇ। ਇਹਦੇ ਤੁਸੀਂ ਇਹ ਜਿਹੜਾ ਤਨਾਜ਼ਰ ਪੇਸ਼ ਕਰ ਰਹੇ ਹੋ ਨਾ ਯਾਰ, ਤੁਸੀਂ ਸ਼ਰਾਰਤ ਕਰ ਰਹੇ ਹੋ। ਮੈਂ ਜਵਾਬ ਦੇਣਾ ਇਹ ਤੁਸੀਂ ਗੰਦਗੀ ਫੈਲਾ ਰਹੇ ਹੋ, ਹੋਰ ਕੁਝ ਨਹੀਂ ਜੀ। ਠੀਕ ਹੋ ਗਿਆ, ਹੁਣ ਜਵਾਬ ਮੇਰਾ ਲੈ ਲੈਣਾ। ਜਵਾਬ ਹੈ ਵੇ ਗੰਦਗੀ ਤੇ ਉਦੋਂ ਹੋਏਗੀ ਕਿ ਜਦੋਂ ਇਹ ਗੱਲ ਖਿਲਾਫ ਵਾਕਿਆ ਹੋਏ। ਖਿਲਾਫ ਵਾਕਿਆ ਗੱਲ ਨਹੀਂ ਹੈ, ਜਿੰਨੀ ਗੱਲ ਤੁਸੀਂ ਕੀਤੀ ਹੈ ਕਿਸੇ ਮਰਜ਼ਾਈ ਦੇ ਕੋਲ ਮੂੰਹ ਚ ਕਢਵਾ ਲਵੋ ਕਿ ਜਨਾਬ ਤੁਹਾਡੀਆਂ ਖਵਾਤੀਨ ਖਲੀਫੇ ਨੂੰ ਪੇੜੇ ਚੈੱਕ ਕਰਾ ਕੇ ਨਾਮ ਲੈ ਕੇ ਆਉਂਦੀਆਂ ਨੇ, ਐਨੀ ਗੱਲ ਹੋ ਜੇ। ਇਹ ਗੰਦੀ ਗੱਲ ਹੈ? ਗੰਦੀ ਗੱਲ ਤੇ ਨਹੀਂ, ਖਿਲਾਫ ਵਾਕਿਆ ਗੱਲ ਤੇ ਨਹੀਂ।
ਸਾਡਾ ਤੇ ਇਤਰਾਜ਼ ਹੀ ਨਹੀਂ ਹੈ, ਅਸੀਂ ਤੇ ਕਹਿੰਦੇ ਬਈ ਬਿਲਕੁਲ ਦਰੁਸਤ ਹੈ ਦੀਨ ਇਲਾਸ਼ ਦੇ ਅੰਦਰ ਆਪਣੀਆਂ ਖਵਾਤੀਨ ਦੀਆਂ ਮਾਵਾਂ ਦੇ ਭੈਣਾਂ ਦੇ ਪੇੜੇ ਚੈੱਕ ਕਰਾ ਕੇ ਨਾਮ ਲੈਣੇ, ਇਹੀ ਦੀਨ ਇਲਾਸ਼। ਮਿਰਜ਼ਾ ਸਾਹਿਬ ਨੇ ਵੀ 50,000 ਦੀ ਮੁਬਾਰਕਾ ਬੇਗਮ ਵੇਚੀ ਤਾਂ ਸੇ ਉਹਦਾ ਨਾਮ ਮੁਬਾਰਕਾ ਰੱਖਿਆ, ਜਿਹੜੀ 50,000 ਦੀ ਵਿਕੇ ਤਾਂ ਉਹ ਮੁਬਾਰਕਾ ਹੀ ਹੋਏਗੀ, ਲਾਜ਼ਮੀ ਗੱਲ ਹੈ ਜਿਹੜੇ ਪੈਸੇ ਲੈ ਕੇ ਆਏ, ਇਹੀ ਅਸੀਂ ਕਹਿੰਦੇ। क्या हाल चाल है जी? जी वापस आ गए वाटर साहब? वाटर साहब आ गई ना, मैं पप्पू मलिक साहब से बात करना चाहता अंग्रेजी वाला माहौल बना हुआ है, तो आप ना यहाँ पर आके इश्तिहाल अंग्रेजी ना करें, आप बात करें इनसे। हमारे स्कॉलर बैठे हैं एक। कौन है जी आपके स्कॉलर? अरशद मलिक साहब। अरशद मलिक साहब। नहीं सर, मैं तो मलिक साहब को बड़ी स्क्रीन पे कर रहा हूँ। स्कॉलर तो आप हैं, मलिक साहब आपसे बात मैं जरा पप्पू मलिक साहब से बात करना चाहता हूँ। मुझे एक वो सच्चे मुसलमान आदमी लगते हैं, मैं उनसे बात करना चाहता हूँ। जी जी उनसे कर लें बात। जी मलिक साहब क्या हाल चाल है जी? भाई अल्लाह का शुक्र है, आप सुनाएं कैसे कैसे? ठीक है, बिल्कुल ठीक है यार। ये आपने इनकी जुबान देखी है, ये किस किस्म का माहौल इन्होंने क्रिएट किया हुआ? ये क्या नहीं थे, मैंने इनको यही बताया ये ज्यादती कर रहे हैं, गलती कर रहे हैं, ऐसा कुछ नहीं है जो वो पेश कर रहे हैं। ये सरासर मजाक उड़ाने वाला किसी कौम का या जिससे अल्लाह ने मना किया है, कुरान में अल्लाह ताला मना करता है, ये बिल्कुल वही काम करें बहरीन भाई। जी बट भाई देखें जी, कितने शर्म की बात है, ये इस्लाम को बदनाम कर रहे हैं, इस कदर गलीज बातें करते हैं सुबह से लेके शाम तक। ये पता नहीं अपने आप को किस मुंह से ये अपने आप को मुसलमान कहते हैं। तो मैं तो आमिर साहब के पास इनकी खास तौर पर शिकायत लगाने आया था, लेकिन मतलब मेरा ख्याल है कि इनको उन्होंने खुद छुट्टी दी हुई है कि मेरी गैर मौजूदगी में आप और ज्यादा गलाजत फैलाया करो। पता नहीं ये कौन से इस्लाम की तबलीग कर रहे हैं। तो मैं तो इनके लिए दुआ कर सकता हूँ। देखो पप्पू मलिक साहब, आप अगर समझा सकते हैं तो कुछ समझा दें इनको। जी जी मैं जवाब देना ना ਤੁਹਾਨੂੰ ਟਾਈਮ ਦਿੱਤਾ ਸੀ ਕਿ ਤੁਸੀਂ ਜਿਹੜਾ ਪੱਪੂ ਮਲਿਕ ਨਾਲ ਸਵਾਲ ਕਰੋ, ਤੁਸੀਂ ਮੇਰੇ ਤੇ ਤਨਕੀਦ ਕਰਨਾ ਸ਼ੁਰੂ ਹੋ ਗਏ। ਤਨਕੀਦ ਤੇ ਮੇਰੇ ਤੋਂ ਤਾਂ ਕਰੋ ਕਿ ਮੈਂ ਖਿਲਾਫ ਆ ਕੇ ਗੱਲ ਕੀਤੀ ਹੈ। ਤੋਤੇ ਲਤੀਫੇ ਤੁਹਾਡੀ ਅਹਿਮਦੀ ਭੈਣ ਨੇ ਖਲੀਫਾ ਸਾਹਿਬ ਨੂੰ ਸੁਣਾਇਆ, ਨਹੀਂ ਸੁਣਾਇਆ? ਬੇਸ਼ੱਕ ਸੁਣਾਇਆ। ਕੀ ਖਲੀਫਾ ਸਾਹਿਬ ਨੂੰ ਤੁਹਾਡੀ ਅਹਿਮਦੀ ਭੈਣ ਜਿਹੜੀ ਹੈ ਉਹ ਪੇੜੇ ਵਿਖਾਉਂਦੀਆਂ ਨਹੀਂ ਵਿਖਾਉਂਦੀਆਂ? ਬਿਲਕੁਲ ਵਿਖਾਉਂਦੀਆਂ। यार देखो ये पप्पू मलिक, जरा इसकी जुबान चेक करो, पीड़े विखांदी चेक करो यार, नहीं विखांदी, जुबान चेक करो यार। ਕੀ ਤੁਹਾਡੇ ਖਲੀਫਾ ਸਾਹਿਬ ਜਿਹੜੇ ਨੇ तुम्हारी ਖੈਮੇ ਦੇ ਅੰਦਰ ਵੜਦੇ, ਬਹੁਤ ਗੰਦੀ ਜ਼ਬਾਨ ਹੈ ਆਪ ਦੇ ਅੰਦਰ ਜਾਂਦੇ ਨੇ। वो मुजाहिदा वाली कौन सी बात है? वो पेड़े बना रही थी, कोई छोटा बना रही थी, कोई बड़ा बना रही थी, तो उन्होंने दिखाया, तो खलीफा साहब ने बोला कि ये छोटा बेड़ा, ये बड़ा बेड़ा है। इसमें यार कौन हर्ज है? कौन सा हर्ज है? वो लंगर खाने में गए हैं तो उन्होंने पेड़े देखे हैं जाके। यार पागल तो नहीं आप लोग, मर जाइए। बड़ी अच्छी बातें कर रहे हैं, बड़ा इस्लाम फैला रहे हैं आप यार। मरजाई देख, वाटर मरजाई, ये इस्लाम वाली कौन सी बात है? इस्लाम यार आपके खलीफा साहब लंगर खाने में चेक करने गए हैं कैसा लंगर बन रहा है, किस तरह बना रहे हैं, तो लड़कियों ने उनको पेड़े दिखाए हैं। वाटर भाई ये सिर्फ अहमदी ख्वातीन का, बहनों का मजाक नहीं उड़ा रहे, ये मुसलमानों का भी उड़ा रहे हैं। जो अहमदी मुसलमान हो जाती हैं यानी कि मेन स्ट्रीम, तो ये उनका भी मजाक उड़ा रहे हो कि तुम लोग पहले ये काम करती थी। तो इनसे पूछे कि मुजाहिद। हाँ जी ठीक है, मैं जवाब देना था। जवाब तुमने क्या देना यार? मिर्जा साहब के चार हर्फ कल सड़े। और मेरी बात सुन, तू तो डरपोक आदमी है। तू शिया सही वाला यार, सुन दे क्या नहीं? और तू सही शिया है, शिया क्या होता है? डरना क्यों है? तू सही शिया है। मैं क्यों डर रहा है? नहीं शिया तू सही है, शिया तू सही है, डरता फिर क्यों है? मैं क्यों डर रहा है? मैं ते बार-बार बंदे को क्यों मार देता है? ले ऊपर उसे, ऊपर उठा। मैं क्यों उठा? मैं तो यार मैं लाया नहीं। ए कौन आ गया भाई हुन? ओ यार ये बुजुर्ग ने साडे ते इन्हां एक दिन ना कब्र नूं इस रात चुक के उतां कीता ना, ते इहदे बेटे ने इन्हां नूं बड़ा मारिया, बड़ा ही मारिया ना, ते ए मजलूम ने बड़े ते इन्हां दी फोटो बता लाई। रिश्वतखोर लगदा है ये तो, शक्ल को रिश्वतखोर। नहीं नहीं, ये बच्चे बड़े अच्छे बुजुर्ग ने, ये दरबारा नूं मानदे ने। सही है। इस्लाम ही बस कीता गड्डी च लंघ दिया, बेटा नाल बैठा सी, उन्हां ने कड मारी चंड।
बल्कि संगी कोट सड़ले सन। पता नहीं क्या बातें कर रहे हो यार, आप लोग सारे दिमागी तौर पर ठीक हो? मरजाई नहीं यार ठीक है, लेकिन वो लोग ठीक ने ਜਿਹੜੇ ਬਾਜੀਆਂ ਦੇ ਪੇੜੇ ਖਲੀਫਾ ਦੇ ਸਾਹਮਣੇ ਚੈੱਕ ਕਰਵਾਉਂਦੇ ਨੇ, ਉਹ ਠੀਕ। ਓ ਯਾਰ ਤੇਰੀ ਬਾਜੀਆਂ ਦੇ ਪੇੜੇ ਤੇ 1400 ਸਾਲਾਂ ਤੋਂ ਚੈੱਕ ਹੋ ਰਹੇ ਨੇ ਸ਼ਾਮੇ ਗਰੀਬਾ। ਮੈਂ ਝੂਠ ਰਹਿਣ ਦੇ ਤੂੰ, ਇਹਦਾ ਕੋਈ ਤੁਹਾਡੇ ਰਾਮਦੇ ਹੈਗੇ ਉਹ ਸ਼ਾਮੇ ਗਰੀਬਾ। ਮੋਤੇ ਦੀ ਪੈਦਾਵਾਰ ਉਹ ਸ਼ਾਮੇ ਗਰੀਬਾ ਤੁਸੀਂ ਦੇ। ਮਿਰਜ਼ਾ ਸਾਹਿਬ ਨੇ ਕੀ ਨਾਲ ਦਾ ਬਾਲਟੀ ਨਾਲ ਕੱਢਿਆ ਸੀ ਜਾਂ ਵੈਸੇ ਹੀ ਆਪਣਾ ਕੀ ਨਾਲ ਦਾ ਬਾਹਰ ਆ ਕੇ 100 ਮਹੀਨੇ ਬਾਅਦ ਗਾਲਾਂ ਦੇਣਗੇ ਯਾਰ, ਸਾਨੂੰ ਗਾਲਾਂ ਦੇ ਰਿਹਾ ਵਾਟਰ। ਇਹ ਦੱਸ ਦੇ ਕਿ ਪੇੜੇ ਜਿਹੜੇ ਚੈੱਕ ਹੁੰਦੇ ਨੇ ਉਹ ਇਜਾਜ਼ਤ ਹੈ ਵੇ ਚੈੱਕ ਕਰਾਉਣ ਦੀ ਕਿਸੇ ਗੈਰ ਮਹਿਰਮ ਨਾਲ? ਅਲੀ ਹੱਕ ਕਿਹੜੇ ਤੇ ਮੋਡਰੇਟਰ ਤਾਂ ਨਹੀਂ ਹੈ? ਕੋਈ ਪਤਾ ਨਹੀਂ, ਮੈਨੂੰ ਲੱਗਦਾ ਅਲੀ ਹੱਕ ਭਾਈ ਵੀ ਜਿਹੜੇ ਨੇ ਇੱਥੇ ਮੋਡਰੇਟਰ ਨੇ। लेकिन क्यों की हो पीछे उतार दे कोई बंदा। पप्पू साहब कह रहे हैं कि कोई खातून अगर मुसलमान हो जाए, जो मुसलमान होगी मिर्जा साहब से 4 अर्ज करके लानतल्लाह अल काज़िबीन कह के मुसलमान होगी, फिर उन्हें क्यों तंग करना है? साड़ी लड़ाई तो उस वक्त तक है कि जदों मिर्जा साहब नूं अपना रहबर मन रही है, हादी मन रही है। जदों जो जेड़ा बंदा मुसलमान हो गया, साड़ी बिल्कुल लड़ाई नहीं होदे नाल। पप्पू साहब, अच्छा पप्पू साहब पुलिस के अंदर जेड़ा कहंदे ने पाकिस्तान का सब तो करप्ट तरीन अदारा है पुलिस, ਇਹਦੇ ਅੰਦਰ ਸਾਰੇ ਪੁਲਿਸ ਵਾਲੇ ਰਿਸ਼ਵਤ ਲੈਂਦੇ ਨੇ ਜਾਂ ਕੋਈ ਕੋਈ ਲੈਂਦਾ? अस्सलाम वालेकुम। मलिक साहब वालेकुम अस्सलाम, की हाल है? वालेकुम अस्सलाम बेहतरीन भाई, क्या हाल है? ठीक अस्सलाम मेरे प्यारे भाई, की हाल है? मलिक साहब मैं नहीं जे मोड है इथे, मेरे ते कोई ऐसा फतवा ना जारी करना, मेहरबानी करो। अच्छा अच्छा नहीं मलिक साहब मेरे ਨਾਲ ਸ਼ਰਾਰਤਾਂ ਕਰਦੇ ਨੇ ਭਾਈ ਮੇਰੇ, ਤੇ ਇਹ ਨਾ ਇਹ ਤੁਸੀਂ ਵੀ ਕਦੀ ਇਹਨਾਂ ਦੇ ਪੇੜੇ ਚੈੱਕ ਕੀਤੇ ਨੇ? ਸਾਨੂੰ ਕੌਣ ਕਰਾਂਦਾ ਜੇ ਪੇੜੇ ਚੈੱਕ? ਤੇ ਵਾਟਰ ਨਾਲ ਰਾਬਤਾ ਕਰੋ ਨਾ यार। ऐसे मैं भी मिर्जा वां, अगर अगला खलीफा मैं बनदा ते मनु भी चेक कराना आनी है पेड़े। अच्छा 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 ਤੁਸੀਂ ਵੀ ਮਿਲਦੇ ਹੋ? हां जी, वाह जी वाह, ਮਿਲਦੇ ਹੋ यार। किन्ना होदी पंजो घ्यो दे अंदर ने कि गल ते उन्हें करनी आउंदी नहीं, लेकिन पेड़े वो चेक करदा सारियां नूं। यार मिर्जे बहुते ही इंटेलिजेंट नहीं है ना कोई। एक को साहब वाला मिर्जा सी, एक मिर्जा गलास का दियानी है, दूजा मिर्जा जेल में। सही है, मिर्जे अन्न पाई है ना है भाई। भाई वाटर को तो वाटर को जरा ऊपर ले, जरा ये वाटर किधर गया? वाटर कोई पता नहीं। पप्पू मलिक बैठा है, कह रहे हैं भाई तुसी देखो, तुसी लोग तोहीन कर, भाई ऐसी तो नहीं तोहीन कर रहे। ऑन द रिकॉर्ड है शय मौजूद।